21 ਤਰ੍ਹਾਂ ਦੀਆਂ ਬਿਮਾਰੀਆਂ ਸਰਦੀਆਂ ਦੇ ਵਿੱਚ ਜਿਹੜੀਆਂ ਆਮ ਕਰਕੇ ਹੋ ਜਾਂਦੀਆਂ ਨੇ, ਉਹਨਾਂ ਦਾ ਇਲਾਜ ਹੈ ਇਸ ਪੱਤੇ ਦੇ ਵਿੱਚ। ਇਹ ਸਫੈਦ ਰੰਗ ਦਾ ਲਿਕੁਇਡ ਹੁਣ ਵੀ ਨਿਕਲੇਗਾ, ਆ ਤੁਹਾਡੇ ਸਾਹਮਣੇ ਨਿਕਲ ਰਿਹਾ। ਇਹ ਬਹੁਤ ਜ਼ਹਿਰੀਲਾ ਜੀ, ਇਹ ਵਾਕਈ ਬਹੁਤ ਜ਼ਹਿਰੀਲਾ, ਪਰ ਇਹਨੂੰ ਆਪਾਂ ਡਿਪੈਂਡ ਕਰਦਾ ਵੀ ਆਪਾਂ ਇਹਨੂੰ ਯੂਜ਼ ਕਿਵੇਂ ਕਰਨਾ। ਅੱਛਾ, ਉਹ ਯੂਜ਼ ਕਰਨ ਦੇ ਮੈਥਡ ਨਾਲ ਅਸੀਂ ਦੇਖੋ ਜ਼ਹਿਰ ਨੂੰ ਅੰਮ੍ਰਿਤ ਬਣਾ ਸਕਦੇ ਹਾਂ। ਮੈਡੀਸਿਨ ਜਿਹੜੀ ਹੈ ਤਾਂ ਪਾਣੀ ਵਾਂਗੂ ਲੱਗੀ ਜਾਂਦੀ ਜਾਂ ਪਈਏ, ਮੈਨੂੰ ਲੱਗਦਾ ਕੁਝ ਤੁਸੀਂ ਸਾਲਟ ਬਣਾਇਆ ਹੋਇਆ ਹੈ ਤੇ ਇਹਨੂੰ ਤਾਂ ਮੇਰੇ ਵਰਗਾ ਬੰਦਾ ਤਾਂ ਵੈਸੇ ਹੀ ਨਾ ਮੰਨੇ ਜੀ ਵੀ ਇਹ ਪਾਣੀ ਹੈ ਜੀ, ਤਾਂ ਸਿਰਫ ਪਾਣੀ ਤਾਂ ਹੈ ਜੀ। ਬਿਲਕੁਲ ਜੀ, ਇਹ ਤਾਂ ਦੇਖੋ ਰਿਜ਼ਲਟ ਬੋਲਦੇ ਆ ਜੀ। ਬਹੁਤ ਸਾਰੇ ਲੋਕਾਂ ਨੂੰ ਇਹ ਦਿੱਕਤ ਹੈ, ਕਹਿੰਦੇ ਜਿਸ ਤਾਂ ਖਾਣੇ ਤਾਂ 2 ਰੋਟੀਆਂ ਤੇ ਸਾਡਾ ਵਜ਼ਨ ਹੋਇਆ ਪਿਆ ਕੁਆਂਟਲਾਂ ਤੋਂ ਉੱਪਰ। करीबन मैंने 27 किलो वजन घटाया है कितना 5 महीने के अंदर अंदर 5 ਮਹੀਨਿਆਂ 'ਚ 27 ਕਿਲੋ। 27 किलो बिना किसी डाइट के, बिना किसी जिम के, बिना किसी एक्सरसाइज के, और सर की दवाई ने ही ऐसा कमाल किया है। ਇਹ ਤੁਹਾਡੀ ਵੱਡੀ ਭੈਣ ਨੇ? सर मेरी फोटो है ये जनवरी 22 की फोटो है। ਅੱਛਾ, ਇਹ ਤਾਂ ਲੱਗਦਾ ਹੈ ਵੀ ਤੁਹਾਡੀ ਵੱਡੀ ਭੈਣ ਹੈ। नहीं सर, ये मेरी ही फोटो है। ਲਓ ਜੀ, ਇਹ ਫੋਟੋ ਦੇਖੋ, ਇਹਦੇ ਵਿੱਚ ਇਹ ਜਿਹੜੇ ਸਿਸਟਰ ਨੇ ਲੱਗ ਰਹੇ ਨੇ ਜਿਵੇਂ ਇਹਨਾਂ ਦੀ ਵੱਡੀ ਭੈਣ ਹੁੰਦੀ ਹੈ, ਪਰ ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਦੀ ਫੋਟੋ ਹੈ। दही का, खट्टे का, नॉन वेज का भी थोड़ा था परहेज, लेकिन मैंने कोई परहेज किया नहीं। ਨੌਨ ਵੈਜ ਦਾ ਵੀ ਪਰਹੇਜ਼ ਨਹੀਂ ਕੀਤਾ ਡਾਕਟਰ ਸਾਹਿਬ। ਇਹ ਤੇ ਇੱਕ ਜੀ ਇਹ ਤੇ ਕਮਾਲ ਹੈ। ਲੋਕ ਤੇ ਕਹਿੰਦੇ ਨੇ ਜੀ ਤੁਸੀਂ ਇਹ ਖਾਓ ਉਹ ਖਾਓ, ਤੇ ਇਹ ਜਿਹੜੀ ਸਾਡੇ ਕੋਲ ਸਿਸਟਰ ਬੈਠੇ ਨੇ ਇਹ ਤਾਂ ਕਹਿੰਦੇ ਨੌਨ ਵੈਜ ਖਾ ਕੇ ਅਸੀਂ ਵਜ਼ਨ ਘਟਾਇਆ। डाइट प्लान वगैरह दिया था, सैलड्स के लिए बोला था कि सैलड्स लेना, बट सैलड मैंने खाया नहीं। वो एक गलत बात है। ਤੁਸੀਂ ਕਹਿ ਰਹੇ ਹੋ ਕਿ ਇਹ ਪਾਣੀ ਨਹੀਂ, ਇਹ ਅੰਮ੍ਰਿਤ ਹੈ। ਇਹ ਹੱਡੀਆਂ ਵੀ ਜੋੜਦਾ ਜੀ ਪਾਣੀ? ਬਿਲਕੁਲ ਜੋੜਦਾ ਜੀ। ਵਾਸਤੇ ਕਿਹੜਾ ਦਰਖਤ ਹੈ ਜੀ ਫਿਰ? ਉਹਦੇ ਵਾਸਤੇ ਜਿਵੇਂ ਇੱਕ ਹੱਡ ਜੋੜ ਦਾ ਨਾਮ ਸੁਣਿਆ ਹੋਣਾ ਤੁਸੀਂ। ਅੱਛਾ, ਹੱਡ ਜੋੜ ਇਹਦੇ ਵਿੱਚ ਅਸੀਂ ਯੂਜ਼ ਕਰਦੇ ਹਾਂ। ਤੇ ਡਾਕਟਰ ਨੇ ਮੈਨੂੰ ਕਿਹਾ ਵੀ ਨਾ ਤਾਂ ਇਹਦਾ ਆਪਰੇਸ਼ਨ ਹੋ ਸਕਦਾ, ਨਾ ਇਹਦਾ ਪਲਸਤਰ ਹੋ ਸਕਦਾ, 6 ਮਹੀਨੇ ਤੁਸੀਂ ਬੈੱਡ ਰੈਸਟ ਹੈ। ਤੇ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋਇਆ। ਤੇ ਤੁਸੀਂ ਯਕੀਨ ਕਰੋ ਜੀ, ਇਹਨਾਂ ਦੀ ਦਵਾਈ ਤੇ ਇੱਕ ਨਾਲ ਇਹਨਾਂ ਨੇ ਕੋਈ ਮੈਨੂੰ ਕਰੀਮ ਦਿੱਤੀ, ਆਪਣੀ ਤਿਆਰ ਕੀਤੀ ਹੋਈ ਇਹਨਾਂ ਦੀ, ਤੇ ਉਹ ਦੇਣ ਦੇ ਨਾਲ 25 ਦਿਨਾਂ ਬਾਅਦ ਮੇਰੇ ਮੰਮੀ ਵਾਕਰ ਨਾਲ ਚੱਲਣ ਲੱਗ ਗਏ। ਦਵਾਈ ਕਿਸੇ ਵੀ ਰੋਗ ਵਾਸਤੇ ਦਿੰਦੇ ਹਾਂ, ਫਿਰ ਉਹ ਰਾਮਬਾਣ ਹੁੰਦੀ ਹੈ ਜੀ। ਫਿਰ ਉਹ ਪੂਰੀ ਤਰ੍ਹਾਂ ਬੰਦੇ ਨੂੰ ਮਾਈਂਡ, ਬੋਡੀ ਐਂਡ ਸੋਲ ਤੋਂ ਹੀ ਠੀਕ ਕਰਦੀ। ਕਿਹੜੇ ਤੁਸੀਂ ਕਿਹੜੇ ਜਿਹੜੀਆਂ ਬਿਮਾਰੀਆਂ ਹੈਗੀਆਂ ਨੇ ਇਸ ਥਾਂ ਦੇ ਉੱਤੇ, ਖਾਸ ਕਰਕੇ ਪੰਜਾਬ ਖਿੱਤੇ ਦੇ ਵਿੱਚ ਜਿਹੜੀਆਂ ਪਣਪ ਰਹੀਆਂ ਨੇ? ਆ ਦੇਖੋ, ਮਤਲਬ ਕਿ ਮੈਨੂੰ ਜਦੋਂ ਵੀ ਕਿਤੇ ਮਿਲਦੇ ਆ ਨਾ, ਜਾਂ ਕਦੀ ਵੀ ਮੇਰੀ ਗੱਲ ਹੁੰਦੀ ਹੈ, ਮੈਂ ਤਾਂ ਕਹਿੰਦਾ ਡਾਕਟਰ ਸਾਹਿਬ ਬਚਾ ਲਿਆ, ਨਹੀਂ ਤਾਂ ਆਪਾਂ ਗਏ ਸੀਗੇ। ਚੰਡੀਗੜ੍ਹ ਦੇ ਕਿਹੜੇ ਡਾਕਟਰ ਨਹੀਂ ਜਾਂ ਕਿੱਥੇ ਨਹੀਂ, ਕਿਉਂਕਿ ਆਪਾਂ ਆਈਟੀ ਵਾਲੇ ਹੈਗੇ ਆ, ਵੀ ਥੋੜ੍ਹਾ ਜਿਹਾ ਗੂਗਲ ਤਾਂ ਕਰਾਂਗੇ ਹੀ ਕਰਾਂਗੇ। ਉਹ ਸਾਰਾ ਕੁਝ ਘੁੰਮ ਘੰਮ ਕੇ ਆਪਾਂ ਆ ਗਏ ਟੱਚਵੁੱਡ ਜਿਹਨੂੰ ਕਹਿੰਦੇ ਆ, ਵੀ ਅੱਜ ਦੀ ਡੇਟ 'ਚ 5-5.5 ਸਾਲ ਦਾ ਹੈਗਾ, ਬਿਲਕੁਲ ਠੀਕ ਹੈਗਾ। ਕਦੀ ਮੈਨੂੰ ਨਹੀਂ ਲੱਗਿਆ ਵੀ ਉਸ ਤੋਂ ਬਾਅਦ ਕਦੀ ਉਹਨੂੰ ਆਪਾਂ ਨੈਬੂਲਾਈਜ਼ ਕੀਤਾ ਹੋਵੇ ਜਾਂ ਕੋਈ ਖਾਸ ਕੋਈ ਮੈਡੀਸਨ ਦਿੱਤੀ ਹੋਵੇ। ਉਸ ਟਾਈਮ ਬਸ ਕਹਿ ਲਓ ਕਿ ਇੱਕ ਰੱਬ ਹੁੰਦਾ ਨਾ ਵੀ ਮਿਲ ਜਾਂਦਾ ਹੈ, ਉਹ ਵਾਲੀ ਗੱਲ ਹੋਈ ਹੈ ਮੇਰੇ ਵਾਸਤੇ ਤਾਂ। ਇੱਕੋ ਹੀ ਗੱਲ ਕਹਿ ਸਕਦੇ ਹਾਂ ਵੀ ਡਾਕਟਰ ਸਾਹਿਬ ਦੇ ਰੂਪ 'ਚ ਸਾਨੂੰ ਭਗਵਾਨ ਜੀ ਦੇ ਦਰਸ਼ਨ ਹੁੰਦੇ ਆ। ਇਹ ਤੁਹਾਨੂੰ ਵੀ ਪਾਣੀ ਵਾਲੀ ਦਵਾਈ ਦਿੱਤੀ? ਨਹੀਂ ਡਾਕਟਰ ਸਾਹਿਬ, ਇਹ ਪਾਣੀ ਨਹੀਂ ਜੀ, ਅੰਮ੍ਰਿਤ ਹੈ। ਜਦੋਂ ਤੋਂ ਮੈਂ ਡਾਕਟਰ ਸਾਹਿਬ ਕੋਲ ਆਇਆ, ਇਹਨਾਂ ਦੀ ਦਵਾਈ ਮੈਂ ਵਰਤੀ ਹੈ, ਉਦੋਂ ਤੋਂ ਹੀ ਮੇਰਾ ਸਰੀਰ ਵੀ ਫੁੱਲ ਵਰਗਾ ਬਣ ਗਿਆ ਹੈ। ਬਸ ਆਪਰੇਸ਼ਨ ਡਾਕਟਰਾਂ ਨੇ ਕਹਿਤਾ ਸੀ ਜਦ ਆਪਰੇਸ਼ਨ ਹੋਵੇ, ਮਤਲਬ ਦੁਬਾਰਾ ਚੈੱਕਅਪ ਕਰਾਉਣਾ ਸੀ। ਜੋ ਗਰੀਸ ਵਗੈਰਾ ਕਹਿੰਦੇ ਘਟ ਜਾਂਦੀ ਹੈ ਗੋਡਿਆਂ ਦੀ, ਤਾਂ ਦਿੱਕਤ ਸੀ ਇਹਦਾ ਕਾਫੀ ਜ਼ਿਆਦਾ। ਜਦੋਂ ਆਪਾਂ ਦਵਾਈ ਸ਼ੁਰੂ ਕੀਤੀ ਹੈ, 1 ਮਹੀਨੇ ਦੇ ਵਿੱਚ ਉਹਨਾਂ ਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਜੀ। ਅਤੇ 2 ਨੰਬਰ ਦਾ ਚਸ਼ਮਾ ਸੀ ਉਹਨਾਂ ਦੇ ਲੱਗਿਆ ਹੋਇਆ। ਉਹਨਾਂ ਦਾ ਕੱਲ੍ਹ ਮੈਂ ਟੈਸਟ ਕਰਵਾਇਆ, ਕਾਫੀ ਸਮੇਂ ਤੋਂ ਉਹਨਾਂ ਦੀ ਮੈਂ ਦਵਾਈ ਅੱਖਾਂ 'ਚ ਪਾ ਰਿਹਾ ਸੀ, ਡਾਕਟਰ ਸਾਹਿਬ ਦੀ ਇੱਕ ਦਵਾਈ ਹੈ, ਅਤੇ ਉਹਨਾਂ ਦਾ 1 ਨੰਬਰ ਘਟ ਗਿਆ ਚਸ਼ਮੇ ਦਾ। ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ। ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ, ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ। ਇਹ ਜਿਹੜਾ ਪੱਤਾ ਹੈ ਬੜਾ ਕਰਾਮਾਤੀ ਪੱਤਾ ਅਸੀਂ ਇਹਨੂੰ ਕਹਿ ਲਈਏ, ਅਤੇ ਤੁਸੀਂ ਅਕਸਰ ਇਹਨਾਂ ਨੂੰ, ਇਸ ਬੂਟੇ ਨੂੰ ਕਲਰਾਂ ਦੇ ਵਿੱਚ ਜਾਂ ਬੇਆਬਾਦ ਜ਼ਮੀਨਾਂ ਦੇ ਵਿੱਚ ਪਿਆ ਉੱਗਿਆ ਦੇਖਿਆ ਹੋਣਾ। ਇਹ ਅੱਕ ਹੈ ਜੀ, ਇਹ ਜਿਹੜਾ ਪੱਤਾ ਹੈ ਇਹ ਅੱਕ ਦਾ ਪੱਤਾ ਹੈ, ਅਤੇ ਜੇਕਰ ਇਸ ਦਾ ਅਸੀਂ ਕਹਿ ਲਈਏ ਕਿ ਇਹਨੂੰ ਇਸਤੇਮਾਲ ਕਰਨ ਦਾ ਸਹੀ ਢੰਗ ਸਿੱਖ ਲਈਏ, ਤਾਂ ਕਹਿਣਾ ਹੈ ਕਿ 21 ਤਰ੍ਹਾਂ ਦੀਆਂ ਬਿਮਾਰੀਆਂ ਸਰਦੀਆਂ ਦੇ ਵਿੱਚ ਜਿਹੜੀਆਂ ਆਮ ਕਰਕੇ ਹੋ ਜਾਂਦੀਆਂ ਨੇ, ਉਹਨਾਂ ਦਾ ਇਲਾਜ ਹੈ ਇਸ ਪੱਤੇ ਦੇ ਵਿੱਚ। ਹੁਣ ਤੁਸੀਂ ਸੋਚਦੇ ਹੋਵੋਗੇ ਕਿ ਅੱਕ ਤਾਂ ਬਿਲਕੁਲ ਬੌਣੇ ਕੱਦ ਦਾ ਬੂਟਾ ਹੁੰਦਾ ਹੈ, ਛੋਟੇ ਛੋਟੇ ਦੇ ਪੱਤੇ ਹੁੰਦੇ ਨੇ, ਅਤੇ ਇਹ ਮੇਰੇ ਤੋਂ ਵੀ ਉੱਚਾ ਕਿਵੇਂ ਆ? ਇਹ ਲਗਭਗ 6.5-7 ਫੁੱਟ ਦਾ ਜਿਹੜਾ ਇਹ ਅੱਕ ਹੈਗਾ, ਅਤੇ ਬੜਾ ਰੇਅਰ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਕਿਸੇ ਪਾਸੇ ਮਿਲਦਾ। ਸਾਨੂੰ ਜਿਵੇਂ ਹੀ ਪਤਾ ਮਿਲਿਆ ਤਾਂ ਅਸੀਂ ਇਸ ਬਾਬਤ ਵੀਡੀਓ ਬਣਾਉਣੀ, ਤੁਹਾਡੇ ਤੱਕ ਪਹੁੰਚਾਉਣੀ ਬਹੁਤ ਜ਼ਰੂਰੀ ਸਮਝੀ। ਪਰ ਇਸ ਸਾਰੀਆਂ ਚੀਜ਼ਾਂ ਤੋਂ
ਸਾਡੇ ਕੋਲ ਅੱਜ ਅਸੀਂ ਤੁਹਾਡੀ ਇੱਕ ਅਜਿਹੀ ਸ਼ਖਸੀਅਤ ਨਾਲ ਮਿਲਵਾਉਣ ਜਾ ਰਹੇ ਹਾਂ, ਡਾਕਟਰ ਰਜਿੰਦਰ ਸਿੰਘ ਔਲਖ ਹੋਰਾਂ ਨਾਲ, ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਜਿਉਂਦੇ ਜਿਉਂਦੇ ਇਸਤੇਮਾਲ ਕਰਕੇ ਇਹਨਾਂ 'ਚੋਂ ਦਵਾਈਆਂ ਬਣਾ ਕੇ ਲੋਕਾਂ ਦਾ ਇਸ ਵੇਲੇ ਹਜ਼ਾਰਾਂ ਲੋਕਾਂ ਦਾ ਭਲਾ ਕਰ ਚੁੱਕੇ ਨੇ। ਸਾਡੇ ਨਾਲ ਨੇ ਡਾਕਟਰ ਰਜਿੰਦਰ ਸਿੰਘ ਔਲਖ ਜੀ, ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ, ਸਮਝਣ ਦੀ ਕੋਸ਼ਿਸ਼ ਕਰਾਂਗੇ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਹਕੀਕਤ ਟੀਵੀ ਪੰਜਾਬੀ ਸਤਿ ਸ਼੍ਰੀ ਅਕਾਲ ਜੀ ਮੇਰੀ ਸਾਰਿਆਂ ਨੂੰ। ਅੱਛਾ ਡਾਕਟਰ ਸਾਹਿਬ, ਤੁਸੀਂ ਬੜਾ ਰੇਅਰ ਕਿਸਮ ਦਾ ਜਿਹੜਾ ਇਹ ਲਗਾਇਆ ਹੈਗਾ ਅੱਕ, ਇਹ ਅੱਕ ਤਾਂ ਜੀ ਬੜਾ ਛੋਟਾ ਹੁੰਦਾ ਹੈ ਔਰ ਤੁਸੀਂ ਕਹਿੰਦੇ ਹੋ ਕਿ ਚਮਤਕਾਰੀ ਬੂਟਾ ਹੈ ਜੀ ਇਹ। ਚਮਤਕਾਰੀ ਬੂਟਾ ਮੰਨਿਆ ਜਾ ਸਕਦਾ ਜੀ। ਇਹਨੂੰ ਤੁਸੀਂ ਅਗਰ ਗੂਗਲ ਤੇ ਵੀ ਸਰਚ ਕਰੋ ਨਾ, ਤੇ ਸਫੈਦ ਅੱਕ ਹੈ, ਬਹੁਤ ਰੇਅਰ ਪਲਾਂਟ ਆ, ਤੇ ਇਹਨੂੰ ਈਵਨ ਪੂਜਿਆ ਜਾਂਦਾ। ਇਹਨੂੰ ਪੂਜਿਆ ਜਾਂਦਾ ਔਰ ਇਹਦੀ ਜੜ ਨੂੰ ਦੇਵੀ ਦੇਵਤਿਆਂ ਦੇ ਨਾਲ ਇਹਨੂੰ ਮਤਲਬ ਦੇ ਤੌਰ ਤੇ ਮੰਨਿਆ ਜਾਂਦਾ। ਲੋਕ ਇਹਨੂੰ ਉਹਦੀ ਤਿਜੋਰੀ 'ਚ ਰੱਖਦੇ ਆ। ਤਿਜੋਰੀ 'ਚ ਫਿਰ ਤੁਸੀਂ ਤਾਂ ਸ਼ਰੇਆਮ ਲਾਇਆ ਇੱਥੇ। ਹਾਂਜੀ ਹਾਂਜੀ, ਮੈਂ ਲਾਇਆ, ਮੈਂ ਇਹਦਾ ਗੁਣਾ ਕਰਕੇ ਲਾਇਆ ਜੀ, ਕਿਉਂਕਿ ਇਹਦੇ ਵਿੱਚ ਬਹੁਤ ਤਰ੍ਹਾਂ ਦੇ ਗੁਣ ਨੇ। ਜਿਵੇਂ ਤੁਸੀਂ ਦੱਸਿਆ ਵੀ 21 ਤਰ੍ਹਾਂ ਦੀਆਂ ਬਿਮਾਰੀਆਂ ਠੀਕ ਕਰ ਸਕਦਾ, ਇਹ ਵਾਕਈ ਕਰ ਸਕਦਾ ਜੀ। ਗੱਲ ਹੈ ਬਸ ਜਸਟ ਸਮਝ ਦੀ, ਤੇ ਅਸੀਂ ਇਹਦਾ ਯੂਜ਼ ਕਿਵੇਂ ਕਰਨਾ, ਗੱਲ ਉਸ ਤੇ ਡਿਪੈਂਡ ਕਰਦੀ ਹੈ। ਕਿਵੇਂ ਯੂਜ਼ ਕਿਵੇਂ ਕਰਨਾ ਜੀ? ਯੂਜ਼ ਇਸ ਤਰ੍ਹਾਂ ਜੀ ਵੀ ਮੈਂ ਇਸ ਤੋਂ ਇਲਾਵਾ ਮੇਰੀ ਜੜੀ ਬੂਟੀਆਂ ਤੇ ਰਿਸਰਚ ਆ ਹੁੰਦੀ 22 ਸਾਲ 25 ਸਾਲ ਮੈਨੂੰ ਲਗਭਗ ਹੋ ਗਏ ਜੜੀ ਬੂਟੀਆਂ ਤੇ ਰਿਸਰਚ ਨੇ। ਤੇ ਮੈਂ ਸਾਰੇ ਪੌਦਿਆਂ ਤੋਂ એનર્ਜੀ ਕਲੈਕਟ ਕਰਦਾ ਜੀ। ਇਹ ਤੁਸੀਂ ਦੇਖੋ ਵੀ ਇਹ ਜਿਹੜਾ ਅੱਕ ਤੁਸੀਂ ਦੇਖ ਰਹੇ ਹੋ ਜੀ, ਇਹ ਤੁਸੀਂ ਅੱਕ ਇਸ ਤਰ੍ਹਾਂ ਦੇ ਤੁਸੀਂ ਪੱਤੇ ਹੀ ਨਹੀਂ ਦੇਖੇ ਹੋਣੇ। ਪਹਿਲੀ ਗੱਲ, ਏਡੇ ਵੱਡੇ ਵੱਡੇ ਐਡੇ ਪੱਤੇ ਨਹੀਂ ਦੇਖੇ ਹੋਣੇ। ਇਹਦਾ ਰੰਗ ਦੇਖੋ ਪੱਤੇ ਦਾ, ਤੁਸੀਂ ਦੇਖੋ ਵੀ ਗ੍ਰੀਨਿਸ਼ ਕਲਰ ਦੇ ਤੌਰ ਤੇ ਇਹਦੀ ਜਿਹੜੀ ਅੱਕ ਦੀ ਜੜ ਹੁੰਦੀ ਆ, ਇਹ ਜੜ ਦੇਖੋ ਇਹਦੀ ਬੜੀ ਡੂੰਘੀ ਜੜ ਹੁੰਦੀ ਹੈ ਜੀ ਇਹਦੀ। ਜੇ ਤੁਸੀਂ ਚਾਹੋ ਤਾਂ ਇਹਨੂੰ ਜਲਦੀ ਪੁੱਟ ਨਹੀਂ ਸਕਦੇ। ਅੱਛਾ ਜੀ। ਹਾਂਜੀ ਹਾਂਜੀ। ਤੇ ਇਸ ਤੋਂ ਇਲਾਵਾ ਇਹ ਸਰਦੀ ਦੇ ਵਿੱਚ, ਜਿਵੇਂ ਹੁਣ ਸਰਦੀ ਆ ਰਹੀ ਹੈ ਜੀ, ਤਾਂ ਸਰਦੀ ਦੇ ਵਿੱਚ ਬਹੁਤ ਕੰਮ ਦਾ ਬੂਟਾ ਜੀ ਇਹ। ਜੋੜਾਂ ਦੇ ਦਰਦ, ਇਸ ਤੋਂ ਇਲਾਵਾ ਅਸਥਮਾ ਹੋ ਗਿਆ। ਪੁਰਾਣੇ ਸਮੇਂ 'ਚ ਇਹਨੂੰ ਸਨੇਕ ਬਾਈਟ, ਸੱਪ ਦੇ ਕੱਟੇ ਦੇ ਵਿੱਚ ਯੂਜ਼, ਜ਼ਹਿਰਾਂ ਦੀ ਕਾਟ ਲਈ ਇਹਨੂੰ ਵਰਤਿਆ ਜਾਂਦਾ ਸੀ। ਜਿੱਥੇ ਕਿਤੇ ਵੀ ਸੋਜ ਆ ਸਰੀਰ ਦੇ ਵਿੱਚ, ਉੱਥੇ ਇਹਨੇ ਕੰਮ ਕਰਨਾ ਜੀ। ਔਰ ਕਿਸੇ ਵੀ ਤਰ੍ਹਾਂ ਦੀ ਸੋਜ ਆ, ਚਾਹੇ ਪੁਰਾਣੀ ਸੱਟ ਦੀ ਸੋਜ ਆ, ਚਾਹੇ ਉਹ ਕਿਸੇ ਬਿਮਾਰੀ ਕਰਕੇ ਸੋਜ ਆ, ਇਹ ਸਾਰੇ ਉੱਥੇ ਕੰਮ ਕਰਦਾ। ਪਰ ਡਾਕਟਰ ਸਾਹਿਬ ਤੁਸੀਂ ਇੱਥੇ ਲਗਾਇਆ ਹੈ, ਤੇ ਇਹ ਤਾਂ ਕਹਿੰਦੇ ਵੀ ਜਿੱਥੇ ਲਗਾ ਲਈਏ, ਸਾਡੇ ਛੋਟੇ ਹੁੰਦੇ ਸੀ ਜਦੋਂ ਅਸੀਂ ਖੇਡ ਮੈਦਾਨ ਦੇ ਵਿੱਚ ਅਕਸਰ ਇਹ ਅੱਕ ਹੁਣ ਵੀ ਮਿਲ ਜਾਂਦਾ ਹੈ। ਤੇ ਸਾਡੇ ਘਰ ਦੇ ਸਾਨੂੰ ਇਹ ਗੱਲ ਕਹਿੰਦੇ ਸੀ ਵੀ ਇਹਨੂੰ ਅੱਕ ਨੂੰ ਤੁਸੀਂ ਹੱਥ ਵੀ ਨਹੀਂ ਲਾਉਣਾ, ਬੜਾ ਜ਼ਹਿਰੀਲਾ ਹੈ। ਤੇ ਜੇ ਇਹਨੂੰ ਤੋੜਦੇ ਸੀ ਜਿਹਦੇ ਵਿੱਚੋਂ ਜਿਹੜਾ ਸਫੈਦ ਰੰਗ ਦਾ ਇਹ ਲਿਕੁਇਡ ਵੀ ਨਿਕਲਦਾ ਸੀ। ਬਿਲਕੁਲ ਜੀ। ਇਹ ਹੁਣ ਤੁਸੀਂ ਤੋੜਾਂਗੇ ਤਾਂ ਸਫੈਦ ਰੰਗ ਦਾ ਲਿਕੁਇਡ ਦੇਖੋ, ਇਹ ਸਫੈਦ ਰੰਗ ਦਾ ਲਿਕੁਇਡ ਹੁਣ ਵੀ ਨਿਕਲੇਗਾ, ਆ ਤੁਹਾਡੇ ਸਾਹਮਣੇ ਨਿਕਲ ਰਿਹਾ। ਇਹ ਬਹੁਤ ਜ਼ਹਿਰੀਲਾ ਜੀ, ਇਹ ਵਾਕਈ ਬਹੁਤ ਜ਼ਹਿਰੀਲਾ। ਪਰ ਇਹਨੂੰ ਆਪਾਂ ਡਿਪੈਂਡ ਕਰਦਾ ਵੀ ਆਪਾਂ ਇਹਨੂੰ ਯੂਜ਼ ਕਿਵੇਂ ਕਰਨਾ। ਅੱਛਾ। ਉਹ ਯੂਜ਼ ਕਰਨ ਦੇ ਮੈਥਡ ਨਾਲ ਅਸੀਂ ਦੇਖੋ ਜ਼ਹਿਰ ਨੂੰ ਅੰਮ੍ਰਿਤ ਬਣਾ ਸਕਦੇ ਹਾਂ। ਅੱਛਾ। ਤਾਂ ਇਹ ਆਪਾਂ ਇਹਨੂੰ ਅੰਮ੍ਰਿਤ ਕਿਵੇਂ ਯੂਜ਼ ਕਰਨਾ, ਉਹ ਉਸ ਤੇ ਡਿਪੈਂਡ ਕਰਦਾ ਦਵਾਈਆਂ ਬਣਾਉਣ ਦੇ ਪ੍ਰੋਸੈਸ ਤੇ। ਜੀ ਜੀ ਜੀ। ਤੇ ਇਹ ਫੁੱਲ ਵੀ ਬੜੇ ਅਲੱਗ ਕਿਸਮ ਦੇ ਨੇ ਜੀ। ਫੁੱਲ ਇਹਦੇ ਦੇਖੋ, ਮੈਂ ਤੁਹਾਨੂੰ ਦੱਸਿਆ ਵੀ ਇਹ ਬੜਾ ਰੇਅਰ ਹੈ ਜੀ। ਇਹ ਦੇਖੋ ਤੁਸੀਂ ਇਹਦੇ ਫੁੱਲ ਦੇਖੋ, ਇਸ ਤਰ੍ਹਾਂ ਦੇ ਇਹਦੇ ਵਾਈਟ ਕਲਰ ਦੇ ਫੁੱਲ ਹੁੰਦੇ ਨੇ। ਇਹਨੂੰ ਅੰਬੀ ਨਹੀਂ ਲੱਗਦੀ, ਇਹਨੂੰ ਅੰਬੀ ਨਹੀਂ ਲੱਗਦੀ, ਇਹਨੂੰ ਅੰਬੀ ਨਹੀਂ ਲੱਗਦੀ। ਦੇਖੋ ਇਹਨੂੰ ਸਿਰਫ ਫੁੱਲ ਲੱਗਦੇ, ਫੁੱਲ ਤੋਂ ਹੀ ਬੂਟਾ ਪੈਦਾ ਹੁੰਦਾ। ਦੂਸਰਾ ਅੱਕ ਹੁੰਦਾ, ਉਹਨੂੰ ਅੰਬ ਲੱਗਦੇ ਆ ਤੇ ਉੱਥੋਂ ਉਹ ਪੈਦਾ ਹੁੰਦਾ। ਤੇ ਛੋਟੇ ਛੋਟੇ ਜਿਹਨੂੰ ਅੰਬੀਆਂ ਜੀ, ਅੰਬੀ ਸਟਾਈਲ ਦੇ ਵਿੱਚ, ਹਾਂ, ਉਹ ਇਸ ਨੂੰ ਨਹੀਂ ਲੱਗਦੀਆਂ। ਇਹਨੂੰ ਸਿਰਫ ਫੁੱਲ ਲੱਗਦੇ ਆ ਜੀ। ਇਹਨੂੰ ਆ ਵਾਈਟ ਕਲਰ ਦੇ ਜਿਹੜੇ ਫੁੱਲ ਦੇਖ ਰਹੇ, ਇਸੇ ਤੋਂ ਹੀ ਇਹ ਆਪਦਾ ਵਾਧਾ ਵਿਕਾਸ ਕਰਦਾ। ਅੱਛਾ ਡਾਕਟਰ ਸਾਹਿਬ, ਇਹ ਜਿਹੜੇ ਤੁਸੀਂ ਪੱਤੇ ਕਹਿ ਰਹੇ ਵੀ ਪੱਤੇ ਬੜੇ ਗੁਣਕਾਰੀ ਪੱਤੇ ਨੇ, ਬੜੇ ਚਮਤਕਾਰੀ ਨੇ, ਤੇ ਫਿਰ ਇਹਨਾਂ ਨੂੰ ਤੁਸੀਂ ਕਿਵੇਂ ਯੂਜ਼ 'ਚ ਕਿਵੇਂ ਲੈ ਕੇ ਆਉਣੇ ਹੋ? ਇਹ ਤਾਂ ਬੜਾ ਜ਼ਹਿਰੀਲਾ ਹੈ ਜੀ, ਸਿੱਧਾ ਤਾਂ ਅਸੀਂ ਕਿਸੇ ਯੂਜ਼ 'ਚ ਜੀ। ਇਹ ਇਸ ਤਰ੍ਹਾਂ ਜੀ ਵੀ ਜਿਹੜੀ ਮੈਂ ਪੈਥੀ ਨੂੰ ਫੋਲੋ ਕਰਦਾ, ਉਹਦਾ ਨਾਂ ਜੀ ਇਲੈਕਟ੍ਰੋ ਹੋਮਿਓਪੈਥੀ। ਜਿਹੜੇ ਇਲੈਕਟ੍ਰੋ ਹੋਮਿਓਪੈਥੀ ਦੇ ਫਾਊਂਡਰ ਸੀ ਡਾਕਟਰ ਕਾਉਂਟ ਸੀਜ਼ਰ ਮੈਟੀ, ਉਹਨਾਂ ਨੇ ਸਾਨੂੰ ਇੱਕ ਨਵਾਂ ਵਿਗਿਆਨ ਦਿੱਤਾ, ਉਹਨਾਂ ਨੇ ਰਿਸਰਚ ਕੀਤੀ, ਉਹਦਾ ਨਾਮ ਰੱਖਿਆ ਇਲੈਕਟ੍ਰੋ ਹੋਮਿਓਪੈਥੀ। ਇਹ ਮਤਲਬ ਕੀ ਹੈ ਇਲੈਕਟ੍ਰੋ ਹੋਮਿਓਪੈਥੀ? ਇਹ એનર્ਜੀ ਮੈਡੀਸਨ ਹੈ ਜੀ। ਪੌਦਿਆਂ ਤੋਂ એનર્ਜੀ ਮੈਡੀਸਨ ਕਲੈਕਟ ਕਰਕੇ ਉਹਨਾਂ ਨੂੰ ਠੀਕ ਰੋਗਾਂ ਨੂੰ ਠੀਕ ਕਰਨ ਦੀ ਜਿਹੜਾ ਸਿਸਟਮ ਹੈ, ਠੀਕ ਹੈ ਜੀ। ਤੇ ਜਦੋਂ ਅਸੀਂ ਇਹ ਉਸ ਸਿਸਟਮ ਨਾਲ ਇਸ ਪਲਾਂਟਸ ਤੋਂ ਦਵਾਈਆਂ ਇਹਨਾਂ ਤੋਂ ਬਣਾਉਣੇ ਆ, ਚਾਹੇ ਉਹ ਜ਼ਹਿਰੀਲਾ ਹੋਵੇ ਚਾਹੇ ਨਾ ਹੋਵੇ, ਤਾਂ ਉਹ ਅੰਮ੍ਰਿਤ ਦੀ ਤਰ੍ਹਾਂ ਕੰਮ ਕਰਦੇ ਨੇ। ਉਹਦਾ ਬਾਡੀ ਦੇ ਉੱਪਰ ਕੋਈ ਸਾਈਡ ਇਫੈਕਟ ਨਹੀਂ ਹੁੰਦਾ। ਤੇ ਫਿਰ ਜਿਹੜਾ ਇਹ ਹੈਗਾ, ਤੁਸੀਂ ਦੱਸ ਰਹੇ ਹੋ ਕਿ ਜੋੜਾਂ ਦੇ ਦਰਦ ਦੇ ਵਿੱਚ ਬੜੀ ਆਸਾਨੀ ਨਾਲ ਇਹਨੂੰ ਠੀਕ ਕੀਤੇ ਜਾ ਸਕਦੇ ਨੇ ਇਹਨਾਂ ਦੇ ਪੱਤਿਆਂ ਦੇ ਨਾਲ। ਤੇ ਫਿਰ ਤੁਸੀਂ ਸਿੱਧੇ ਹੀ ਡਾਇਰੈਕਟ ਪੱਤੇ ਯੂਜ਼ ਕਰਦੇ ਹੋ? ਕਿਵੇਂ ਤੁਹਾਡਾ ਕੀ ਢੰਗ? ਇਹਦਾ ਇੱਕ ਪੂਰਾ ਪ੍ਰੋਸੈਸ ਹੈ ਜੀ। ਕਿਸੇ ਵੀ ਅਸੀਂ ਜਦੋਂ ਪਲਾਂਟਸ ਤੋਂ ਦਵਾਈ ਬਣਾਉਣੇ ਆ ਜੀ,
ਤਾਂ ਉਹ ਲਗਭਗ 30 ਤੋਂ 40 ਦਿਨ ਲੱਗ ਜਾਂਦੇ ਆ। ਇਹ ਨਹੀਂਗਾ ਵੀ ਆਪਾਂ ਇਹਨੂੰ ਪੱਤਾ ਤੋੜਿਆ ਤੇ ਤੁਹਾਨੂੰ ਦਵਾਈ ਦੇਤੀ ਜਾਂ ਉਹਨੂੰ ਉਹਦਾ ਕੋਈ ਘੋਲ ਬਣਾ ਲਿਆ ਜਾਂ ਉਹਦਾ ਰਸ ਕੱਢ ਲਿਆ ਜਾਂ ਉਹਨੂੰ ਚੂਰਨ ਬਣਾਤਾ, ਇਸ ਤਰ੍ਹਾਂ ਦਾ ਕੁਝ ਨਹੀਂ ਹੈ। ਇਹਦਾ ਇੱਕ ਪੂਰਾ ਪ੍ਰੋਸੈਸ ਆ, ਉਹਨੂੰ ਕੋਹੋਬੇਸ਼ਨ ਮੈਥਡ ਬੋਲਦੇ ਆ। ਤਾਂ ਕੋਹੋਬੇਸ਼ਨ ਨਾਲ ਮੇਰੀ ਆਪਣੀ ਛੋਟੀ ਜਿਹੀ ਲੈਬ ਆ, ਤੁਹਾਨੂੰ ਅੰਦਰ ਤੁਸੀਂ ਦਿਖਾਊਂਗਾ। ਅੱਛਾ, ਨਾਲ ਦੇ ਨਾਲ ਲਾਈਵ ਤਿਆਰ ਕਰਦੇ? ਹਾਂ, ਲਾਈਵ ਤਿਆਰ ਕਰਦੇ ਹਾਂ ਜੀ ਅਸੀਂ, ਦਵਾਈਆਂ ਲਾਈਵ ਤਿਆਰ ਕਰਦੇ ਹਾਂ। ਇਹਦੇ ਵਿੱਚ ਅਸੀਂ ਪੌਦੇ ਨੂੰ ਇੱਕ ਪੂਰਾ ਮਾਈਂਡ ਬੋਡੀ ਐਂਡ ਸੋਲ ਮੰਨਦੇ ਆ ਵੀ ਉਹ ਇੱਕ ਪੂਰਾ ਉਹਦੇ ਵਿੱਚ ਮਾਈਂਡ ਵੀ ਆ, ਉਹਦਾ ਬੋਡੀ ਵੀ, ਉਹਦੀ ਸੋਲ ਵੀ ਹੈ। ਤੇ ਆਹ ਬੜਾ ਸੋਹਣਾ ਲਾਇਆ ਜੀ, ਇਹ ਕਿਹੜਾ ਬੂਟਾ? ਇਹ ਕੁੱਕੜ ਕਲਗੀ ਕਹਿੰਦੇ ਆ ਜੀ ਇਹਨੂੰ ਪੰਜਾਬੀ 'ਚ। ਅੱਛਾ, ਕੁੱਕੜ ਕਲ, ਇਹ ਬੜਾ ਅਸੀਂ ਪਹਿਲਾਂ ਬਹੁਤ ਆਮ ਦੇਖੇ ਜਾਂਦੇ ਸੀ, ਪਰ ਅੱਜ ਕੱਲ ਆਮ ਨਹੀਂ ਮਿਲਦੇ ਜੀ। ਹਾਂਜੀ ਹਾਂਜੀ, ਇਹ ਅੱਜ ਕੱਲ ਬਸ ਜਿਵੇਂ ਜਿਵੇਂ ਨਵੇਂ ਇੰਪੋਰਟਡ ਪਲਾਂਟਸ ਆਉਂਦੇ ਆ, ਲੋਕੀ ਪੁਰਾਣਿਆਂ ਨੂੰ ਛੱਡਦੇ ਜਾਂਦੇ ਕਈ ਵਾਰੀ। ਕੁੱਕੜ ਕਲਗੀ ਵੀ ਕੋਈ ਕੰਮ ਕਰਦੇ ਜੀ? ਹਾਂਜੀ ਹਾਂਜੀ, ਬਿਲਕੁਲ, ਇਹਦਾ ਵੀ ਅਸਰ ਹੈ ਜੀ। ਕੀ ਕਰਦੇ ਜੀ? ਇਹਦਾ ਪੇਟ ਦੇ ਰੋਗਾਂ ਤੇ ਅਸਰ ਹੈ ਜੀ। ਮਤਲਬ ਨਾਮ ਕੁੱਕੜ ਕਲਗੀ ਬੂਟਾ ਤੇ ਅਸਰ ਪੇਟ ਦੇ ਉੱਤੇ। ਉਸ ਤੋਂ ਇਲਾਵਾ ਨਰਵਸ ਸਿਸਟਮ ਦੇ ਉੱਪਰ ਵੀ ਇਹਦਾ ਇਫੈਕਟ ਹੈ ਜੀ। ਇਸ ਕਰਕੇ ਅਲੱਗ-ਅਲੱਗ ਜਿਹੜੇ ਹੈਗੇ ਨੇ ਜਿੰਨੇ ਵੀ ਬੂਟੇ, ਕਿਸੇ ਨਾ ਕੋਈ ਫੰਕਸ਼ਨ ਹੈਗਾ ਕਿਸੇ ਨਾ ਕਿਸੇ ਸਿਸਟਮ ਦੇ ਉੱਪਰ। ਜੀ। ਸੋ ਇਹ ਤੁਹਾਨੂੰ ਅਸੀਂ ਦਿਖਾ ਦਿੰਦੇ ਹਾਂ ਤਸਵੀਰਾਂ। ਮੈਟੀ ਇਲੈਕਟ੍ਰੋ ਹੋਮਿਓਪੈਥੀ ਹਸਪੀਟਲ ਹੈਗਾ ਇਹ, ਜਿਹੜਾ ਪੰਜਾਬ ਦੇ ਵਿੱਚ ਆਪਣੇ ਇੱਕੋ ਹੀ ਏਅਰਪੋਰਟ ਆ, ਮੋਹਾਲੀ ਵਾਲਾ ਏਅਰਪੋਰਟ ਤੇ ਚੌਂਕ ਦੇ ਵਿੱਚ। ਜੇਕਰ ਤੁਸੀਂ ਆਓ ਕਦੇ ਤਾਂ ਇਸ ਥਾਂ ਦੇ ਉੱਤੇ ਵਿਜ਼ਿਟ ਤੁਸੀਂ ਜ਼ਰੂਰ ਕਰਕੇ ਜਾਓ। ਬੜੀ ਇੰਪੋਰਟੈਂਟ ਥਾਂ ਹੈ ਜਿਹੜੀ ਇਹ ਹੈਗੀ ਹੈ, ਔਰ ਬਹੁਤ ਅਲੱਗ ਕਿਸਮ ਦੀ ਜਿਹੜੀ ਤੁਹਾਨੂੰ ਜਾਣਕਾਰੀ ਹੈ ਡਾਕਟਰ ਸਾਹਿਬ ਤੋਂ ਇੱਥੇ ਮਿਲਣੀ ਹੈ। ਡਾਕਟਰ ਸਾਹਿਬ, ਅੱਛੀ ਗੱਲ ਹੋਰ ਦੱਸੋ ਕਿ ਰਿਸਰਚ ਸੈਂਟਰ ਬਣਾਉਣ ਦਾ ਤੁਹਾਡਾ ਪਰਪਸ ਕੀ ਹੈਗਾ, ਮਕਸਦ ਕੀ ਹੈਗਾ? ਮਕਸਦ ਇਹ ਹੈ ਜੀ ਵੀ ਦੇਖੋ, ਮੈਂ ਨੇਚਰ ਨਾਲ ਜੁੜਿਆ ਹੋਇਆ ਬੰਦਾ, ਮੈਂ ਸ਼ੁਰੂ ਤੋਂ ਹੀ ਨੇਚਰ ਨਾਲ ਜੁੜਿਆ ਹੋਇਆ ਸੀ। ਮੈਂ ਜਦੋਂ ਮੈਨੂੰ ਇਸ ਗੱਲ ਦੀ ਸੋਝੀ ਨਹੀਂ ਸੀ ਤਾਂ ਮੇਰਾ ਪੇੜ ਪੌਦਿਆਂ ਨਾਲ ਉਦੋਂ ਦਾ ਹੀ ਵਾਸਤਾ, ਤਾਂ ਮੈਂ ਆਪਣੇ ਹਿਸਾਬ ਨਾਲ ਰਿਸਰਚ ਕਰਦਾ ਸੀ ਉਦੋਂ, ਪਰ ਮੈਨੂੰ ਉਦੋਂ ਇਹਦਾ ਨਹੀਂ ਪਤਾ ਸੀ। ਪਰ ਮੈਂ ਜਦੋਂ ਇਸ ਲਾਈਨ 'ਚ ਆਇਆ, ਡਾਕਟਰੀ 'ਚ ਆਇਆ, ਪਿੰਡ ਦੇ ਵਿੱਚ ਤਾਂ ਤੁਹਾਨੂੰ ਕਹਿੰਦੇ ਸੀ ਵੀ ਇਹ ਸਾਰੇ ਦਿਹਾੜੀ ਜੀ ਪੱਤਿਆਂ ਪੁੱਤਿਆਂ ਨਾਲ ਹੀ ਮਗਜ਼ ਖਪਾਈ ਕਰੀ ਜਾਂਦੇ। ਜਦੋਂ ਮੈਂ 8ਵੀਂ 9ਵੀਂ 'ਚ ਪੜ੍ਹਦਾ ਸੀ ਤਾਂ ਮੈਂ ਕਦੇ ਪੱਤਾ ਕਿਸੇ ਦਾ ਤੋੜ ਲਿਆ, ਕੋਈ ਸੁੰਘ ਲਿਆ ਤੇ ਕੋਈ ਲਗਾ ਲਿਆ ਕਿਤੇ, ਤਾਂ ਮੈਂ ਇਸ ਤਰ੍ਹਾਂ ਦਾ ਕਰਦਾ ਸੀ। ਤਾਂ ਮੈਨੂੰ ਵੇਖ ਕੇ ਕਈ ਵਾਰ ਕਹਿੰਦੇ ਸੀ ਵੀ ਇਹ ਪਤਾ ਨਹੀਂ ਕੀ ਹੈ, ਪਾਗਲਪੰਥੀ ਕਰਦਾ ਪਿਆ। ਤਾਂ ਉਹ ਮੈਨੂੰ ਨਹੀਂ ਸੀ ਪਤਾ ਵੀ ਅੱਗੇ ਇਸੇ ਨੇ ਮੈਨੂੰ ਅੱਗੇ ਲੈ ਕੇ ਜਾਣਾ ਔਰ ਇਸੇ ਤੇ ਮੈਂ ਕੰਮ ਕਰਨਾ ਆਪਣੀ ਲਾਈਫ 'ਚ। ਤੇ ਕਿੰਨੇ ਕੁ ਡਾਕਟਰ ਨੇ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਨੇ ਪੰਜਾਬ ਦੇ ਵਿੱਚੋਂ? ਬਹੁਤ। ਪੰਜਾਬ ਦੀ ਤੁਸੀਂ ਗੱਲ ਕਰੋ, ਪੰਜਾਬ 'ਚ ਮੇਰੇ ਨਾਲ ਵੀ ਸੈਂਕੜੇ ਡਾਕਟਰ ਜੁੜੇ ਆ, ਪਰ ਮੇਰੇ ਆਲ ਇੰਡੀਆ ਡਾਕਟਰ ਜੁੜੇ ਆ ਜੀ, ਜਿਹੜੇ ਮੇਰੇ ਦੁਆਰਾ ਸਰਚ ਕੀਤੀਆਂ ਹੋਈਆਂ ਦਵਾਈਆਂ ਆਪਣੀ ਪੇਸ਼ੈਂਟਾਂ ਲਈ ਯੂਜ਼ ਕਰਦੇ। ਮਤਲਬ ਅਸੀਂ ਕਹਿ ਲਈਏ ਕਿ ਤੁਸੀਂ ਇਲੈਕਟ੍ਰੋ ਹੋਮਿਓਪੈਥੀ ਦੇ ਪੰਜਾਬ ਦੇ ਵਿੱਚ ਪਿਤਾਮਾ ਦੇ ਤੌਰ ਤੇ ਜਾਣੇ ਜਾਂਦੇ ਹੋ? ਨਹੀਂ ਜੀ, ਮੈਂ ਤਾਂ ਐ ਤਾਂ ਨਹੀਂ ਕਹੂੰਗਾ ਵੀ ਮੈਂ ਪਤਾਵਾਂ, ਪਰ ਮੈਂ ਇੱਕ ਛੋਟਾ ਜਿਹਾ ਡਾਕਟਰ ਹਾਂ। ਲੇਕਿਨ ਮੈਂ ਆਪਣੀ ਇਸ ਰਿਸਰਚ ਨੂੰ ਪੂਰਾ 100% ਦੇ ਰਿਹਾ ਜੀ। ਮੈਂ ਕਹਿੰਦਾ ਵੀ ਇਹ ਸਾਇੰਸ ਅੱਗੇ ਆਉਣੀ ਚਾਹੀਦੀ ਆ, ਜੋ ਨੈਚੁਰਲ ਢੰਗ ਨਾਲ ਲੋਕਾਂ ਨੂੰ ਠੀਕ ਕਰਦੀ ਹੈ ਤੇ ਲੋਕ ਇਹਦੇ ਨਾਲ ਠੀਕ ਹੋ ਰਹੇ ਆ ਤੇ ਵਿਦਆਊਟ ਐਨੀ ਸਾਈਡ ਇਫੈਕਟ ਵੀ ਲੋਕਾਂ ਨੂੰ। ਤੁਸੀਂ ਡਾਕਟਰ ਸਾਹਿਬ ਮਾਫ ਕਰਨਾ, ਤੁਹਾਨੂੰ ਮੈਂ ਵਿੱਚੋਂ ਰੋਕ ਰਿਹਾ। ਜਿਹੜੇ ਲੋਕ ਨੇ, ਸਾਡਾ ਮਾਈਂਡ ਸੈਟ ਤਾਂ ਬਣਾ ਦਿੱਤਾ ਗਿਆ ਜੀ ਕਿ ਜਦੋਂ ਤੱਕ ਅਸੀਂ ਡਿਸਪਰਿਨ ਦੀ ਗੋਲੀ ਨਾ ਖਾਈਏ ਸਾਡਾ ਸਿਰ ਦਰਦ ਨਹੀਂ ਹਟਦਾ, ਜਦੋਂ ਤੱਕ ਅਸੀਂ ਡੋਲੋ ਨਾ ਖਾਈਏ ਉਦੋਂ ਤੱਕ ਸਾਡਾ ਬੁਖਾਰ ਨਹੀਂ ਉਤਰਦਾ। ਤੇ ਫਿਰ ਇਹ ਸਾਰੀਆਂ ਤਾਕਤਾਂ, એનર્ਜੀ ਜਿਹੜੀ ਹੈ ਉਹ ਇਹਨਾਂ ਪੇੜ ਪੌਦਿਆਂ ਦੇ ਵਿੱਚ ਹੈ ਜੀ? ਬਿਲਕੁਲ ਹੈ ਜੀ, ਪੇੜ ਪੌਦਿਆਂ ਦੇ ਵਿੱਚ। ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਅਸੀਂ ਜਿਵੇਂ ਹਿਊਮਨ ਬੀਇੰਗ ਨੂੰ ਸੋਚਦੇ ਹਾਂ ਵੀ ਇੱਕ ਮਾਈਂਡ, ਬੋਡੀ ਐਂਡ ਸੋਲ ਹੈ ਜੀ, ਠੀਕ ਹੈ, ਉਵੇਂ ਅਸੀਂ ਪੇੜ ਪੌਦੇ ਨੂੰ ਵੀ ਸੇਮ ਸਮਝਦੇ ਹਾਂ, ਸੇਮ ਢੰਗ ਨਾਲ ਹੀ ਉਹਦੇ ਤੋਂ એનર્ਜੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪਹਿਲਾ ਜਿਹੜਾ ਸਾਡਾ ਪਾਰਟ ਹੁੰਦਾ ਉਹਨੂੰ ਅਸੀਂ ਸਲਫਰ ਪਾਰਟ ਬੋਲਦੇ ਹਾਂ, ਉਸ ਤੋਂ ਬਾਅਦ ਮਰਕਰੀ ਪਾਰਟ ਆ ਜਾਂਦਾ, ਫਿਰ ਸਾਲਟ ਪਾਰਟ ਆ ਜਾਂਦਾ। ਇਹ ਤਿੰਨੇ ਪਾਰਟ ਕਲੈਕਟ ਕਰਨ ਦਾ ਮਤਲਬ ਸਾਡਾ ਇਹ ਹੁੰਦਾ ਵੀ ਪੂਰੀ ਜਿਹੜੀ ਉਹਦੀ એનર્ਜੀ ਹੈ, ਮੈਡੀਸਨਲ ਪ੍ਰਾਪਰਟੀ, ਉਹ ਪੂਰੀ ਕਲੈਕਟ ਕਰ ਲਈ ਜਾਵੇ ਤਾਂ ਜੋ ਬੰਦੇ ਨੂੰ ਕੰਪਲੀਟਲੀ ਠੀਕ ਕਰ ਦੇ। ਤਾਂ ਇਸ ਤਰ੍ਹਾਂ। ਤੇ ਲੈਬ ਕਿੱਦਾਂ ਹੈ ਜੀ? ਲੈਬ ਦੇ ਵਿੱਚ ਕਿਵੇਂ ਕੰਮ ਹੁੰਦਾ? ਲੈਬ ਆਓ ਤੁਹਾਨੂੰ ਮੈਂ ਥੋੜਾ ਲਾਈਵ ਦਿਖਾਉਣਾ। ਲਾਈਵ ਦੇ ਇਹਦੇ ਵਿੱਚ ਅਸੀਂ ਕੀ ਕਰਦੇ ਹਾਂ ਵੀ ਪਲਾਂਟਸ, ਜਿਵੇਂ ਫਰਜ਼ ਕਰੋ ਕੋਈ ਫਰੈਸ਼ ਪਲਾਂਟ ਅਸੀਂ ਲੈ ਕੇ ਆਉਂਦੇ ਹਾਂ ਜੀ। ਆ ਪਿਆ ਹੈਗੀ ਜੀ, ਜਿਵੇਂ ਫਰਜ਼ ਕਰੋ ਇਹ ਪਿਆ, ਇਹ ਕੀ ਹੈ ਜੀ? ਇਹ ਕੜੀ ਪੱਤਾ ਜੀ, ਇਹ ਕੜੀ ਪੱਤਾ ਜੀ, ਜਿਹੜਾ ਅਸੀਂ ਉਹਦੇ ਵਿੱਚ ਹਾਂ ਯੂਜ਼ ਕਰਦੇ ਆ ਆਪਣੀ ਦਾਲ ਦੇ ਵਿੱਚ, ਨਾਰਮਲ ਦਾਲ ਦੇ ਵਿੱਚ। ਹਾਂ, ਇੱਥੇ ਅਸੀਂ ਇਹਨੂੰ ਸਾਡੇ ਕਈ ਤਰ੍ਹਾਂ ਦੇ ਜਿਵੇਂ ਹੇਅਰ ਆਇਲ ਦੇ ਵਿੱਚ ਯੂਜ਼ ਹੁੰਦਾ ਸਾਡੇ, ਵੀ ਲੋਕਾਂ ਦੇ ਸਮੇਂ ਤੋਂ ਪਹਿਲਾਂ ਵਾਲ ਥੋੜਾ ਜਿਹਾ ਹੋ ਜਾਂਦੇ ਆ ਆਪਦੀ ਸਮੇਂ ਤੋਂ। ਥੋੜੇ ਜਿਹੇ ਨਹੀਂ, ਅੱਜ ਕੱਲ ਤੇ ਬਹੁਤ ਜ਼ਿਆਦਾ ਹੁੰਦੇ ਨੇ ਜੀ। ਸਮੇਂ ਤੋਂ ਪਹਿਲਾਂ ਹੀ ਵਾਲ ਝੜਦੇ ਨੇ, ਸਮੇਂ ਤੋਂ ਪਹਿਲਾਂ ਹੀ ਜਿਹੜਾ ਸਫੈਦ ਵੀ ਹੋ ਜਾਂਦੇ ਤੇ ਸਮੇਂ ਤੋਂ ਪਹਿਲਾਂ ਹੀ ਗੰਜੇ ਵੀ ਹੋ ਜਾਂਦੇ ਨੇ ਲੋਕ। ਹਾਂਜੀ, ਤੇ ਅਸੀਂ ਇਹਦਾ ਹੁਣ ਸੈਂਸ ਕਲੈਕਟ ਕਰਾਂਗੇ ਅਸੀਂ। ਇਹ ਸੈਂਸ ਬਣਾਉਣ ਦਾ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ 30-40 ਦਿਨ ਦਾ ਪ੍ਰੋਸੈਸ ਹੁੰਦਾ, ਇੱਕ ਵਾਰ 'ਚ ਨਹੀਂ ਹੁੰਦਾ ਵੀ ਆਪਾਂ ਇਹਦਾ ਰਸ ਕੱਢ ਲਿਆ ਜਾਂ ਕੁਝ ਕਰ ਲਿਆ। ਇਹਦਾ ਬੜਾ ਲੰਬਾ ਪ੍ਰੋਸੈਸ ਹੁੰਦਾ, ਪਰ ਜਦੋਂ ਉਹ ਬਣ ਕੇ ਚੀਜ਼ ਆਉਂਦੀ ਹੈ ਤਾਂ ਅਲਟੀਮੇਟ ਚੀਜ਼ ਹੁੰਦੀ ਹੈ ਜਿਹੜੀ ਉਹ ਬੰਦੇ। ਇਹ ਪ੍ਰੋਸੈਸ ਜਿਹੜਾ ਬਣ ਰਿਹਾ ਜੀ ਨਹੀਂ, ਇਹ ਵਿੱਚ ਮਰਿੰਗਾ ਬਣ ਰਿਹਾ ਜੀ। ਅੱਛਾ, ਉਹ ਕੀ ਹੁੰਦਾ ਜੀ? ਮਰਿੰਗਾ ਓਲੀਫੇਰਾ, ਜਿਹਨੂੰ ਸਹੰਜਣਾ ਬੋਲਦੇ ਆ ਪੰਜਾਬੀ 'ਚ, ਜੀ, ਹਿੰਦੀ 'ਚ ਸਹਿੰਜਣ ਬੋਲ ਦਿੰਦੇ ਆ। ਤਾਂ ਉਹ ਆਪਣੇ ਆਪ 'ਚ ਇੱਕ ਸੁਪਰ ਪਲਾਂਟ ਆ, ਸੁਪਰ ਫੂਡ ਕਹਿ ਲਓ, ਸੁਪਰ ਪਲਾਂਟ ਕਹਿ ਲਓ, ਤੇ ਜਿਹੜਾ ਕਿ ਬਹੁਤ ਬਿਮਾਰੀਆਂ ਦੇ ਵਿੱਚ ਕੰਮ ਕਰਦਾ। ਜਿਹੜੀ ਕਿ ਅੱਜ ਕੱਲ੍ਹ ਆਪਾਂ ਗੱਲ ਕਰਦੇ ਮੋਟਾਪੇ ਦੀ, ਮੋਟਾਪੇ 'ਤੇ ਬਹੁਤ ਸੋਹਣਾ ਕੰਮ ਕਰਦਾ, ਸ਼ੂਗਰ 'ਤੇ ਬੜਾ
ਕੰਮ ਕਰਦਾ ਜੀ। ਬਹੁਤ ਸਾਰੀਆਂ ਸਾਡੇ ਜਿਵੇਂ ਕੈਲਸ਼ੀਅਮ ਦੀ ਡੈਫੀਸ਼ੀਐਂਸੀ ਹੈ, ਤੁਸੀਂ ਦੁੱਧ ਨਾ ਪੀਓ, ਹਫਤੇ 'ਚ ਇੱਕ ਵਾਰੀ ਉਹ ਪੀ ਲਓ ਤਾਂ ਬਹੁਤ ਵਧੀਆ। ਤਾਂ ਅੱਜ ਕੱਲ੍ਹ ਬੜਾ ਮਾੜਾ ਮਿਲ ਰਿਹਾ ਬਹੁਤ ਮਾੜਾ ਮਿਲ ਰਿਹਾ ਤਾਂ ਤੁਸੀਂ ਉਹਦੀ ਜਗ੍ਹਾ ਮਰਿੰਗਾ ਦੇ ਪੱਤੇ, ਸੈਂਜਮ ਦੇ ਪੱਤਿਆਂ ਦਾ ਸੇਵਨ ਕਰ ਸਕਦੇ ਹੋ। ਉਹਦਾ ਅਸੀਂ ਐਸੈਂਸ ਇੱਥੇ ਸਾਰੇ ਤੁਸੀਂ ਫਿਰ ਇਹ ਕਿੰਨਾ ਟਾਈਮ ਜ਼ਿੰਦਾ ਰਹਿੰਦੇ ਨੇ ਜੀ ਇਹ ਜਿਹੜੇ ਪੇੜ ਪੌਦੇ ਆਪਾਂ ਤੋੜ ਲੈਂਦੇ ਆ? ਕਿਉਂਕਿ ਇਨਸਾਨ ਦਾ ਤਾਂ ਅਸੀਂ ਪਹਿਚਾਣ ਕਰ ਲੈਂਦੇ ਆ ਕਿ ਦਿਲ ਨਹੀਂ ਚੱਲਦਾ, ਨਬਜ਼ ਨਹੀਂ ਚੱਲਦੀ ਤੇ ਇਹ ਪੂਰਾ ਹੋ ਗਿਆ, ਤੇ ਇਹਨਾਂ ਦੀ ਕੀ ਕੰਡੀਸ਼ਨ ਰਹਿੰਦੀ ਹੈ ਜੀ? ਪੇੜ ਪੌਦੇ ਕਿੰਨੇ ਕੁ ਟਾਈਮ ਜ਼ਿੰਦਾ ਰਹਿੰਦੇ ਨੇ? ਅਸੀਂ ਇਹ ਮੰਨਦੇ ਹਾਂ ਜੀ ਵੀ ਜਦੋਂ ਅਸੀਂ ਕੋਈ ਪਲਾਂਟ ਲੈ ਕੇ ਆਉਂਦੇ ਹਾਂ ਤਾਂ ਉਹ 8 ਘੰਟੇ ਲਗਭਗ ਜਿੰਦਾ ਰਹਿੰਦਾ, ਤੇ ਅਸੀਂ ਉਹਦਾ 8 ਘੰਟਿਆਂ ਦੇ ਵਿੱਚ ਪ੍ਰੋਸੈਸ ਜਿਹੜਾ ਪਹਿਲਾ ਸ਼ੁਰੂ ਕਰ ਦਿੰਦੇ ਹਾਂ ਜੀ। ਜਿਹੜਾ ਉਹਦਾ ਪਹਿਲਾ ਅਗਰ ਸ਼ੁਰੂ ਹੋ ਗਿਆ, ਉਹ ਜਿਹੜਾ ਉਹਦਾ ਮਟੀਰੀਅਲ ਬਚਿਆ ਅਸੀਂ ਫਿਰ ਉਹਨੂੰ ਨੈਕਸਟ ਅਗਲੇ ਪਾਰਟ ਵਾਸਤੇ ਰੱਖ ਦਿੰਦੇ ਹਾਂ, ਤਾਂ ਉਹ ਫਿਰ ਅਗਲਾ 10-15 ਦਿਨਾਂ ਵਿੱਚ ਤਿਆਰ ਹੁੰਦਾ। ਫਿਰ ਜਦੋਂ ਉਹਦਾ ਬਚ ਜਾਂਦਾ ਤਾਂ ਫਿਰ ਅਸੀਂ ਨੈਕਸਟ ਜਿਹੜਾ ਲਾਸਟ ਪਾਰਟ ਉਹਨੂੰ ਸਾਲਟ ਪਾਰਟ ਬੋਲਦੇ ਆ, ਤਾਂ ਫਿਰ ਉਹ ਬਣਾਉਂਦੇ ਅਸੀਂ। ਫਿਰ ਲਾਸਟ ਜਿਹੜਾ ਸਾਡਾ ਪ੍ਰੋਸੈਸ ਉਹਨਾਂ ਤਿੰਨਾਂ ਨੂੰ ਰੀਕੰਬਾਈਨ ਕਰਨਾ। ਰੀਕੰਬਾਈਨ ਕਰਨ ਤੋਂ ਬਾਅਦ ਜਿਹੜੀ ਦਵਾਈ ਅਸਲੀ ਬਣਦੀ ਹੈ, ਫਿਰ ਉਹ ਤੁਸੀਂ ਜਿਹੜੀ ਦਵਾਈ ਕਿਸੇ ਵੀ ਰੋਗ ਵਾਸਤੇ ਦਿੰਦੇ ਹੋ ਫਿਰ ਉਹ ਰਾਮਬਾਣ ਹੁੰਦੀ ਹੈ ਜੀ। ਫਿਰ ਉਹ ਪੂਰੀ ਤਰ੍ਹਾਂ ਬੰਦੇ ਨੂੰ ਮਾਈਂਡ, ਬੋਡੀ ਐਂਡ ਸੋਲ ਤੋਂ ਹੀ ਠੀਕ ਕਰਦੀ। ਕਿਹੜੇ ਤੁਸੀਂ ਕਿਹੜੇ ਜਿਹੜੀਆਂ ਬਿਮਾਰੀਆਂ ਹੈਗੀਆਂ ਨੇ ਇਸ ਥਾਂ ਦੇ ਉੱਤੇ, ਖਾਸ ਕਰਕੇ ਪੰਜਾਬ ਖਿੱਤੇ ਦੇ ਵਿੱਚ ਜਿਹੜੀਆਂ ਪਣਪ ਰਹੀਆਂ ਨੇ, ਚਾਹੇ ਪੱਥਰੀ ਹੋਵੇ ਪਿੱਤੇ ਦੀ, ਚਾਹੇ ਗੁਰਦੇ ਦੀ, ਚਾਹੇ ਬੀਪੀ ਹੋਵੇ, ਚਾਹੇ ਥਾਇਰਾਇਡ ਹੋਵੇ, ਚਾਹੇ ਪੀਸੀਓਡੀ ਹੋਵੇ, ਮੋਟਾਪਾ ਹੋਵੇ, ਸ਼ੂਗਰ ਹੋਵੇ, ਵਾਲ ਸਮੇਂ ਤੋਂ ਸਿਰ ਤੁਸੀਂ ਗੱਲ ਕਰ ਰਹੇ ਸੀ ਝੜਨ ਤੋਂ ਪਹਿਲਾਂ, ਇਹ ਸਾਰੇ ਟ੍ਰੀਟਮੈਂਟ ਫਿਰ ਤੁਸੀਂ ਇਸੇ ਤਰੀਕੇ ਨਾਲ ਇਹੀ ਇਲਾਜ ਦਾ ਤਰੀਕਾ ਰਹਿੰਦਾ ਤੁਹਾਡਾ? ਬਿਲਕੁਲ ਜੀ, ਬਿਲਕੁਲ। ਇਹ ਤੁਹਾਨੂੰ ਮੈਂ ਦਿਖਾਉਣਾ ਵੀ ਇਸ ਤੋਂ ਬਾਅਦ ਜਿਹੜਾ ਕੰਪਲੀਟ ਇੱਕ ਅਸੈਂਸ ਬਣ ਜਾਂਦੇ ਆ, ਉਹ ਅਸੈਂਸ ਪਾਏ ਹੋਏ ਆ, ਮੈਂ ਤੁਹਾਨੂੰ ਉਹਨਾਂ 'ਤੇ ਵੀ ਝਾਤੀ ਤੁਸੀਂ ਜ਼ਰੂਰ ਮਾਰੋ। ਉਹ ਜਿਵੇਂ ਤੁਸੀਂ ਬਿਮਾਰੀਆਂ ਦੇ ਨਾਲ ਲਏ ਆ, ਸ਼ੂਗਰ ਹੋ ਗਿਆ, ਜੋੜਾਂ ਦਾ ਦਰਦ ਹੋ ਗਿਆ, ਕੈਂਸਰ ਹੋ ਗਿਆ, ਮੋਟਾਪਾ ਹੋ ਗਿਆ, ਪੱਥਰੀਆਂ ਹੋ ਗਈਆਂ, ਹਰ ਤਰ੍ਹਾਂ ਦੀਆਂ ਜਿੰਨੇ ਵੀ ਤਰ੍ਹਾਂ ਦੇ ਤੁਸੀਂ ਨਾਮ ਲਏ, ਇੱਥੇ ਸਾਰਾ ਤਰ੍ਹਾਂ ਦਾ ਮੈਂ ਇਲਾਜ ਕਰਦਾ ਜੀ। ਔਰ ਇਹੀ ਮੈਥਡ ਰਹਿੰਦਾ ਦਵਾਈਆਂ ਕਲੈਕਟ ਕਰਨ ਦਾ, ਐਨਰਜੀ ਕਲੈਕਟ ਕਰਨ ਦਾ। ਤੇ ਥੋੜੀ ਮੈਡੀਸਿਨ ਜਿਹੜੀ ਹੈ ਤਾਂ ਪਾਣੀ ਵਾਂਗੂ ਲੱਗੀ ਜਾਂਦੀ ਜਾਂ ਪਈਏ, ਮੈਨੂੰ ਲੱਗਦਾ ਕੁਝ ਤੁਸੀਂ ਸਾਲਟ ਬਣਾਇਆ ਹੋਇਆ ਹੈ, ਤੇ ਇਹਨੂੰ ਤਾਂ ਮੇਰੇ ਵਰਗਾ ਬੰਦਾ ਤਾਂ ਵੈਸੇ ਹੀ ਨਾ ਮੰਨੇ ਜੀ ਵੀ ਇਹ ਪਾਣੀ ਹੈ ਜੀ, ਤਾਂ ਸਿਰਫ ਪਾਣੀ ਤਾਂ ਹੈ ਜੀ। ਬਿਲਕੁਲ ਜੀ, ਇਹ ਤਾਂ ਦੇਖੋ ਰਿਜ਼ਲਟ ਬੋਲਦੇ ਆ ਜੀ। ਜਦੋਂ ਪੇਸ਼ੈਂਟ ਆ ਕੇ ਸਾਨੂੰ ਦੱਸਦਾ ਵੀ ਮੈਂ ਲਗਭਗ 80% ਠੀਕ ਹੋ ਗਿਆ, ਮੈਂ 100% ਠੀਕ ਹੋ ਗਿਆ, ਮੈਂ 40% ਠੀਕ ਹੋ ਗਿਆ, ਤਾਂ ਤੁਸੀਂ ਤਾਂ ਹੀ ਤੁਹਾਨੂੰ ਪਤਾ ਲੱਗ ਸਕਦਾ ਜਾਂ ਉਹਨਾਂ ਦੀ ਜਿਹੜੀ ਪੇਸ਼ੈਂਟ ਹੈਗੇ ਨੇ ਐਪ ਦੀਆਂ ਰਿਪੋਰਟ। ਹਾਂ, ਕੁਝ ਪੇਸ਼ੈਂਟ ਮੈਂ ਤੁਹਾਨੂੰ ਮਿਲਾਉਣਾ ਬੈਠੇ ਹੋਏ ਨੇ। ਚਲੋ ਆਪ ਪੇਸ਼ੈਂਟ। ਸੋ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿਸ ਤਰੀਕੇ ਨਾਲ ਇੱਥੇ ਡਾਕਟਰ ਰਜਿੰਦਰ ਜਿਹੜਾ ਟ੍ਰੀਟਮੈਂਟ ਕਰਦੇ ਨੇ। ਮੈਨੂੰ ਤਾਂ ਲੈਬ ਦੇ ਵਿੱਚ ਇਹਨਾਂ ਨੇ ਮੈਨੂੰ ਸਭ ਕੁਝ ਦਿਖਾਇਆ ਹੈ। ਇੱਕ ਭਾਈ ਸਾਹਿਬ ਹੈਗੇ ਨੇ, ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ, ਸਮਝਣ ਦੀ ਕੋਸ਼ਿਸ਼ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਹੈ ਜੀ? ਠੀਕ ਹੋ ਸਰ? ਗੁੱਡ। ਅੱਛਾ, ਇਹ ਮੈਨੂੰ ਡਾਕਟਰ ਸਾਹਿਬ ਨੇ ਜੋ ਚੀਜ਼ਾਂ ਦਿਖਾਈਆਂ ਨੇ ਤਾਂ ਪਾਣੀ ਹੈ ਜੀ, ਤੇ ਤੁਸੀਂ ਫਿਰ ਪਾਣੀ ਲੈਣ ਆਏ ਹੋ ਇੱਥੇ? ਸਰ ਨਹੀਂ ਲੱਗਦਾ ਪਾਣੀ ਹੈਗਾ, ਕਿਉਂਕਿ ਦੇਖੋ ਇੱਕ ਟਰਸਟ ਹੁੰਦਾ ਕਿਸੇ ਵੀ ਚੀਜ਼ ਵਾਸਤੇ। ਚੰਡੀਗੜ੍ਹ ਦਾ ਮੇਰਾ ਜਨਮ ਹੈਗਾ, ਸਾਰੀ ਜ਼ਿੰਦਗੀ ਇੱਥੇ ਰਹੇ ਹਾਂ, ਤੇ ਉਸ ਤੋਂ ਬਾਅਦ ਫਿਰ ਜ਼ੀਰਕਪੁਰ ਸ਼ਿਫਟ ਕਰ ਗਏ, ਤੇ ਮੇਰਾ ਬੇਟਾ ਹੋਇਆ 2017 'ਚ। ਅੱਛਾ। ਤੇ ਠੀਕ ਸੀਗਾ, ਨੋਰਮਲ ਸੀਗਾ। ਤੇ ਕਈ ਵਾਰੀ ਨਾ ਜਿੱਦਾਂ ਹਜੇ ਲੱਗਣਾ, ਜਦੋਂ ਉਹਨੂੰ ਵਾਈਫ ਨੇ ਗੋਦੀ ਫੜਨਾ ਤੇ ਲੱਗਣਾ ਵੀ ਛਾਤੀ 'ਚ ਨਾ ਸਾਊਂਡ ਆ ਰਿਹਾ ਹੈ, ਆਵਾਜ਼ ਆ ਰਹੀ ਇੱਕ। ਹਾਂ ਦੀ ਆਵਾਜ਼ ਜਿਹੜੀ ਇੱਕ ਆਵਾਜ਼ ਜੀ ਆਣੀ, ਮੈਂ ਇਗਨੋਰ ਕਰ ਦੇਣੀ ਵੀ ਨਹੀਂ ਠੀਕ ਹੈ, ਕੋਈ ਇੱਦਾਂ ਦੀ ਗੱਲ ਨਹੀਂ ਹੈਗੀ, ਕਿਉਂਕਿ ਬੱਚਾ ਹਜੇ ਛੋਟਾ ਹੈ। ਬਟ ਠੀਕ ਹੈ, ਇਗਨੋਰ ਕਰਤਾ। ਫਿਰ ਕੀ ਹੋਇਆ ਕਿ ਜਦੋਂ ਉਹਨੇ ਥੋੜ੍ਹੀ ਵਾਰ ਕਰੋਲਿੰਗ ਸਟਾਰਟ ਕੀਤੀ ਤਾਂ ਉਹਨੂੰ ਸਾਹ ਜਿਹਾ ਚੜ੍ਹ ਜਾਂਦਾ ਸੀਗਾ। ਉਹਨੂੰ ਜਦੋਂ ਸਾਹ ਚੜ੍ਹਨਾ ਨਾ ਇੱਦਾਂ ਜਿਹੀ ਉਹਨੇ ਲੈਣਾ, ਅਤੇ ਆਪਾਂ ਡਰ ਜਾਣਾ ਵੀ ਇਹ ਇੱਦਾਂ ਦਾ ਹੋਣਾ ਨਹੀਂ ਚਾਹੀਦਾ। ਅਤੇ ਫਿਰ ਵੀ ਇੱਕ ਕਹਿੰਦੇ ਬੰਦਾ ਨੇ ਇਗਨੋਰ ਕਰਤਾ, ਕੋਈ ਗੱਲ ਨਹੀਂ। ਲੇਕਿਨ ਜਦੋਂ ਰੈਗੂਲਰਲੀ ਇਹ ਲਈ ਪ੍ਰੋਬਲਮ ਉਹਨੂੰ ਰਹਿਣ ਲੱਗ ਪਈ, ਅਤੇ ਫਿਰ ਆਪਾਂ ਜਿੱਥੇ ਯਾਨੀ ਚੰਡੀਗੜ੍ਹ ਦੇ ਜਿਹੜੇ ਟੋਪ ਦੇ ਸੀਗੇ ਪ੍ਰਾਈਵੇਟ ਹੋਸਪੀਟਲ, ਉਹਨਾਂ ਨੂੰ ਦਿਖਾਇਆ, ਅਤੇ ਡਾਕਟਰ ਉਹਨਾਂ ਨੇ ਦੇਖਿਆ, ਸਭ ਕੁਝ ਦੇਖਿਆ, ਅਤੇ ਉਹਨਾਂ ਨੇ ਜ਼ਿਆਦਾ ਕਿ ਹਜੇ ਤੁਸੀਂ ਵੇਟ ਕਰੋ ਅਤੇ ਆਪਾਂ ਤੁਹਾਨੂੰ ਦੇਖਦੇ ਹਾਂ। ਕਿਉਂਕਿ ਉਹ ਵੀ ਕਿਉਂਕਿ ਬੱਚਾ ਛੋਟਾ ਸੀਗਾ, ਬੋਲਿਆ ਤਾਂ ਕੁਛ ਜਾਂਦਾ ਨਹੀਂ ਸੀਗਾ, ਨਾ ਉਹਨੇ ਦੱਸਣਾ। ਲੇਕਿਨ ਉਹਨਾਂ ਨੇ ਫਿਰ ਥੋੜ੍ਹੇ ਕੁ ਟਾਈਮ ਬਾਅਦ ਮੇਰੇ ਕੋਲ 3rd ਵਿਜ਼ਿਟ 'ਤੇ ਸਾਨੂੰ ਉਹਨਾਂ ਨੇ ਨੈਬੂਲਾਈਜ਼ਰ ਉਹਦੇ ਵਾਸਤੇ ਵੀ ਦੱਸਿਆ ਕਿ ਅਗਰ ਇਹਦੀ ਆਵਾਜ਼ ਆ ਰਹੀ ਹੈ ਤਾਂ ਤੁਸੀਂ ਇਹਨੂੰ ਨੈਬੂਲਾਈਜ਼ ਕਰਨਾ ਹੈ। ਠੀਕ ਹੈ ਜੀ, ਕਰਤਾ। ਅਤੇ ਇੱਦਾਂ ਹੀ ਫਿਰ ਨਾ ਕਿੰਨੇ ਟਾਈਮ ਦਾ ਸੀ ਬੱਚਾ ਉਸ ਵੇਲੇ? ਮੇਰੇ ਕੋਲ 8 ਮਹੀਨੇ ਜਾਂ ਸਾਲ ਦਾ ਸੀਗਾ, ਛੋਟਾ ਜਿਹਾ ਸੀਗਾ। ਅਤੇ ਬੜਾ ਡਰ ਗਿਆ ਆਪਾਂ ਤਾਂ ਯਾਰ, ਇੱਕੋਦਮ ਵੀ ਇਹਨੂੰ ਛੋਟੇ ਜਿਹੇ ਬੱਚੇ ਨੂੰ ਨੈਬੂਲਾਈਜ਼ ਕਰ ਰਹੇ ਹਾਂ, ਉਹ ਗੱਲ ਬਣਦੀ ਨਹੀਂ ਹੈਗੀ। ਠੀਕ ਹੈ ਜੀ, ਆਪਾਂ 2-4 ਮਹੀਨੇ ਯਾਨੀ ਕਿ ਮੇਰਾ 4 ਕੁ ਮਹੀਨੇ ਇੱਦਾਂ ਚੱਲਦਾ ਰਿਹਾ। ਤਾਂ ਸਡਨਲੀ ਇੱਕ ਦਿਨ ਕੀ ਹੋਇਆ ਕਿ ਉਹਦੀ ਈਵਨਿੰਗ 'ਚ ਤਬੀਅਤ ਖਰਾਬ ਹੋ ਗਈ ਤਾਂ ਹੁਣ ਜਾ ਤਾਂ ਸਕਦੇ ਨਹੀਂ ਸੀ ਉੱਥੇ। ਅਤੇ ਫਿਰ ਆਪਾਂ ਉਸ ਟਾਈਮ ਉਹਨੂੰ ਜਿਹੜਾ 16 ਸੈਕਟਰ ਹੈ ਜਨਰਲ ਹੌਸਪੀਟਲ ਚੰਡੀਗੜ੍ਹ ਦਾ, ਉੱਥੇ ਲੈ ਗਏ ਇਮਰਜੈਂਸੀ 'ਚ।
ਤੇ ਉਹ ਇਮਰਜੈਂਸੀ 2 ਦਿਨ ਐਡਮਿਟ ਰਿਹਾ, 2 ਦਿਨ ਯਾਨੀ ਇਮਰਜੈਂਸੀ 'ਚ ਰਿਹਾ, ਤੇ ਉਸ ਤੋਂ ਬਾਅਦ ਮੇਰੇ ਖਿਆਲ 1-2 ਦਿਨ ਉਹ ਵਾਰਡ 'ਚ ਵੀ ਰਿਹਾ। ਤੇ ਉਹਨਾਂ ਨੇ ਫਿਰ ਐਟ ਦਾ ਟਾਈਮ ਉਹਨਾਂ ਨੂੰ ਉਹਦੇ ਵਾਸਤੇ ਸਟੀਰੋਇਡ ਸਟਾਰਟ ਕਰਤਾ, ਇੱਕ ਮੈਡੀਸਨ ਸੀਗੀ ਉਹ ਸਟਾਰਟ ਕਰਤੀ। ਤੇ ਵਾਈਫ ਕਿਉਂਕਿ ਵਰਕਿੰਗ ਹੈਗੀ, PGI 'ਚ ਹੈਗੀ ਹੈ, ਤਾਂ ਉਹ ਡਰ ਗਈ ਵੀ ਕਿ ਇਸ ਉਮਰ 'ਚ ਬੱਚੇ ਨੂੰ ਅਗਰ ਆਪਾਂ ਸਟੀਰੋਇਡ ਦਿੰਦੇ ਆ ਤਾਂ ਉਹ ਫਿਰ ਅੱਗੇ ਜਾ ਕੇ ਖਰਾਬ ਹੈਗਾ। ਤੇ ਉਹਨੇ ਆਪਣੇ ਉੱਥੇ ਡਿਪਾਰਟਮੈਂਟ 'ਚ ਵੀ ਬੜਾ ਡਿਸਕਸ ਕਰਨਾ ਕਿ ਵੀ ਆਪਾਂ ਕੀ ਕਰੀਏ। ਤਾਂ ਜਿਹੜੇ ਉਹਦੇ ਕੁਲੀਗ ਸੀਗੇ ਉਹਨਾਂ ਨੇ ਉਹਨੂੰ ਬੜਾ ਸੁਜੈਸ਼ਨ ਦਿੱਤਾ ਕਿ ਤੂੰ ਇੱਦਾਂ ਕਰਕੇ ਵੀ ਜਿਹੜੇ ਇੱਕ ਹੋਮਿਓਪੈਥੀ ਉਹਨੂੰ ਦੱਸਿਆ ਮੋਹਾਲੀ 'ਚ ਵੀ ਤੂੰ ਉੱਥੇ ਜਾ। ਚਲੋ ਠੀਕ ਹੈ, ਉਹਨਾਂ ਨੇ ਦੱਸਿਆ ਤਾਂ ਉਹਨੇ ਮੇਰੇ ਨਾਲ ਡਿਸਕਸ ਕੀਤਾ, ਆਪਾਂ ਕਿ ਕੋਈ ਨਹੀਂ ਆਪਾਂ ਪਲਾਨ ਕਰਦੇ ਹਾਂ, ਆਪਾਂ ਚੱਲਦੇ ਹਾਂ। ਲੇਕਿਨ ਮੀਨਵਾਈਲ ਫਿਰ ਇੱਕ ਮਨ 'ਚ ਆਇਆ ਕਿ ਯਾਰ ਹੋਮਿਓਪੈਥਿਕ ਨਾਲ ਠੀਕ ਨਹੀਂ ਹੋਣ ਵਾਲਾ, ਤੇ ਆਪਾਂ ਇੱਕ ਵਾਰੀ 32 'ਚ ਵੀ ਦਿਖਾ ਦਈਏ। ਤੇ ਆਪਾਂ 32 ਹਸਪੀਟਲ ਬੱਚੇ ਲਈ ਮਨ ਖੜਦਾ ਨਹੀਂ ਆਪਣਾ, ਨਹੀਂ ਖੜਦੇ ਉਹ ਫਿਰ, ਕਿਉਂਕਿ ਚੰਡੀਗੜ੍ਹ ਰਹਿ ਰਹੇ ਹਾਂ ਤੇ ਆਪਾਂ ਕਿਉਂਕਿ ਸਾਡੇ ਕੋਲ ਇੱਥੇ ਫੈਸਿਲਿਟੀਜ਼ ਹੈਗੀਆਂ, ਸੋ ਆਪਾਂ ਟਰਾਈ ਕਰਾਂਗੇ ਹੀ ਕਰਾਂਗੇ। ਤਾਂ ਮੈਂ 32 'ਚ ਵੀ ਗਿਆ ਤੇ ਉਹਨਾਂ ਨੂੰ ਫਾਈਲ ਪੂਰੀ ਦਿਖਾਈ, ਬਟ ਉਹਨਾਂ ਨੇ ਵੀ ਹੱਥ ਪੱਲਾ ਕੁਝ ਫੜਾਇਆ ਨਹੀਂ। ਤਾਂ ਉਹ ਕਹਿ ਰਹੇ, ਉਹਨਾਂ ਨੇ ਇਹੀ ਸੁਜੈਸਟ ਕੀਤਾ ਵੀ ਜਿਹੜਾ ਤੁਸੀਂ ਨੈਬੂਲਾਈਜ਼ ਕਰ ਰਹੇ ਹੋ ਇਹ ਠੀਕ ਹੈ, ਇਹ ਆਪਣੇ ਆਪ ਠੀਕ ਹੋ ਜਾਏਗਾ। ਬਟ ਪ੍ਰੋਬਲਮ ਤਾਂ ਐਜ਼ ਇਟ ਇਜ਼ ਸਟੈਂਡ ਕਰ ਰਹੀ ਸੀਗੀ। ਤੇ ਉਹ ਕਿਉਂਕਿ ਉਸ ਤੋਂ ਬਾਅਦ ਮੇਰੇ ਖਿਆਲ ਸਤੰਬਰ ਅਕਤੂਬਰ ਦੀ ਗੱਲ ਹੈ, ਉਹਨੂੰ ਠੰਡ ਜਿਹੀ ਲੱਗ ਗਈ, ਤੇ ਠੰਡ ਲੱਗ ਕੇ ਉਹ ਫੇਰ ਦਿੱਕਤ ਹੋਣ ਲੱਗ ਪਈ। ਹੁਣ ਸਾਨੂੰ ਸਮਝ ਨਾ ਆਏ ਆਪਾਂ ਕੀ ਕਰੇ। ਮੀਨਵਾਈਲ ਆਪਾਂ ਹਜੇ ਹੋਮਿਓਪੈਥਿਕ ਤਾਂ ਗਏ ਨਹੀਂ ਸੀਗੇ, ਤੇ ਘਰ ਦੇ ਲਾਗੇ ਹੀ ਸੀਗੇ ਡਾਕਟਰ ਸਾਹਿਬ। ਮੈਂ ਜੇ ਨਹੀਂ ਡੇਲੀ ਆਫਿਸ ਉੱਧਰੋਂ ਜਾਣਾ ਉੱਧਰੋਂ ਆਉਣਾ, ਤੇ ਪਰ ਕਦੀ ਮਨ 'ਚ ਆਇਆ ਨਹੀਂ ਹੈਗਾ ਕਿ ਵੀ ਮੈਂ ਇੱਥੇ ਜਾਵਾਂ, ਕਿਉਂਕਿ ਵਾਈਫ ਦੇ ਆਫਿਸ ਵਾਲਿਆਂ ਨੇ ਹੋਮਿਓਪੈਥੀ ਸੁਜੈਸਟ ਕੀਤਾ ਸੀਗਾ, ਤੇ ਇਹ ਸੀਗਾ ਇਲੈਕਟ੍ਰੋ ਹੋਮਿਓਪੈਥੀ। ਤੇ ਪੜ੍ਹਨਾ ਮੈਂ ਡੇਲੀ, ਤੇ ਪਰ ਮਨ 'ਚ ਕਦੀ ਆਇਆ ਨਹੀਂ ਵੀ ਮੈਂ ਜਾਵਾਂ। ਤਾਂ ਇੱਕ ਵਾਰੀ ਈਵਨਿੰਗ ਦੀ ਗੱਲ ਹੈ ਕਿ ਮੈਂ ਜਦੋਂ ਵਾਕ ਕਰ ਰਿਹਾ ਸੀਗਾ ਉੱਥੇ, ਤੇ ਮੈਂ ਬੋਰਡ ਦੇਖਿਆ, ਤਾਂ ਮੈਂ ਕਿਹਾ ਵੀ ਚਲੋ ਵੀ ਅੱਜ ਮਿਲ ਕੇ ਆਈਏ, ਵੀ ਦੇਖੀਏ ਤਾਂ ਸਹੀ ਕੀ ਕਹਿੰਦੇ। ਫਿਰ ਇਹਨਾਂ ਨੂੰ ਮੈਂ ਸਾਰਾ ਕੇਸ ਆਪਣਾ ਡਿਸਕਸ ਕੀਤਾ, ਤੇ ਇਹਨਾਂ ਨੇ ਮੈਨੂੰ ਕਿਹਾ ਤੁਸੀਂ ਫਾਈਲ ਲੈ ਕੇ ਆਓ, ਬੱਚੇ ਨੂੰ ਲੈ ਕੇ ਆਓ, ਆਪਾਂ ਦੇਖਦੇ ਹਾਂ। ਤੇ ਮੈਂ ਫਾਈਲ ਪੂਰੀ ਲੈ ਕੇ ਗਿਆ, ਤੇ ਇਹਨਾਂ ਮੈਨੂੰ ਯਾਦ ਹੈ ਹਜੇ ਵੀ ਚੰਗੀ ਤਰ੍ਹਾਂ ਵੀ ਅੱਧਾ ਪੌਣਾ ਘੰਟਾ ਫਾਈਲ ਹੀ ਪੜ੍ਹਦੇ ਰਹੇ, ਗੱਲਾਂ ਹਜੇ ਬਾਅਦ 'ਚੋਂ ਦੇਖੀਆਂ ਇਹਨਾਂ ਨੇ। ਫਿਰ ਇਹਨਾਂ ਨੇ ਪੁੱਛੇ ਵੀ ਕਿੱਦਾਂ ਦੀ ਪ੍ਰੋਬਲਮ ਹੈਗੀ ਹੈ। ਫਿਰ ਵਾਈਫ ਨੇ ਸਾਰਾ ਕੁਝ ਐਕਸਪਲੇਨ ਕੀਤਾ ਇੱਦਾਂ ਦਾ, ਤੇ ਇਹਨਾਂ ਨੇ ਸਾਨੂੰ ਮੈਡੀਸਿਨ ਦਿੱਤੀ। ਉਸ ਟਾਈਮ ਵਿੰਟਰਸ ਹਜੇ ਨਾ ਸਟਾਰਟ ਹੋਣ ਵਾਲੀਆਂ ਸੀਗੀਆਂ, ਇਸ ਤਰ੍ਹਾਂ ਦੀ ਮੌਸਮ ਸੀ। ਹਾਂ ਤੁਸੀਂ ਇੱਦਾਂ ਦਾ ਕਹਿ ਲਓ, ਇੱਦਾਂ ਦੀ ਮੌਸਮ ਸੀਗਾ, ਹਜੇ ਵਿੰਟਰ ਸਟਾਰਟ ਹੋਣ ਵਾਲੀਆਂ ਸੀਗੀਆਂ। ਤੇ ਉਹ ਜਿਹੜੀ 2 ਉਹਨਾਂ ਨੇ ਸ਼ੀਸ਼ੀਆਂ ਦਿੱਤੀਆਂ ਸੀਗੀਆਂ ਪਾਣੀ ਦੀਆਂ, ਤੁਸੀਂ ਜਿਹੜਾ ਕਹਿ ਰਹੇ ਹੋ, ਉਹਨਾਂ ਨੇ ਕਹਿਣਾ ਵੀ ਪਾਣੀ ਦੇ ਵਿੱਚ ਪਾ ਕੇ ਇਹਨੂੰ 6 ਡ੍ਰੌਪ ਪਾਣੇ ਜਾਂ 8 ਪਾਣੇ, ਕੁਛ ਇੱਦਾਂ ਦੀ ਗੱਲ ਸੀਗੀ, ਆਪਾਂ ਪਾ ਕੇ ਉਹਨੂੰ ਦੇ ਦੇਣੇ। ਠੀਕ ਹੈ, ਦੇ ਦਿੱਤੇ। ਕਿਉਂਕਿ ਹੋਮਿਓਪੈਥਿਕ ਆ, ਸਕੂਲ 'ਚ ਪੜ੍ਹੇ ਹੋਏ ਤਾਂ ਉਹਨਾਂ ਨੇ ਗੋਲੀਆਂ ਜੇ ਦੇ ਵੀ ਪਤਾ ਤਾਂ ਹੈਗਾ ਹੋਮਿਓਪੈਥਿਕ ਨੇ ਆਪਣਾ ਕੁਛ ਨਹੀਂ ਕਰਨਾ, ਸਾਨੂੰ ਵੀ ਪਤਾ ਹੈ, ਆਪਾਂ ਤਾਂ ਇਹੀ ਮੰਨ ਕੇ ਚੱਲਦੇ ਹਾਂ। ਲੇਕਿਨ ਜਦੋਂ ਇਹਨਾਂ ਨੇ ਡ੍ਰੌਪ ਦਿੱਤੇ ਤਾਂ ਆਪਾਂ ਰੈਗੂਲਰ, ਇੱਕ ਸੀਗਾ ਵੀ ਆਪਾਂ ਰੈਗੂਲਰ ਰਹੇ ਉਸ 'ਚ, ਤੇ ਮਹੀਨੇ ਤੱਕ ਮੈਨੂੰ ਨਹੀਂ ਲੱਗਦਾ ਕਦੀ ਕੋਈ ਦਿੱਕਤ ਹੋਈ। ਤਾਂ ਉਹਦੀ ਸ਼ੀਸ਼ੀਆਂ ਉਹਦੀਆਂ ਖਤਮ ਹੋ ਗਈਆਂ। ਠੀਕ ਹੈ, ਤੇ ਵਾਈਫ ਕਹਿੰਦੀ ਸ਼ੀਸ਼ੇ ਖਤਮ ਹੋ ਗਏ, ਤੁਸੀਂ ਲਿਆਓ। ਮੈਂ ਕਿਹਾ ਠੀਕ ਹੈ, ਲੈ ਆਵਾਂਗੇ। ਔਰ ਉਹਨੂੰ ਨਾ ਉਸ ਤੋਂ ਬਾਅਦ ਮੇਰੇ ਖਿਆਲ ਯਾਦ ਹੈ ਮੈਂ ਮਹੀਨਾ 1.5 ਮਹੀਨਾ ਮੈਂ ਗਿਆ ਹੀ ਨਹੀਂ। ਪੂਰਾ ਵਿੰਟਰਸ ਮੇਰੇ ਖਿਆਲ 3 ਕੁ ਮਹੀਨੇ ਨਿਕਲ ਗਏ, ਉਹ ਪਤਾ ਹੀ ਨਹੀਂ ਲੱਗਿਆ ਵੀ ਉਹਨੂੰ ਕੋਈ ਦਿੱਕਤ ਹੈਗੀ ਕਿ ਨਹੀਂ ਹੈਗੀ। ਭੁੱਲ ਗਏ ਸੀ। ਮੈਂ ਕਹਿੰਦਾ ਮਨ 'ਚ ਸਾਡੇ ਆਇਆ ਹੀ ਨਹੀਂ ਹੈਗਾ ਵੀ ਕੋਈ ਦਿੱਕਤ ਸੀਗੀ। ਉਹ ਵਿੰਟਰਸ ਠੀਕ ਹੋ ਗਏ। ਹਾਂ, ਜਦੋਂ ਸਰਦੀਆਂ ਖਤਮ ਹੋਣ ਲੱਗੀਆਂ ਉਹਨੂੰ ਫੇਰ ਖਾਂਸੀ ਜੀ ਛਿੜ ਗਈ, ਤੇ ਉਹ ਫੇਰ ਡਰ ਗਈ। ਕਹਿੰਦੀ ਮੈਂ ਤਾਂ ਡਾਕਟਰ ਜਿੰਦਰ ਯਾਦ ਆਇਆ ਹੋਣਾ। ਫਿਰ ਉਹਨੇ ਮੇਰੇ ਲੱਠ ਦਿੱਤਾ ਕਿ ਤੂੰ ਜਾ, ਵੀ ਇੰਨੀ ਦੇਰ ਤਾਂ ਇੱਥੇ ਬੈਠੇ ਵੀ ਕਿਉਂ ਨਹੀਂ ਜਾ ਰਹੇ। ਫਿਰ ਮੈਂ ਇਹਨਾਂ ਕੋਲ ਗਿਆ, ਔਰ ਮੈਨੂੰ ਯਾਦ ਹੈ ਕਿ ਉਹ 2 ਕੁ ਮਹੀਨੇ ਰੈਗੂਲਰ ਆਪਾਂ ਰਹੇ। ਉਹ ਟਚਵੁੱਡ ਉਸ ਟਾਈਮ ਉਹ 1.5 ਸਾਲ ਦਾ ਸੀਗਾ, ਜਾਂ ਪੌਣੇ 2 ਸਾਲ ਦਾ ਘੱਟ ਹੀ ਸੀਗਾ। ਅੱਜ ਤੱਕ ਮੈਨੂੰ ਨਹੀਂ ਲੱਗਦਾ ਵੀ ਦਿੱਕਤ ਆਈ ਹੈ। ਤੇ ਮਤਲਬ ਕਿ ਚੰਡੀਗੜ੍ਹ ਦੇ ਕਿਹੜੇ ਡਾਕਟਰ ਨਹੀਂ ਜਾਂ ਕਿੱਥੇ ਨਹੀਂ, ਕਿਉਂਕਿ ਆਪਾਂ IT ਵਾਲੇ ਹੈਗੇ ਆ, ਵੀ ਥੋੜ੍ਹਾ ਜਿਹਾ ਗੂਗਲ ਤਾਂ ਕਰਾਂਗੇ ਹੀ ਕਰਾਂਗੇ। ਉਹ ਸਾਰਾ ਕੁਝ ਘੁੰਮ ਘੰਮ ਕੇ ਆਪਾਂ ਆ ਗਏ ਟਚਵੁੱਡ ਜਿਹਨੂੰ ਕਹਿੰਦੇ ਆ, ਵੀ ਅੱਜ ਦੀ ਡੇਟ 'ਚ 5-5.5 ਸਾਲ ਦਾ ਹੈਗਾ, ਬਿਲਕੁਲ ਠੀਕ ਹੈਗਾ। ਕਦੀ ਮੈਨੂੰ ਨਹੀਂ ਲੱਗਿਆ ਵੀ ਉਸ ਤੋਂ ਬਾਅਦ ਕਦੀ ਉਹਨੂੰ ਆਪਾਂ ਨੈਬੂਲਾਈਜ਼ ਕੀਤਾ ਹੋਵੇ ਜਾਂ ਕੋਈ ਖਾਸ ਕੋਈ ਮੈਡੀਸਨ ਦਿੱਤੀ ਹੋਵੇ। ਅੱਛਾ, ਜਿਸ ਵੇਲੇ ਸਾਰੀਆਂ ਪ੍ਰੋਬਲਮਸ ਚੱਲ ਰਹੀਆਂ ਸੀ, ਜਿਸ ਵੇਲੇ ਪੀਕ ਤੇ ਸੀ, ਬੱਚੇ ਨੂੰ ਐਮਰਜੈਂਸੀ ਦੇ ਵਿੱਚ ਦਾਖਲ ਤੁਸੀਂ ਕਹਿ ਰਹੇ ਸੀ ਕਰਵਾਉਣਾ ਪਿਆ, ਉਸ ਵੇਲੇ ਮਨ 'ਚ ਕੀ ਡਰ ਸੀ, ਕੀ ਮਨ 'ਚ ਚੱਲ ਰਿਹਾ ਸੀ? ਬਹੁਤ, ਕਿਉਂਕਿ ਬਤੌਰ ਪੇਰੈਂਟਸ ਦੇਖੋ ਉਹ ਜਿਹੜੀ ਗੱਲ ਹੈਗੀ ਨਾ, ਉਸ 'ਚ ਇੱਕ ਪੇਰੈਂਟ ਹੀ ਉਸ ਨੂੰ ਅੰਡਰਸਟੈਂਡ ਕਰ ਸਕਦਾ। ਕਿਉਂਕਿ ਰਾਤ ਨੂੰ ਆਪਾਂ ਅਗਰ ਜਦੋਂ ਉੱਥੇ ਗਏ, ਮਤਲਬ ਕਿ ਫੈਸਿਲਿਟੀ ਸੀਗੀ ਚੰਡੀਗੜ੍ਹ, ਤਾਂ ਹੀ ਆਪਾਂ ਐਮਰਜੈਂਸੀ 'ਚ ਚਲੇ ਗਏ ਹਾਂ। ਬਟ ਉਹਨਾਂ ਨੇ ਜਦੋਂ ਜਾਂਦੇ ਬੱਚੇ ਦੀ ਕੰਡੀਸ਼ਨ ਦੇਖੀ ਨਾ, 16 ਵਾਲਿਆਂ ਨੇ ਵੀ, ਉਹ ਵੀ ਇੱਕ ਵਾਰੀ ਡਰ ਗਏ ਸੀਗੇ। ਉਹਨਾਂ ਨੇ ਉਹਨੂੰ ਮਾਸਕ ਲਾ ਕੇ ਇਮੀਡੀਏਟਲੀ ਨੈਬੂਲਾਈਜ਼ ਕਰਨ ਲੱਗ ਪਏ। ਉਹ ਜਿਹੜੇ ਸੀਨੀਅਰ ਡਾਕਟਰ ਉਹਨੂੰ ਦੇਖਣ ਆਏ, ਉਹਨਾਂ ਨੇ ਸਾਰੀ ਉਹਦਾ ਦੇਖਿਆ, ਫਾਈਲ ਦੇਖੀ, ਤੇ ਉਹ ਤਾਂ ਹੀ ਉਹਨਾਂ ਨੇ 2 ਦਿਨ ਦੇਖੋ ਇਮਰਜੈਂਸੀ 'ਚ ਰੱਖਣ ਤੋਂ ਬਾਅਦ, ਹੁਣ 2 ਦਿਨ ਵਾਰਡ 'ਚ ਰੱਖਿਆ ਕਿ 1 ਦਿਨ ਰੱਖਿਆ, ਮੈਨੂੰ ਯਾਦ ਨਹੀਂ, ਲੇਕਿਨ ਫਿਰ ਵਾਰਡ 'ਚ ਵੀ ਉਹਨਾਂ ਨੇ ਸ਼ਿਫਟ ਕੀਤਾ। ਜਦੋਂ ਉਹਨਾਂ ਨੂੰ ਲੱਗਿਆ ਵੀ ਪੂਰੀ ਤਰ੍ਹਾਂ ਠੀਕ ਹੋ ਗਿਆ, ਉਸ ਤੋਂ ਬਾਅਦ ਜਿੱਦਾਂ 16 ਸੈਕਟਰ ਵਾਲਿਆਂ ਨੇ ਇੱਕ ਸਟੀਰੋਇਡ ਉਸ ਵਾਸਤੇ ਸਟਾਰਟ ਕਰਤਾ ਸੀਗਾ। ਇਹ ਬੜਾ ਡਿਫੀਕਲਟ ਸੀਗਾ ਸਾਡੇ ਵਾਸਤੇ ਕਿ ਇਹਨੂੰ ਕਿਤੇ ਰੈਗੂਲਰ ਨਾ ਸਾਨੂੰ ਦੇਣਾ ਪੈ ਜਾਏ, ਕਿਉਂਕਿ ਸਟੀਰੋਇਡ ਤਾਂ ਗਲਤ ਹੈ ਹੀ ਆ ਬੋਡੀ ਵਾਸਤੇ। ਤੇ ਉਸ ਤੋਂ ਬਾਅਦ ਫਿਰ ਜਦੋਂ ਦੁਬਾਰਾ ਦੀ ਫਿਰ ਇਹਨਾਂ ਦਾ ਪਤਾ ਲੱਗਿਆ, ਆਹ ਦੇਖੋ, ਮਤਲਬ ਕਿ ਮੈਨੂੰ ਜਦੋਂ ਵੀ ਕਿਤੇ ਮਿਲਦੇ ਆ ਨਾ, ਜਾਂ ਕਦੀ ਵੀ ਮੇਰੀ ਗੱਲ ਹੁੰਦੀ ਹੈ, ਮੈਂ ਤਾਂ ਕਹਿੰਦਾ ਡਾਕਟਰ ਸਾਹਿਬ ਬਚਾ ਲਿਆ,
ਨਹੀਂ ਤਾਂ ਆਪਾਂ ਗਏ ਸੀਗੇ। ਤੇ ਉਸ ਟਾਈਮ ਬਸ ਕਹਿ ਲਓ ਕਿ ਇੱਕ ਰੱਬ ਹੁੰਦਾ ਨਾ ਵੀ ਮਿਲ ਜਾਂਦਾ ਹੈ, ਉਹ ਵਾਲੀ ਗੱਲ ਹੋਈ ਹੈ ਮੇਰੇ ਵਾਸਤੇ ਤਾਂ। ਅੱਛਾ ਡਾਕਟਰ ਸਾਹਿਬ, ਕੀ ਪ੍ਰੋਬਲਮ ਸੀ ਬੱਚੇ ਨੂੰ? ਕਿਉਂਕਿ ਮੈਨੂੰ ਵੀ ਭਰੋਸਾ ਨਹੀਂ ਸੀ ਹੋ ਰਿਹਾ ਕਿ ਇਹ ਪਾਣੀ ਨਾਲ ਕੀ ਅਸੀਂ ਇਲਾਜ ਕਰ ਸਕਦੇ। ਪਾਣੀ ਵਰਗੀ ਬੋਟਲ ਤੁਸੀਂ ਰੱਖੀ ਹੋਈ ਹੈ। ਪਾਣੀ ਵਰਗੀ ਉਹ ਮੈਂ ਤੁਹਾਨੂੰ ਦੱਸਿਆ ਵੀ ਜਿਹੜਾ ਇਹਦਾ ਪ੍ਰੋਸੈਸ ਹੈ ਦਵਾਈਆਂ ਬਣਾਉਣ ਦਾ ਜੀ, ਉਹਦਾ ਜ਼ਹਿਰ ਤੋਂ ਦੱਸਿਆ ਤੁਹਾਨੂੰ ਵੀ ਜ਼ਹਿਰ ਤੋਂ ਅੰਮ੍ਰਿਤ ਬਣ ਜਾਂਦਾ। ਤੇ ਉਹ ਅਸੈਂਸ ਜਦੋਂ ਬਣਦਾ ਕੋਈ 30-40 ਦਿਨਾਂ ਦੇ ਅੰਦਰ ਅੰਦਰ, ਤਾਂ ਫਿਰ ਉਹ ਇੱਕ ਕੰਪਲੀਟ ਪ੍ਰੋਸੈਸ ਹੋਣ ਕਰਕੇ ਉਹ ਬੰਦੇ ਨੂੰ ਧੁਰੋਂ ਠੀਕ ਕਰ ਦਿੰਦਾ। ਜਿਹੜੀ ਇਹਨਾਂ ਦੇ ਬੱਚੇ ਨੂੰ ਪ੍ਰੋਬਲਮ ਸੀ ਉਹ ਸੀ ਅਲਰਜਿਕ ਬ੍ਰੋਂਕਾਈਟਿਸ, ਤੇ ਜਿਹੜਾ ਕਿ ਉਹ ਇਹਨਾਂ ਲਈ ਬਹੁਤ ਜਿਹੜਾ ਸਮਾਂ ਸੀਗਾ ਉਹ ਮਤਲਬ ਕਸ਼ਟਦਾਈ ਸੀਗਾ, ਇਹ ਕਹਿ ਸਕਦੇ ਆਪਾਂ। ਕਿੰਨੇ ਟਾਈਮ 'ਚ ਠੀਕ ਕਰਤਾ ਫਿਰ ਤੁਸੀਂ? ਬੱਚਾ ਤਾਂ ਮੇਰੇ ਖਿਆਲ ਜਦੋਂ ਮੇਰੇ ਕੋਲ ਆਏ ਸੀ ਲਗਭਗ ਠੀਕ ਹੋਣਾ ਤਾਂ ਹਫ਼ਤੇ 10 ਦਿਨਾਂ ਬਾਅਦ ਫਰਕ ਪੈਣ ਲੱਗ ਗਿਆ ਸੀ ਉਹਨੂੰ। ਔਰ ਜਿਵੇਂ ਵਾਰ-ਵਾਰ ਕਿਸੇ PGI ਵਗੈਰਾ ਜਾਂ ਹੋਰ ਕਿਤੇ ਜਾਂਦੇ ਸੀ ਤਾਂ ਇਹਨਾਂ ਨੂੰ ਉਸ ਚੀਜ਼ ਤੋਂ ਜਿਹੜੀ ਰਾਹਤ ਮਿਲ ਗਈ ਸੀ, ਉਹ ਬਹੁਤ ਵੱਡੀ ਗੱਲ ਸੀ। ਕਿਉਂਕਿ ਇਹ ਰਾਤ ਨੂੰ ਮੇਰੇ ਖਿਆਲ ਅੱਧੀ ਰਾਤ ਨੂੰ ਵੀ ਇਹਨਾਂ ਨੂੰ ਤਕਲੀਫ ਹੁੰਦੀ ਸੀ ਤਾਂ ਬੱਚੇ ਨੂੰ ਲੈ ਕੇ ਜਾਣਾ ਪੈਂਦਾ ਸੀਗਾ। ਸੋ ਸਾਡੇ ਨਾਲ ਇੱਕ ਹੋਰ ਜਿਹੜੇ ਹੈਗੇ ਨੇ, ਉਹਨਾਂ ਨਾਲ ਵੀ ਅਸੀਂ ਗੱਲ ਕਰਦੇ ਹਾਂ, ਸਿਸਟਰ ਨਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਹੈ? ਠੀਕ ਵਧੀਆ ਜੀ, ਤੁਸੀਂ ਤੁਸੀਂ ਇੱਥੇ ਬੈਠੇ ਹੋ, ਕੀ ਹੋਇਆ? ਵੀਰ ਜੀ ਮੈਂ ਇੱਥੇ ਨਾ ਸਲਿਮ ਦੀ ਦਵਾਈ ਲੈਣ ਆਈ ਸੀਗੀ ਤੇ ਕਰੀਬਨ ਨਹੀਂ ਹੋਰ ਸਲਿਮ ਹੋਣਾ? ਹਾਂਜੀ ਸਰ। ਇਸ ਤੋਂ भी ज़्यादा स्लिम होना? हाँ जी सर, बिल्कुल। अच्छा। एक्चुअली वेट गेन की वजह से काफ़ी दिक्कत में रही हूँ मैं, तो नहीं थोड़ा वजन ज़्यादा सी पहले? बिल्कुल सर, मेरा 87 kgs वेट था। कितना? 87। ठीक ठीक ला लो। 87 सर। 87 87 ਕਿਲੋ ਵਜ਼ਨ ਸੀ ਤੁਹਾਡਾ, ਤੇ ਮੈਨੂੰ ਹੁਣ ਤਾਂ ਲੱਗਦਾ ਤੁਸੀਂ 60 ਦੇ ਨੇੜੇ ਤੇੜੇ ਹੋ। हाँ जी बिल्कुल, 60 किलो वजन है मेरा, और करीबन मैंने 27 किलो वजन घटाया है कितना? 5 महीने के अंदर अंदर। 5 ਮਹੀਨਿਆਂ 'ਚ 27 ਕਿਲੋ? 27 किलो, बिना किसी डाइट के, बिना किसी जिम के, बिना किसी एक्सरसाइज के। और सर की दवाई ने ही ऐसा कमाल किया है, क्योंकि अभी तक मैंने काफ़ी कुछ ट्राई किया था, काफ़ी सारे प्रोडक्ट्स ट्राई करे थे, लेकिन मेरा वेट लॉस नहीं हो रहा था। मैं दिल्ली से बिलोंग करती हूँ, मैं दिल्ली में ही रही हूँ, पली बड़ी हूँ, तो वहाँ का नहीं सूटेबल हो रहा था मुझे। और यहाँ आने के बाद मुझे किसी फ्रेंड ने सर का सजेशन किया कि आप वहाँ पर पता करो, क्योंकि वेट गेन होने की वजह से मुझे बहुत सारी बीमारियाँ लग गई थी, लाइक एथराइटिस की प्रॉब्लम हो गई थी, और मेरे को सांस की दिक्कत शुरू हो गई थी, काफ़ी कुछ बॉडी के अंदर चेंजेस आए, जिसकी वजह से बहुत ज़्यादा प्रॉब्लम में रही मैं। और मॉर्निंग स्टिफनेस रहती थी, मैं उठ नहीं पाती थी, काम नहीं करने का मन करता था, बेचैनी रहती थी, मतलब वेट गेन होने की वजह से तो बहुत दिक्कतें आई मुझे। लेकिन फिर मुझे किसी ने सजेस्ट किया कि आप एक बारी वहाँ पे जाके पता करो, तो मैं सर के पास आई। सर को मैंने बोला कि सर ऐसे ऐसे मेरा वेट गेन हुआ है, और मेरे को कैसे भी करके आप मेरा वज़न घटाएं। तो सर ने मेरे को बोला कि कोई बात नहीं, आप टेंशन मत लो, वेट लॉस करने के लिए हम आपको प्रोडक्ट दे देंगे, बाकी आपने थोड़ा। नहीं प्रोडक्ट की देता होता, इन्होंने पानी देता है, पानी नाल ही इलाज। बेसिकली जो सर ने दवाई दी थी सर, मैंने उसके ऊपर पूरा ट्रस्ट करके उसको लिया था। हाँ, बाकी सर ने मुझे कुछ परहेज बताए थे जो कि मैंने नहीं किए। की परहेज दसे? लेकिन कुछ थोड़ा सा बस दही का, खट्टे का, नॉनवेज का भी थोड़ा था परहेज, लेकिन मैंने कोई परहेज किया नहीं। ਨੌਨ ਵੈਜ ਦਾ ਵੀ ਪਰਹੇਜ਼ ਨਹੀਂ ਕੀਤਾ ਡਾਕਟਰ ਸਾਹਿਬ? ਇਹ ਤੇ ਇੱਕ ਜੀ 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 ਇਹ ਤੇ ਕਮਾਲ ਹੈ। ਲੋਕ ਤੇ ਕਹਿੰਦੇ ਨੇ ਜੀ ਤੁਸੀਂ ਇਹ ਖਾਓ ਉਹ ਖਾਓ, ਤੇ ਇਹ ਜਿਹੜੇ ਸਾਡੇ ਕੋਲ ਸਿਸਟਰ ਬੈਠੇ ਨੇ ਇਹ ਤਾਂ ਕਹਿੰਦੇ ਨੌਨ ਵੈਜ ਖਾ ਕੇ ਅਸੀਂ ਵਜ਼ਨ ਘਟਾਇਆ। ਇਹੀ ਗੱਲ ਹੈ, ਨੌਨ ਵੈਜ ਖਾ ਕੇ ਵਜ਼ਨ ਘਟਾਇਆ? ਬਿਲਕੁਲ ਸਰ, ਬਿਲਕੁਲ। ਇਹ ਕਿਵੇਂ ਹੋਇਆ ਜੀ? ਦੇਖੋ ਜੀ, ਜਿਹੜਾ ਇਹ ਬੋਡੀ ਦਾ ਜਿਹੜਾ ਸਟਰਕਚਰ ਹੈ ਨਾ, ਡਿਪੈਂਡ ਕਰਦਾ ਜੇ ਮੋਟਾਪਾ ਵੱਧਦਾ ਤੁਹਾਡੇ ਮੈਟਾਬੋਲਿਜ਼ਮ ਦੇ ਉੱਪਰ। ਜੇ ਤੁਹਾਡਾ ਮੈਟਾਬੋਲਿਜ਼ਮ ਠੀਕ ਹੈ, ਨਾਰਮਲ ਹੈ ਜਾਂ ਫਾਸਟ ਆ, ਤਾਂ ਤੁਸੀਂ ਕੁਝ ਵੀ ਖਾਈ ਜਾਓ, ਤੁਸੀਂ ਨਾਰਮਲ ਰਹੋਗੇ। ਜੇ ਉਹ ਕਿਸੇ ਕਾਰਨ ਸਲੋ ਹੋ ਗਿਆ ਤਾਂ ਫਿਰ ਤੁਸੀਂ ਕੁਝ ਵੀ ਨਾ ਵੀ ਖਾਓ ਤਾਂ ਵੀ ਮੋਟਾਪਾ ਤੁਹਾਡਾ ਵਧਣਾ ਸ਼ੁਰੂ ਹੋ ਜਾਏਗਾ। ਉਹ ਬਹੁਤ ਸਾਰੇ ਲੋਕਾਂ ਨੂੰ ਇਹ ਦਿੱਕਤ ਹੈ, ਕਹਿੰਦੇ ਜਿਸ ਤਾਂ ਖਾਣੇ ਤਾਂ 2 ਰੋਟੀਆਂ ਤੇ ਸਾਡਾ ਵਜ਼ਨ ਹੋਇਆ ਪਿਆ ਕੁਆਂਟਲਾਂ ਤੋਂ ਉੱਪਰ। ਤੇ ਆਪਾਂ ਕੰਮ ਕਰਦੇ ਆ ਜੀ, ਜਿਵੇਂ ਇਹਨਾਂ ਦਾ ਮੋਟਾਪਾ ਸੀ ਤਾਂ ਅਸੀਂ ਮੈਟਾਬੋਲਿਜ਼ਮ ਤੇ ਕੰਮ ਕੀਤਾ, ਇਹਨਾਂ ਦਾ ਮੈਟਾਬੋਲਿਜ਼ਮ ਸਹੀ ਕੀਤਾ ਤੇ ਠੀਕ ਹੋ ਗਏ ਨੇ, ਇਹਨਾਂ ਦਾ weight ਘਟ ਗਿਆ। ਹੋਰ ਲੇਕਿਨ ਇੱਕ ਬੜੀ ਹੈਰਾਨੀ ਦੀ ਗੱਲ ਹੈ ਸਿਸਟਰ ਕਿ ਤੁਸੀਂ ਨੌਨ ਵੈਜ ਖਾ ਕੇ ਨਾ ਕੋਈ ਪਰਹੇਜ਼ ਨਾ ਕੁਝ ਹੋਰ, ਪਰ ਜੇ ਤੁਸੀਂ ਹੁਣ ਕਿਸੇ ਨੂੰ ਕਹੋਗੇ ਨਾ, ਪੁਰਾਣੀ ਫੋਟੋ ਹੈ ਤੁਹਾਡੇ ਕੋਲ? ਕਿੱਥੇ ਆ, ਦਿਖਾਓ ਜ਼ਰਾ। ਲਓ ਜੀ, ਆ ਫੋਟੋ ਆ ਗਈ ਹੈ, ਤੇ ਤੁਸੀਂ ਇਹ ਫੋਟੋ ਦੇਖੋ। ਇਹ ਤੁਹਾਡੀ ਵੱਡੀ ਭੈਣ ਨੇ? सर
मेरी फोटो है ये जनवरी 22 की फोटो है। ਅੱਛਾ ਇਹ ਤਾਂ ਲੱਗਦਾ ਹੈ ਜਿਵੇਂ ਤੁਹਾਡੀ ਵੱਡੀ ਭੈਣ ਹੈ। नहीं नहीं सर, ये मेरी ही फोटो है। ਲਓ ਜੀ ਇਹ ਫੋਟੋ ਦੇਖੋ, ਇਹਦੇ ਵਿੱਚ ਇਹ ਜਿਹੜੇ ਸਿਸਟਰ ਨੇ ਲੱਗ ਰਹੇ ਨੇ ਜਿਵੇਂ ਇਹਨਾਂ ਦੀ ਵੱਡੀ ਭੈਣ ਹੁੰਦੀ ਹੈ, ਪਰ ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਦੀ ਫੋਟੋ ਹੈ ਬਗੈਰ ਕੋਈ ਪਰਹੇਜ਼, ਬਗੈਰ ਕਿਸੇ। ये सर जब मैंने मेडिसिन स्टार्ट करी थी उसके 3 महीने बाद की फ़ोटो है। बाकी आप अब की फ़ोटो भी मैं आपके साथ शेयर कर। ਜੀ 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 ਸੋ ਇਹ ਜਿਹੜੇ ਬਰੀਕਲਸ ਹੈਗੇ ਨੇ ਡਾਕਟਰ ਸਾਹਿਬ, ਵਾਕਈ ਤੇ ਮੈਨੂੰ ਲੱਗ ਰਿਹਾ ਕਿ ਤੁਹਾਡਾ ਪਾਣੀ ਹੈ ਜਿਹੜਾ ਇਹ ਕੰਮ ਕਰਦਾ ਹੈ। ਹੁਣ ਤੇ ਇਹਨਾਂ ਨੂੰ ਸੁਣ ਕੇ ਤਾਂ ਹੀ ਲੱਗਦਾ ਇਹ એનર્ਜੀ ਵਾਲਾ ਪਾਣੀ ਹੈ ਜੀ। ਇਹ એનર્ਜੀ ਮੈਡੀਸਨ ਕਹੋ ਤੁਸੀਂ ਜਾਂ ਇਹਨੂੰ ਪਾਣੀ ਕਹੋ, ਪਰ ਇਹ ਕੰਮ ਕਰਦਾ ਜੀ। ਇੱਕ ਸੋ ਦੇਖੋ ਇਹ ਜਿਹੜੀ ਇਹ ਕਦੋਂ ਦੀ ਹੈ ਜੀ ਤੁਹਾਡੀ ਫੋਟੋ? सर ये फरवरी ये मार्च 22 की है, इसी साल की। ਇਹ ਤਾਂ ਐਵੇਂ ਲੱਗਦਾ ਜਿਵੇਂ ਤੁਹਾਡੀ ਵੱਡੀ ਭੈਣ ਹੁੰਦੀ ਹੈ। नहीं नहीं सर, ये मेरी फ़ोटो है, बल्कि और फोटोज आप चाहो तो मैं और भी दिखा सकती हूँ। और सर ये बिल्कुल अनबिलीवेबल चीज़ हुई है, मतलब मेरे साथ, जो कि मैं कभी एक्सपेक्ट नहीं करती थी लाइफ में। मैं यही सोचती थी कि नहीं यार अब तो वेट गेन हो गया, अब नहीं मैं कभी पतली होगी। ਤੁਹਾਡੇ ਵਰਗੇ ਨਾ ਸਿਰਫ ਤੁਹਾਡੇ, ਬਾਕੀ ਸਗੋਂ ਜਿਹੜੀਆਂ ਹੋਰ ਸਾਡੀਆਂ ਮਾਵਾਂ ਭੈਣਾਂ ਧੀਆਂ ਹੈਗੀਆਂ ਨੇ, ਉਹਨਾਂ ਦਾ ਵੀ ਇਹ ਕਹਿਣਾ ਵੀ ਜੇ ਇੱਕ ਵਾਰ ਮੋਟਾਪਾ ਆ ਗਿਆ ਤੇ ਮੁੜ ਕੇ ਹੁਣ ਨਹੀਂ ਜਾਣਾ। नहीं सर, ऐसा कुछ नहीं है। आपके विश्वास के ऊपर, आपकी मेहनत के ऊपर बहुत कुछ है। मेन चीज़ तो ये है कि सर सबसे पहले आपकी कोई भी मेडिसिन आप लेते हो तो आप उसको ट्रस्ट करके लो। दूसरी चीज़ ये सर कि जब हम लोग लेते हैं तो हम लोग ये पानी का परहेज़, पानी मेन होता है, पानी पीना चाहिए सर। वो भी मैंने बहुत पिया। बाकी मैंने सिर्फ खट्टे का और चावल का ज़रूर परहेज करा है, लेकिन उसके अलावा सर मैंने कुछ नहीं छोड़ा। कभी भी नॉनवेज या किसी भी चीज़ में किसी तरह का कोई परहेज ਕੋਈ ਢਿੱਲ ਨਹੀਂ ਵਰਤੀ, ਕੁੱਲ ਮਿਲਾ ਕੇ ਵਜ਼ਨ ਵਧਾਉਣ ਦੀ ਤੁਸੀਂ ਕੋਈ ਕਸਰ ਛੱਡੀ ਨਹੀਂ। नहीं सर, बिल्कुल नहीं छोड़ी। क्योंकि तब भी सर मुझे यही लगता था कि नहीं यार कुछ नहीं होता इन मेडिसिन से, पी लो साथ में खाते रहो। क्योंकि खाना तो सर सबका आजकल वही हिसाब है कि सब जीभ के स्वाद लेते हैं। ਜੀ ਜੀ ਅੱਛਾ, ਇੱਕ ਗੱਲ ਹੋਰ ਦੱਸੋ, ਇਹ ਯੂਜ਼ ਕਿਵੇਂ ਕੀਤੀ ਮੈਡੀਸਨ? ਕੀ ਦਿੱਤਾ ਕੀ ਸੀ ਇਹਨਾਂ ਨੇ? सर इन्होंने मेरे को एक लिक्विड बॉटल दी थी 500 ml की। 2 महीने, मतलब 1 महीने का जो कोर्स दिया था, 2 बॉटल्स दी थी। ਪੈਸੇ ਕਿੰਨੇ ਨਿਕਲੇ? सर पैसे सर बहुत रीजनेबल लिए थे, कोई बहुत ज़्यादा महंगी मेडिसिन नहीं थी, जो कि हर बंदा अफोर्ड कर सकता है। और उसके अलावा इन्होंने मुझे जो बस डाइट के लिए बताया था, थोड़ा सा जो डाइट प्लान वगैरह दिया था। सैलड्स के लिए बोला था कि सैलड्स लेना, बट सैलड मैंने खाया नहीं वो एक गलत बात है। तो यही था सर, बाकी ऐसा कुछ नहीं है कि कोई बहुत महंगा ट्रीटमेंट है या कोई आपको कोई कुछ खास एफर्ट करने? कुछ भी एफर्ट नहीं करा मैंने, बल्कि मैंने पहली बार ही इतना एंजॉय करके वेट लूज़ किया है जो कि मुझे लगता है कि सबको करना चाहिए। जिम, एक्सरसाइज, ये सब चीज़ें हैं, वो एक आपको प्रॉपर रूटीन में आप करना चाहो कर सकते हो, बट ऐसा नहीं है कि दुनिया में कोई चीज़ इम्पॉसिबल नहीं है। ਤੁਹਾਨੂੰ ਲੱਗਦਾ ਸੀ ਕਿ ਵਜ਼ਨ ਘਟ ਜਾਊਗਾ ਤੁਹਾਡਾ? बिल्कुल भी नहीं बल्कि मैं तो जब मेडिसिन स्टार्ट करी थी तो मैं सोचती थी छोड़ यार, घटेगा घटेगा नहीं घटेगा ना सी। लेकिन जब घटना शुरू हुआ, जब फर्स्ट टाइम सबसे पहले महीने, ਸਭ ਤੋਂ ਪਹਿਲਾਂ ਤੁਹਾਨੂੰ ਤਾਂ ਸੂਟਾਂ ਤੋਂ ਪਤਾ ਲੱਗ ਜਾਂਦਾ ਨਾ ਵੀ ਸੂਟ ਟਾਈਟ ਹੋ ਗਿਆ, ਸੂਟ लूज हो गया। बिल्कुल, बल्कि जब मुझे सब लोगों ने बोला कि क्या हो गया, तू पतली कैसे होगी, तो मुझे लगता था कि यार सच में होगी मतलब बिलीव ही नहीं होता था खुद पे कि हाँ मैं पतली भी हो सकती हूँ। लेकिन नहीं, ऐसा नहीं है। धीरे धीरे करके बहुत रिलीफ मिला मुझे। बल्कि इसकी वजह से जो मुझे सांस की दिक्कत होती थी और भी काफ़ी प्रॉब्लम्स आ गई थी, एथराइटिस का पेन रहता था मुझे, उसमें भी मुझे काफ़ी रिलीफ मिला। बॉडी स्टिफनेस ख़त्म हो गई। बल्कि ये लीवर पे भी काम करती है। मेरा लीवर भी फैटी था उस टाइम, क्योंकि अगर आपका वेट गेन होगा तो लीवर नेचुरली आपका फैटी होगा ही होगा। तो उससे मेरा जो लीवर फैटी था वो भी नॉर्मल रेशियो पे आ गया था। मतलब और भी बहुत कुछ ठीक किया है। ये नहीं है कि सिर्फ मोटापा ही घटाया, क्योंकि मोटापे से जितनी बीमारियाँ होती हैं उसमें भी काम करता है, कॉन्स्टिपेशन में भी काम करता है। ਫਿਰ ਪਰਿਵਾਰ ਤਾਂ ਹੁਣ ਪੂਰਾ ਚੁਸਤ खुश है, वो तो कहते चल शुक्र है तू पतली तो ਜੀ 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 ਬਹੁਤ ਬਹੁਤ ਸ਼ੁਕਰੀਆ। ਕੀ ਨਾਂ ਹੈ? नेहा शर्मा। ਜੀ ਜੀ ਨੇਹਾ ਜੀ, ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ। ਕੁਝ ਕੁ ਹੋਰ ਵੀ ਇੱਥੇ ਬੈਠੇ ਨੇ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ, ਸਮਝਣ ਦੀ ਕੋਸ਼ਿਸ਼ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਬੜੇ ਖੁਸ਼ ਹੋ ਰਹੇ ਹੋ ਤੁਸੀਂ ਕਹਾਣੀ ਸੁਣ ਕੇ, ਕੀ ਹੋਇਆ, ਕੀ ਚੱਲ ਰਿਹਾ ਮਨ 'ਚ? ਮਨ 'ਚ ਇਹ ਗੱਲ ਕਰ ਸਰ ਵੀ ਅਸੀਂ ਇੱਕੋ ਹੀ ਗੱਲ ਕਹਿ ਸਕਦੇ ਹਾਂ ਵੀ ਡਾਕਟਰ ਸਾਹਿਬ ਦੇ ਰੂਪ 'ਚ ਸਾਨੂੰ ਭਗਵਾਨ ਜੀ ਦੇ ਦਰਸ਼ਨ ਹੁੰਦੇ ਆ। ਇਹਦੇ ਉੱਤੇ ਮਤਲਬ ਜ਼ਿਆਦਾ ਕਹੀਏ ਤਾਂ ਇਹ ਹੈ ਵੀ ਮੈਂ ਆਪਦੀ ਲਾਈਫ ਦੇ ਵਿੱਚ 55 ਸਾਲ ਦੀ ਲਾਈਫ ਤੱਕ ਮੈਂ ਮਿਰਚ ਦੀ ਕੋਈ ਆਈਟਮ ਨੂੰ ਖਾਣ ਨੂੰ ਤਰਸ ਗਿਆ। ਗਰਮ ਚੀਜ਼ ਨਹੀਂ ਕੋਈ ਖਾ ਸਕਦਾ ਸੀ। ਮਤਲਬ ਜੀ? ਮੇਰੀ ਜੀਭ ਦਾ ਜੀ ਇੱਕ ਤਰ੍ਹਾਂ ਦਾ ਕੋਈ, ਇਹਨੂੰ ਕੋਈ ਵਰਡ ਕਹਿ ਲਓ, ਅਲਸਰ ਕਹਿ ਲਓ, ਕੋਈ ਖਲਵਾ ਲਗਾ। ਇਹ ਫਟੀ ਵੀ ਰਹਿੰਦੀ ਹੈ ਇਸ ਤਰ੍ਹਾਂ ਦੀ। ਤੇ ਫਿਰ ਮੈਂ ਡਾਕਟਰ ਸਾਹਿਬ ਨਾਲ ਕਿੰਨੇ ਸਾਲ ਤੁਸੀਂ ਮਿਰਚ ਨਹੀਂ ਇੰਜੋਏ ਕੀਤੀ? 55 ਸਾਲ ਦੀ ਏਜ ਤੱਕ ਮਿਰਚ ਦੇ ਟੇਸਟ ਹੀ ਨਹੀਂ ਦੇਖੇ, ਖਾਂਦਾ ਹੀ ਨਹੀਂ ਸੀ ਮਿਰਚ, ਖਾ ਹੀ ਨਹੀਂ ਸਕਦਾ ਸੀ। ਮਤਲਬ ਮਿਰਚ, ਵਿਆਹ ਜਾਂਦੇ ਸੀ? ਦਹੀਂ ਨਾਲ ਰੋਟੀ ਖਾਂਦੇ ਸੀ ਵਿਆਹ 'ਚ ਜਾ ਕੇ। ਵਿਆਹ 'ਚ ਵੀ ਦਹੀਂ ਨਾਲ ਜਾ ਕੇ? ਹਾਂ, ਠੰਡੀ ਰੋਟੀ
ਮਤਲਬ ਗਰਮ ਚੀਜ਼ ਤਾਂ ਮਤਲਬ ਮੇਰੇ ਹੱਥ ਵੀ ਨਹੀਂ ਟੱਚ ਕਰਦੇ, ਅੱਜ ਵੀ ਨਹੀਂ ਕਰਦੇ। ਮਤਲਬ ਇੰਨੀ ਜ਼ਿਆਦਾ ਤੁਹਾਡੀ ਕੰਡੀਸ਼ਨਿੰਗ ਹੱਥਾਂ ਨਾਲ ਹੋ ਗਈ ਹੈ। ਹਾਂਜੀ, ਇਹ ਮੇਰੇ ਸੈਂਸਿਟਿਵ ਹੋ ਗਏ ਇੱਕ ਤਰ੍ਹਾਂ ਦੇ ਹੱਥ, ਮਤਲਬ ਜੇ ਕੱਪ ਗਲਾਸ 'ਚ ਚਾਹ ਹੋਵੇ ਮੇਰੇ ਹੱਥ 'ਚੋਂ ਗਲਾਸ ਛੁੱਟ ਜਾਂਦਾ, ਮੈਂ ਪਕੜ ਨਹੀਂ ਸਕਦਾ। ਤੇ ਪਰ ਹੁਣ ਤਾਂ ਤੁਸੀਂ ਕਹਿ ਰਹੇ ਕਿ ਸੂਪ ਲਾਓ। ਨਹੀਂ, ਡਾਕਟਰ ਸਾਹਿਬ ਤੋਂ ਦਵਾਈ ਲੈਣ ਤੋਂ ਬਾਅਦ ਮਤਲਬ ਕਈ ਚੀਜ਼ਾਂ ਇਹੋ ਜਿਹੀਆਂ ਜਿਹੜੇ ਲਾਈਫ 'ਚ ਟੇਸਟ ਨਹੀਂ ਦੇਖੇ ਸੀ ਉਹ ਦੇਖਣੇ ਸ਼ੁਰੂ ਹੋਏ ਹੈ। ਤੇ ਜਿਵੇਂ ਕਿ ਮਤਲਬ ਮੈਂ ਸੂਪ ਦਾ ਸ਼ੌਕੀਨ ਹੈਗਾ, ਹੁਣ ਸੂਪ ਪੀਨਾ ਮੈਂ, ਪਰ ਸੂਪ ਵੀ ਉਹ ਲੈਣਾ ਵੀ ਜਿੰਨਾ 'ਚ ਮਿਰਚ ਘੱਟ ਹੁੰਦੀ ਹੈ ਮਗਰੋਂ, ਜਿਵੇਂ ਮਿਰਚ ਦੀ ਸ਼ੁਰੂਆਤ ਕਰਤੀ ਤੁਸੀਂ? ਥੋੜੀ ਹੋ ਗਈ ਹੈ, ਥੋੜੀ ਹੋ ਗਈ ਹੈ। ਤੇ ਮੇਰੇ ਇਹਦੇ ਇੱਕ ਚੀਜ਼ ਮੈਂ ਹੈ ਵੀ ਮੇਰਾ 10 ਕਿਲੋ ਦੇ ਕਰੀਬ 2-2.5 ਸਾਲਾਂ ਦੇ ਵਿੱਚ ਇਹ ਕਿਹੜੀ ਦਵਾਈ ਦਿੰਦੇ ਆ, ਮੇਰਾ 79 ਵੇਟ ਸੀ, ਅੱਜ ਮੇਰਾ 69 ਹੈ। 10 ਕਿਲੋ ਵੇਟ ਜਿਹੜਾ ਮੇਰਾ ਲੋਸ ਹੋਇਆ। ਤੇ ਵਿਦਆਊਟ ਐਕਸਰਸਾਈਜ਼, ਕੁਝ ਡਾਕਟਰ ਸਾਹਿਬ ਨੇ ਪਰਹੇਜ਼ ਦੱਸੇ, ਉਹ ਪਰਹੇਜ਼ ਵੀ ਕਰਦੇ ਆ, ਪਰ ਮੈਂ ਐਲੋਪੈਥਿਕ ਦਾ ਮਤਲਬ ਦੁਸ਼ਮਣ ਹੈ। ਪਰ ਸਾਡੇ ਲਾਇਨਸ ਕਲੱਬ ਦੇ ਵਿੱਚ ਇੱਕ ਚੀਜ਼ ਬੋਲੀ ਜਾਂਦੀ ਹੈ ਵੀ ਡਾਕਟਰ ਰਾਜ ਕੋਲੇ ਚਲੇ ਜਾਓ, ਦਵਾਈਆਂ ਤੋਂ ਖਹਿੜਾ ਛੁੱਟ ਜਾਏਗਾ। ਤੇ ਫਿਰ ਡਾਕਟਰ ਸਾਹਿਬ ਨੇ ਕੀ ਕੀਤਾ ਇਸ ਤਰ੍ਹਾਂ ਦਾ ਜਿਹੜਾ ਤੁਹਾਨੂੰ ਥੋੜਾ ਸਵਾਦ ਜ਼ਿੰਦਗੀ ਦਾ ਅਹਿਸਾਸ ਕਰਵਾਉਣ ਲਾਤਾ, ਸਵਾਦ ਲੈਣ ਲਾਤਾ ਜ਼ਿੰਦਗੀ ਦਾ? ਉਹਦੇ ਵਿੱਚ ਸਭ ਤੋਂ ਵੱਡਾ ਪਹਿਲਾਂ ਤਾਂ ਇਹ ਹੈ ਜੀ, ਜਿਹੜੇ ਮੇਰੀ ਜੀਭ ਤੇ ਦੋਨੇ ਟਾਈਮ ਛਾਲੇ ਪੈ ਜਾਂਦੇ ਸੀ, ਜਦੋਂ ਵੀ ਰੋਟੀ ਖਾਣੀ ਹਲਕੇ ਨਮਕ ਨਾਲ ਵੀ ਛਾਲੇ ਹੋ ਜਾਂਦੇ ਸੀ, ਉਹ ਘਟ ਗਏ ਹੈ। ਮਤਲਬ ਹੁਣ ਮੈਂ ਜੇ ਖਾਣਾ ਕੋਈ ਚੀਜ਼, ਈਵਨ ਕਿ ਕੌਫੀ ਪੀਣਾ, ਚਾਹ ਮੈਂ ਪੀਂਦਾ ਹੀ ਨਹੀਂ ਹੈ। ਤੇ ਉਹ ਇੰਨਾ ਹੈਗਾ ਵੀ ਮੇਰੇ ਜਿਹੜੇ ਦੋਨੇ ਟਾਈਮ ਛਾਲੇ ਹੋ ਜਾਂਦੇ ਸੀ, ਮੈਂ ਆਪਦੀ ਜੇਬ 'ਚ ਟੋਫੀ ਰੱਖਦਾ ਸੀ, ਰੋਟੀ ਖਾਂਦੇ ਸਾਰ ਟੋਫੀ ਪਾਉਂਦਾ ਸੀ ਮੂੰਹ 'ਚ, ਤਾਂ ਜਾ ਕੇ ਰਿਲੈਕਸ ਹੁੰਦਾ ਸੀ, ਅਦਰਵਾਈਜ਼ ਨਹੀਂ। ਤੇ ਮੈਨੂੰ ਤਾਂ ਮਤਲਬ ਇਹ ਸਮਝ ਲਓ ਵੀ ਖਾਣ ਦਾ ਜਿਹੜਾ ਸਵਾਦ ਹੈ ਉਹ ਡਾਕਟਰ ਸਾਹਿਬ ਦੇ ਮਿਲਣ ਤੋਂ ਬਾਅਦ ਆਉਣਾ ਸ਼ੁਰੂ ਹੋਇਆ। ਉਦੋਂ ਪਹਿਲਾਂ ਤਾਂ ਮਤਲਬ ਸਮਝ ਲਓ ਵੀ ਮਿੱਠੇ ਨਾਲ ਜਾਂ ਦਹੀਂ ਨਾਲ ਰੋਟੀ ਖਾ ਲਈ, ਜਾਂ ਬਿਨਾਂ ਮਿਰਚਾਂ ਤੋਂ ਸਬਜ਼ੀ ਬੰਦਾ ਜਿਹੜਾ ਲਾਈਫ ਗੁਜ਼ਾਰ ਰਿਹਾ ਉਹਦਾ ਕੀ ਟੇਸਟ ਹੋਊਗਾ ਤੁਸੀਂ ਹਿਸਾਬ ਲਾ ਲਓ। ਮਤਲਬ ਇਹ ਦੇਖੋ, ਤੁਸੀਂ ਬਗੈਰ ਮਿੱਠੇ ਵਾਲੇ ਬੰਦੇ ਜਿਹੜੇ ਤੁਸੀਂ ਸੁਣੇ ਹੋਣਗੇ, ਤੁਹਾਡੇ ਆਪਣੇ ਸਰਕਲ 'ਚ ਦੇਖੇ ਹੋਣਗੇ, ਪਰ ਮੈਨੂੰ ਲੱਗਦਾ ਕਿ ਮੈਨੂੰ ਪਹਿਲੀ ਵਾਰ ਟੱਕਰੇ ਨੇ ਇਹ ਜਿਹੜੇ ਬਗੈਰ ਮਿਰਚ ਤੋਂ ਆਪਣੀ ਜ਼ਿੰਦਗੀ ਲੰਘਾ ਰਹੇ ਸੀ। ਮਜਬੂਰੀ ਸੀ ਜੀ, ਜਦੋਂ ਮਿਰਚ ਜੀਭ ਨੂੰ ਟੱਚ ਕਰਦੀ ਸੀ ਨਾਲ ਦੀ ਨਾਲ ਮੇਰੇ ਨੱਕ 'ਚੋਂ ਪਾਣੀ ਸਟਾਰਟ ਹੋ ਜਾਂਦਾ ਸੀ, ਸਿਰ ਤੋਂ ਸਾਰੀਆਂ ਪਸੀਨਾ ਮਤਲਬ ਸ਼ਰਟ ਗਿੱਲੀ ਹੋ ਜਾਂਦੀ ਸੀ, ਸਿਰ ਪਸੀਨਾ ਛੱਡਦਾ ਸੀ ਸਾਰਾ ਮੇਰਾ, ਟੋਪ ਤੋਂ ਲੈ ਕੇ ਇੱਥੇ ਤੱਕ। ਮੈਨੂੰ ਕਈ ਵਾਰੀ ਐਂ ਲੱਗਦਾ ਮੇਰੀ ਬਨੈਣ ਭਿੱਜ ਗਈ, ਨਾ ਪਾਣੀ ਉੱਤੋਂ ਟੱਚ ਕਰਦਾ ਸੀ। ਤੇ ਜਦੋਂ ਪਤਾ ਵੀ ਮਿਰਚ ਖਾਣ ਤੋਂ ਬਾਅਦ ਪ੍ਰੋਬਲਮ ਆਉਣੀ, ਤਾਂ ਇਸ ਲਈ ਮਤਲਬ ਇੱਕ ਫੀਅਰ ਫੈਕਟਰ ਪੈਦਾ ਹੋ ਗਿਆ ਸੀ ਮਿਰਚ ਦੇ ਨਾਂ ਦਾ ਮੇਰੀ ਬੋਡੀ ਲਾਈਫ 'ਤੇ, ਵੀ ਮਿਰਚ ਖਾਣੀ ਤੇ ਪੰਗਾ ਲੈਣਾ। ਤੇ ਇਸ ਲਈ ਬਾਜ਼ਾਰ ਦੇ ਕੋਈ ਸਮੋਸੇ, ਟਿੱਕੀ ਹੋਰ ਇਹੋ ਜਿਹੀਆਂ ਚੀਜ਼ਾਂ ਨੂੰ, ਤਾਂ ਸਮੋਸੇ ਦਾ ਟੇਸਟ ਦੇਖਣਾ ਤਾਂ ਅਸੀਂ ਪਾਪੜ ਹੀ ਖਾਂਦੇ ਸੀ, ਸਮੋਸੇ ਦਾ ਇਕੱਲਾ। ਪ੍ਰੈਕਟੀਕਲ ਹੈ ਲਾਈਫ ਦੇ ਵਿੱਚ, ਸਮੋਸਾ ਨਹੀਂ ਖਾਂਦੇ ਸੀ, ਪਾਪੜ ਖਾਂਦੇ ਸੀ, ਵੀ ਉਹ 'ਚ ਟੇਸਟ ਆ ਜਾਂਦਾ ਸੀ ਵੀ। ਤੇ ਸਮੋਸਾ ਕਿਹੋ ਜਿਹਾ ਹੋਏਗਾ? ਹਾਂ, ਤੇ ਜਾਂ ਮਤਲਬ ਹੁਣ ਜਿਵੇਂ ਨਮਕੀਨ ਖਾਣ ਨੂੰ ਜੀ ਕਰਦਾ ਤਾਂ ਸਿਰਫ ਮੂੰਗ ਦਾਲ ਖਾਂਦੇ ਹਾਂ ਅਸੀਂ, ਕਿਉਂਕਿ ਉਹ 'ਚ ਮਿਰਚ ਨਹੀਂ ਹੈ। ਤੇ ਜਿਵੇਂ ਕੋਈ ਬੀਕਾਨੇਰੀ ਭੁਜੀਆ, ਉਹਦਾ ਟੇਸਟ ਕਰਕੇ ਦੇਖਣਾ, ਤਾਂ ਜਿੱਦਣ ਮੈਂ ਕਹ ਲਓ ਪੰਗਾ ਲੈਣ ਨੂੰ ਮਨ ਕਰੇ ਉਦਣ ਖਾ ਲਓ, ਤਾਂ ਅਦਰਵਾਈਜ਼ ਨਹੀਂ। ਜੀ। ਸੋ ਉਮੀਦ ਕਰਦੇ ਤੇ ਤੁਸੀਂ ਹੁਣ ਜਿਹੜੀ ਮੈਡੀਸਨ ਤੁਸੀਂ ਇੱਥੋਂ ਪਾਣੀ, ਤੁਹਾਨੂੰ ਵੀ ਪਾਣੀ ਵਾਲੀ ਦਵਾਈ ਦਿੱਤੀ ਹੈ? ਨਹੀਂ ਡਾਕਟਰ ਸਾਹਿਬ, ਇਹ ਪਾਣੀ ਨਹੀਂ ਜੀ, ਅੰਮ੍ਰਿਤ ਹੈ। ਇਹ ਪਾਣੀ ਨਹੀਂ ਹੈ, ਪਾਣੀ ਤਾਂ ਲੋਕ ਸਮਝਦੇ ਆ, ਸਾਨੂੰ ਤਾਂ ਪਤਾ ਵੀ ਅਸੀਂ ਜੇ 2 ਡ੍ਰੌਪਸ ਜਿਹੜੇ ਇਹਨਾਂ ਨੇ ਪਾਣੀ ਦੇਣੇ ਆ ਸਾਨੂੰ, ਸਾਡੇ ਲਈ ਉਹ ਅੰਮ੍ਰਿਤ ਹੈ। ਤੁਸੀਂ ਦੇਖੋ, ਜਿਹੜੇ ਬੰਦੇ ਨੇ 55 ਸਾਲ ਦੀ ਲਾਈਫ 'ਚ ਬਿਨਾਂ ਮਿਰਚਾਂ ਤੋਂ ਲਾਈਫ ਗੁਜ਼ਾਰੀ ਹੋਵੇ ਤੇ ਉਸ ਨੂੰ ਅੱਜ ਟੇਸਟ ਕਰਨ ਦਾ ਮੌਕਾ ਮਿਲਿਆ। ਹਰੀ ਮਿਰਚ ਮੈਂ ਅੱਜ ਵੀ ਨਹੀਂ ਲੈਂਦਾ, ਕਾਲੀ ਮਿਰਚ ਦਾ ਹਲਕਾ ਘਰੇ ਕਹਿਤਾ ਵੀ ਇਹ 'ਚ ਪਾ ਦਿਓ ਤੇ ਜਿਹਦਾ ਟੇਸਟ ਕਰ ਸਕਦੇ ਹਾਂ। ਲਾਲ ਮਿਰਚ ਦਾ ਤਾਂ ਟੇਸਟ ਮਤਲਬ ਪੋਸੀਬਲ ਨਹੀਂ ਹੈ। ਜੀ ਬਹੁਤ ਸ਼ੁਕਰੀਆ ਜੀ। ਸਾਰੀ ਆਪਣਾ ਐਕਸਪੀਰੀਅੰਸ ਸ਼ੇਅਰ। ਕੀ ਨਾਂ ਕੀ ਹੈ ਤੁਹਾਡਾ? ਰਕੇਸ਼ ਤਾਂਗੜੀ ਜੀ। ਰਕੇਸ਼ ਤਾਂਗੜੀ, ਲਾਇਨ ਜੀ, ਲਾਇਨ ਰਕੇਸ਼ ਤਾਂਗੜੀ। ਥੈਂਕ ਜੀ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ। ਸੋ ਇੱਕ ਸਰਦਾਰ ਸਾਹਿਬ ਵੀ ਨੇ, ਇਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ, ਔਰ ਡਾਕਟਰ ਰਜਿੰਦਰ ਹੋਰਾਂ ਕੋਲੋਂ ਵੀ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨੂੰ, ਰਕੇਸ਼ ਜੀ ਨੂੰ ਪ੍ਰੋਬਲਮ ਕੀ ਸੀ, ਔਰ ਇਹਨਾਂ ਦਾ ਜਿਹੜੀ ਦਿੱਕਤ ਪਰੇਸ਼ਾਨੀਆਂ ਕਿੱਥੋਂ ਇਸ ਤਰ੍ਹਾਂ। ਡਾਕਟਰ ਸਾਹਿਬ, ਮੈਂ ਸੁਣਿਆ ਵੀ ਸ਼ੂਗਰ ਵਾਲਾ ਬੰਦਾ ਮਿੱਠਾ ਨਹੀਂ ਖਾਂਦਾ, ਤੇ ਤੁਸੀਂ ਇਹ ਮਿਰਚਾਂ ਵਾਲਾ ਬੰਦਾ ਵੀ ਤੁਹਾਡੇ ਕੋਲ ਆਇਆ ਹੋਇਆ, ਇਹਨਾਂ ਨੂੰ ਫਿਰ ਕਿਵੇਂ ਡੀਲ ਕੀਤਾ ਤੁਸੀਂ? ਇਹ ਅਸਲ ਜੀ ਜਿਹੜਾ ਕੇਸ ਸੀ ਹੇਰੀ ਟੰਗ ਦਾ ਸੀਗਾ। ਹੇਰੀ ਟੰਗ ਇਹ ਕਿਵੇਂ ਹੁੰਦਾ, ਇਹ ਬਚਪਨ 'ਚ ਕਈ ਵਾਰੀ ਜਿਵੇਂ ਬੰਦਾ ਬਿਮਾਰ ਹੋਇਆ ਜਾਂ ਕੁਝ ਵੀ ਆ, ਤਾਂ ਸਟਰੋਂਗ ਕਈ ਵਾਰੀ ਐਂਟੀਬਾਇਓਟਿਕ ਜਾਂ ਕੋਈ ਦਵਾਈਆਂ ਜਾਂ ਕੋਈ ਜ਼ਿਆਦਾ ਗਰਮ ਚੀਜ਼ ਲਈ ਗਈ, ਤਾਂ ਉਦੋਂ ਕਈ ਵਾਰੀ ਇਸ ਤਰ੍ਹਾਂ ਦੀ ਟੰਗ ਡਿਵੈਲਪ ਹੋ ਜਾਂਦੀ ਹੈ। ਇਸ ਕੇਸ ਦੇ ਵਿੱਚ ਹੁੰਦਾ ਕਿ ਇਹ ਜਿਹੜੀ ਸਵਾਦ ਵਾਲੀਆਂ ਜਿਹੜੀਆਂ ਸਾਡੀਆਂ ਗ੍ਰੰਥੀਆਂ ਉਹ ਜ਼ਿਆਦਾ ਸੈਂਸਿਟਿਵ ਹੋ ਜਾਂਦੀਆਂ। ਇਹ ਫਿਰ ਜਦੋਂ ਵੀ ਜਿਹੜੀ ਹੈਗੀ ਆ ਕੋਈ ਲੈਂਦੇ ਸੀ ਮਿਰਚ ਵਾਲੀ ਚੀਜ਼, ਤਾਂ ਫਿਰ ਇਹਨਾਂ ਦੇ ਪਸੀਨੇ ਛੁੱਟ ਜਾਂਦੇ ਸੀ। ਤਾਂ ਇਸ ਕਰਕੇ ਉਹ, ਕਿਉਂਕਿ ਜਿਹੜੀਆਂ ਇਹ ਦਵਾਈਆਂ ਅਸੀਂ ਬਣਾਉਂਦੇ ਹਾਂ ਜਾਂ ਤਿਆਰ ਕਰਦੇ ਹਾਂ, ਇਹ ਬਾਡੀ ਦੇ ਨੈਚੁਰਲ। ਇਹਨਾਂ ਨੂੰ ਕਿਹੜਾ ਦਰਖਤ ਤੁਸੀਂ ਪਾਣੀ ਕੱਢ ਕੇ ਦਿੱਤਾ? ਕਿਹੜੇ ਦਰਖਤ ਦਾ ਪਾਣੀ ਕੱਢਿਆ? ਇਹ ਇੱਕ ਦਰਖਤ ਨਹੀਂ ਜੀ ਦਿੱਤਾ ਜੀ, ਉਹ ਕਈ ਤਰ੍ਹਾਂ ਦੇ ਦਰਖਤ।
ਬਹੁਤ ਸਾਰੇ ਦਰਖਤ ਆ, ਜਿਵੇਂ ਆਪਾਂ ਗੱਲ ਕਰ ਲਈਏ, ਜਿਵੇਂ ਤੁਲਸੀ ਦੀ ਗੱਲ ਕਰ ਲਈਏ, ਪਿੱਪਲ ਦੀ ਗੱਲ ਕਰ ਲਈਏ, ਜਿਹੜੇ ਸਾਡੇ ਆਲੇ ਦੁਆਲੇ 'ਚ ਹੁੰਦੇ ਨੇ, ਤਾਂ ਉਹ ਇਸ ਤਰ੍ਹਾਂ ਦੇ ਕਾਫੀ ਜਿਹੜੀਆਂ ਜੜੀ ਬੂਟੀਆਂ ਜਿਹੜੀਆਂ ਹੈਗੀਆਂ, ਉਹਨਾਂ 'ਚੋਂ ਮੈਂ ਕਾਮਨ ਸੀ ਦੱਸਤੀਆਂ, ਬਾਕੀ ਜਿਹੜੀਆਂ ਆਮ ਕਾਮਨ ਨਹੀਂ ਹੁੰਦੀਆਂ ਉਹ ਮੈਂ ਨਹੀਂ ਦੱਸੀਆਂ। ਤਾਂ ਹੁੰਦਾ ਕੀ ਹੈ ਵੀ ਜਿਹੜੀ ਅਸੀਂ ਦਵਾਈ ਬਣਾਉਂਦੇ ਆ ਇਸ ਔਰ ਜਦ ਦਿੰਦੇ ਆ, ਉਹਦੇ ਵਿੱਚ ਇਹ ਦੇਖਿਆ ਜਾਂਦਾ ਵੀ ਇਸ ਅੰਗ ਨੂੰ ਕਿਵੇਂ ਨੈਚੁਰਲੀ ਕਿਸ ਹੱਦ ਤੱਕ ਠੀਕ ਕੀਤਾ ਜਾ ਸਕਦਾ। ਤਾਂ ਇਹਨਾਂ ਨੂੰ ਜਿਹੜੀ ਅਸੀਂ ਦਵਾਈ ਦਿੱਤੀ, ਉਹਨਾਂ ਨੇ ਇਹਨਾਂ ਦੀ ਜਿਹੜੀ ਕੁਝ ਹੀਲਿੰਗ ਸੀ ਉਹਨੂੰ ਪ੍ਰਮੋਟ ਕੀਤਾ, ਤਾਂ ਜੋ ਇਹਨਾਂ ਦੀ ਅੰਗ ਥੋੜੀ ਠੀਕ ਹੋਈ, ਤਾਂ ਆਪਦਾ ਨੈਚੁਰਲ ਟੇਸਟ ਹੁਣ ਲੈ ਰਹੇ ਨੇ। ਸੋ ਸਾਡੇ ਨਾਲ ਇੱਕ ਹੋਰ ਸ਼ਖਸ ਨੇ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ। ਕੀ ਨਾਂ ਹੈ ਜੀ ਤੁਹਾਡਾ? ਗੁਰਜਿੰਦਰ ਸਿੰਘ ਹੈ ਜੀ। ਅੱਛਾ ਗੁਰਜਿੰਦਰ ਜੀ, ਤੁਸੀਂ ਇੱਥੇ ਸਾਰੀਆਂ ਚੀਜ਼ਾਂ ਨੂੰ ਬੜੇ ਗੌਰ ਨਾਲ ਸੁਣ ਰਹੇ ਸੀ, ਤੁਸੀਂ ਇੱਥੇ ਕਿਵੇਂ ਪਹੁੰਚੇ? ਸਰ ਮੈਂ ਇੱਥੇ ਕਾਫੀ ਸਮੇਂ ਤੋਂ ਆ ਰਿਹਾ ਡਾਕਟਰ ਸਾਹਿਬ ਕੋਲੇ। ਐਕਚੁਅਲੀ ਮੇਰੇ ਪਰਿਵਾਰਕ ਮੈਂਬਰ ਅਤੇ ਮੇਰੇ ਰਿਸ਼ਤੇਦਾਰ ਹੋਰ ਯਾਰ ਦੋਸਤ ਕਾਫੀਆਂ ਨੂੰ ਮੈਂ ਇੱਥੇ ਬਾਰੇ ਡਾਕਟਰ ਸਾਹਿਬ ਬਾਰੇ ਦੱਸਿਆ ਸੀ, ਅਤੇ ਕਾਫੀਆਂ ਨੂੰ ਇੱਥੋਂ ਬੜਾ ਫਰਕ ਮਿਲਿਆ ਜੀ ਦਵਾਈ ਤੋਂ, ਡਾਕਟਰ ਸਾਹਿਬ ਦੀ ਤੋਂ। ਅਤੇ ਮੈਨੂੰ ਵੀ ਖੁਦ ਮੇਰਾ ਪੇਟ ਨਹੀਂ ਸਾਫ਼ ਰਹਿੰਦਾ ਸੀ ਜੀ, ਮੈਂ ਉਹਦੇ ਕਾਫੀ ਸਮੇਂ ਤੋਂ ਮੈਂ ਦਿੱਕਤ ਸੀ ਜੀ ਮੈਨੂੰ। ਮੈਂ ਇੰਗਲਿਸ਼ ਦਵਾਈ ਵੀ ਆਪਣੀ ਐਲੋਪੈਥੀ ਵੀ ਟਰਾਈ ਕੀਤੀ ਹੈ ਜੀ, ਪਰ ਕੁਝ ਮੈਨੂੰ ਜ਼ਿਆਦਾ ਫਰਕ ਨਹੀਂ ਪਿਆ ਸੀ ਖਾਸ। ਜਦੋਂ ਤੋਂ ਮੈਂ ਡਾਕਟਰ ਸਾਹਿਬ ਕੋਲ ਆਇਆ, ਇਹਨਾਂ ਦੀ ਦਵਾਈ ਮੈਂ ਵਰਤੀ ਹੈ, ਉਦੋਂ ਤੋਂ ਹੀ ਮੇਰਾ ਸਰੀਰ ਵੀ ਫੁੱਲ ਵਰਗਾ ਬਣ ਗਿਆ ਹੈ, ਅਤੇ ਮੈਨੂੰ ਕਾਫੀ ਜ਼ਿਆਦਾ ਖੁਸ਼ੀ, ਆਪਾਂ ਅੰਦਰੋਂ ਹੀ ਖੁਸ਼ੀ ਮਹਿਸੂਸ ਹੁੰਦੀ ਹੈ। ਅਤੇ ਹੋਰ ਵੀ ਮੇਰੇ ਰਿਸ਼ਤੇਦਾਰ ਨੇ ਕਾਫੀ, ਜਿਵੇਂ ਮੇਰੇ ਇੱਕ ਮਾਤਾ ਜੀ ਨੇ ਆਪਣੇ ਰਿਸ਼ਤੇਦਾਰੀ 'ਚ ਲੱਗਦੇ ਨੇ, ਉਹਦੇ ਗੋਡਿਆਂ 'ਚ ਦਿੱਕਤ ਸੀ ਅਤੇ ਲੱਤਾਂ 'ਚ ਵੀ ਦਰਦ ਰਹਿੰਦਾ ਸੀ। ਜਦੋਂ ਮੈਂ ਉਹਨਾਂ ਨੂੰ ਇੱਥੇ ਲੈ ਕੇ ਆਇਆ ਡਾਕਟਰ ਸਾਹਿਬ ਕੋਲੇ, ਉਹਨਾਂ ਨੇ ਦਵਾਈ ਸ਼ੁਰੂ ਕੀਤੀ, 1 ਮਹੀਨੇ ਦੇ ਵਿੱਚ ਉਹਨਾਂ ਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਜੀ। ਅੱਛਾ, ਗੋਡਿਆਂ 'ਚ? ਗੋਡਿਆਂ 'ਚ ਜੀ। ਉਹਨਾਂ ਦੇ ਕਹਿੰਦੇ ਹੁਣ ਮੈਨੂੰ ਦਰਦ ਤੋਂ ਕਾਫੀ ਰਾਹਤ ਹੈ, ਉਹਨਾਂ ਨੇ ਦੱਸਿਆ ਮੈਨੂੰ, ਅਤੇ ਮਹੀਨੇ ਬਾਅਦ ਉਹਨਾਂ ਦਾ ਦਰਦ ਹੀ ਖਤਮ ਹੋ ਗਿਆ। 1 ਮਹੀਨਾ ਦਵਾਈ ਖਿਲਾਈ ਉਹਨਾਂ ਨੂੰ। ਮਤਲਬ ਆਪਰੇਸ਼ਨ ਦੀ ਤਿਆਰੀ ਸੀ ਜਦੋਂ? ਬਸ ਆਪਰੇਸ਼ਨ ਡਾਕਟਰਾਂ ਨੇ ਕਹਿਤਾ ਸੀ ਜਦ ਆਪਰੇਸ਼ਨ ਹੋਵੇ, ਮਤਲਬ ਦੁਬਾਰਾ ਚੈੱਕਅਪ ਕਰਾਉਣਾ ਸੀ, ਜੋ ਗਰੀਸ ਵਗੈਰਾ ਕਹਿੰਦੇ ਘਟ ਜਾਂਦੀ ਹੈ ਗੋਡਿਆਂ ਦੀ, ਤਾਂ ਦਿੱਕਤ ਸੀ ਇੱਦਾਂ ਕਾਫੀ ਜ਼ਿਆਦਾ। ਜਦੋਂ ਆਪਾਂ ਦਵਾਈ ਸ਼ੁਰੂ ਕੀਤੀ ਹੈ ਅਤੇ 2 ਮਹੀਨੇ ਬਾਅਦ ਦੁਬਾਰਾ ਟੈਸਟ ਕਰਾਇਆ ਸੀ ਅਸੀਂ। ਦਵਾਈ ਕੀ ਦਿੱਤੀ ਸੀ? ਤਾਂ ਪਾਣੀ ਹੈ ਜੀ? ਬਸ ਇਹ ਪਾਣੀ ਹੈ, ਸਮਝ ਲਓ ਪਾਣੀ 'ਚ ਕੋਈ ਡਾਕਟਰ ਸਾਹਿਬ ਪਾਉਂਦੇ ਆ, ਕੀ ਪਾਉਂਦੇ ਆ ਡਾਕਟਰ ਸਾਹਿਬ ਨੂੰ ਪਤਾ ਜੀ। ਫਿਰ ਉਹਨੇ ਪਾਣੀ ਨੇ ਇੰਨਾ ਫਰਕ ਪਾਤਾ ਕਿ 2 ਮਹੀਨੇ ਬਾਅਦ ਅਸੀਂ ਦੁਬਾਰਾ ਉਹਨਾਂ ਦੀ ਰਿਪੋਰਟ ਕਰਾਈ ਹੈ, ਅਤੇ ਉਹਨਾਂ ਦੇ ਡਾਕਟਰ ਸਾਹਿਬ ਜਿਹੜਾ ਨੇ ਕਿਹਾ ਸੀ ਵੀ ਇਹਦੇ ਆਪਰੇਸ਼ਨ ਹੋਣਾ, ਇੱਦਾਂ ਦਿੱਕਤ ਹੈ, ਉਹ ਕਹਿੰਦੇ ਜੀ ਹੁਣ ਲੋੜ ਨਹੀਂ, ਕਹਿੰਦੇ ਆਪਰੇਸ਼ਨ ਦੀ ਕੋਈ। ਹੁਣ ਗਰੀਸ ਬਣੀ ਕੀ ਬਣਿਆ ਜੀ, ਮਤਲਬ ਤਾਂ ਡਾਕਟਰ ਸਾਹਿਬ ਜਾਣਨ, ਜਾਂ ਉਹ ਡਾਕਟਰ ਸਾਹਿਬ ਜਾਣੀ ਨੇ ਲਿਖਿਆ ਸੀ ਜਿਨ੍ਹਾਂ ਨੇ। ਅਤੇ ਹੋਰ ਵੀ ਮੇਰੇ ਕਾਫੀ ਐਕਸਪੀਰੀਅੰਸ ਨੇ ਡਾਕਟਰ ਸਾਹਿਬ ਨਾਲ। ਕੱਲ੍ਹ ਹੀ ਮੈਂ ਆਪਣੇ ਫਾਦਰ ਸਾਹਿਬ ਦੀ ਅੱਖਾਂ ਦਾ ਚੈੱਕਅਪ ਕਰਾਇਆ ਸੀ। ਐਕਚੁਅਲੀ ਉਹਨਾਂ ਨੂੰ ਪਹਿਲੇ 2 ਨੰਬਰ ਦਾ ਚਸ਼ਮਾ ਲੱਗਿਆ ਹੋਇਆ ਸੀ, ਉਹਨਾਂ ਦੀ ਏਜ ਹੈਗੀ ਹੈ 65 ਸਾਲ ਦੀ ਏਜ ਹੈ ਜੀ, ਅਤੇ 2 ਨੰਬਰ ਦਾ ਚਸ਼ਮਾ ਸੀ ਉਹਨਾਂ ਦੇ ਲੱਗਿਆ ਹੋਇਆ। ਉਹਨਾਂ ਦਾ ਕੱਲ੍ਹ ਮੈਂ ਟੈਸਟ ਕਰਵਾਇਆ, ਕਾਫੀ ਸਮੇਂ ਤੋਂ ਉਹਨਾਂ ਦੀ ਮੈਂ ਦਵਾਈ ਅੱਖਾਂ 'ਚ ਪਾ ਰਿਹਾ ਸੀ, ਡਾਕਟਰ ਸਾਹਿਬ ਦੀ ਇੱਕ ਦਵਾਈ ਹੈ, ਅਤੇ ਉਹਨਾਂ ਦਾ 1 ਨੰਬਰ ਘਟ ਗਿਆ ਚਸ਼ਮੇ ਦਾ। ਕਿਆ ਬਾਤ ਹੈ, 65 ਸਾਲ ਦੀ ਉਮਰ? 65 ਸਾਲ ਦੀ ਉਮਰ 'ਚ, ਅਤੇ ਉਹਨਾਂ ਦਾ 1 ਨੰਬਰ ਘਟ ਗਿਆ। ਕਹਿੰਦੇ ਡਾਕਟਰ ਸਾਹਿਬ ਕਹਿੰਦੇ ਵੀ ਇਹਦਾ ਚਸ਼ਮਾ ਬਦਲਾਓ, ਕਹਿੰਦੇ ਹੁਣ ਤੁਸੀਂ ਲਗਾ ਲਓ। ਖੁਦ ਮੈਂ ਵੀ ਟਰਾਈ ਕਰ ਰਹੀ ਹਾਂ, ਐਕਚੁਅਲੀ ਮੈਂ ਕੰਪਿਊਟਰ 'ਤੇ ਕੰਮ ਕਰਦਾ ਹਾਂ, ਤਾਂ ਮੈਂ ਵੀ ਆਪਣੀ ਅੱਖਾਂ ਵਾਸਤੇ ਉਹੀ ਦਵਾਈ ਟਰਾਈ ਕਰ ਰਿਹਾ। ਮੈਨੂੰ ਜਿਵੇਂ ਪਹਿਲੇ ਜਲਨ ਮਹਿਸੂਸ ਹੁੰਦੀ ਸੀ ਅੱਖਾਂ 'ਚ, ਹੁਣ ਉਹ ਬਿਲਕੁਲ ਖਤਮ ਹੈ ਜੀ ਮੇਰਾ। ਹੁਣ ਮੈਨੂੰ ਕਾਫੀ ਰਿਲੀਫ ਮਿਲੀ ਹੈ ਦਵਾਈ ਤੋਂ। ਹੋਰ ਵੀ ਮੇਰੇ ਕਾਫੀ ਤਜਰਬੇ ਨੇ ਇੱਥੇ ਦੇ। ਮੇਰੇ ਇੱਕ ਰਿਸ਼ਤੇਦਾਰੀ 'ਚੋਂ ਨੇ, ਉਹਨਾਂ ਦੇ ਆਪਣੇ ਹਰਨੀਆਂ 'ਚ ਹੀ ਹਰਨੀਆਂ ਦੀ ਬਿਮਾਰੀ ਸੀ ਉਹਨਾਂ ਨੂੰ। ਉਹਨਾਂ ਦਾ ਕਈ ਹਸਪਤਾਲਾਂ ਚੈੱਕ ਕਰਾਇਆ ਸੀ, ਉਹਨਾਂ ਦੇ ਕਹਿੰਦੇ ਵੀ ਆਪਰੇਸ਼ਨ ਹੋਣਾ ਸੀ ਹਰਨੀਆਂ ਦਾ। ਅਤੇ ਉਹ ਮੇਰੇ ਆਪਣੇ ਸੰਪਰਕ 'ਚ ਆਏ, ਅਤੇ ਮੈਂ ਉਹਨਾਂ ਨੂੰ ਇੱਥੇ ਡਾਕਟਰ ਸਾਹਿਬ ਕੋਲ ਲੈ ਕੇ ਆਇਆ। ਉਹਨਾਂ ਜਦੋਂ ਦਵਾਈ ਸ਼ੁਰੂ ਕੀਤੀ, ਉਹਨਾਂ ਨੂੰ 1 ਮਹੀਨੇ 'ਚ ਹੀ ਉਹਨਾਂ ਨੂੰ ਇੱਦਾਂ ਹੀ ਮਹਿਸੂਸ ਹੋਇਆ ਕਿ ਹੁਣ ਥੋੜ੍ਹਾ ਫਰਕ ਹੈ। ਮਤਲਬ ਹੁਣ ਤਾਂ ਫਿਰ ਇਹ ਹੋਊਗਾ ਵੀ ਗੁਰਜਿੰਦਰ ਹੋਰਾਂ ਨੂੰ ਫੋਨ ਕਰ ਲਓ ਵੀ ਭਾਈ ਡਾਕਟਰ ਸਾਹਿਬ ਨੂੰ ਮਿਲਾ ਦੇਣਗੇ, ਜਿਹਨੂੰ ਰਿਸ਼ਤੇਦਾਰੀ 'ਚ ਵੀ ਕੋਈ ਦਿੱਕਤ ਪਰੇਸ਼ਾਨੀ ਹੋ ਤੁਹਾਨੂੰ ਵੀ ਫੋਨ ਕਰਦੇ ਹੋਣਗੇ। ਬਿਲਕੁਲ ਜੀ ਬਿਲਕੁਲ, ਮੇਰੇ ਕਾਫੀ ਸੰਪਰਕ ਜਿੱਦਾਂ ਬੰਦੇ ਆਏ ਨੇ, ਯਾਰ ਦੋਸਤ ਅਤੇ ਹੋਰ ਮੇਰੇ ਪਿੰਡ ਵਾਸੀ ਅਤੇ ਆਪਣੇ ਸੱਜਣ ਮਿੱਤਰ। ਅਤੇ ਉਦੋਂ ਅਸੀਂ ਉਹਨਾਂ ਨੂੰ ਵੀ 2-3 ਮਹੀਨੇ ਦਵਾਈ ਖਿਲਾਈ ਹੈ, ਅਤੇ ਦੁਬਾਰਾ ਚੈੱਕਅਪ ਕੀਤਾ ਉਹਨਾਂ ਦਾ, ਇੱਦਾਂ ਹੀ ਟੈਸਟ ਕਰਵਾਇਆ। ਉਹਨਾਂ ਦੇ ਵੀ ਆਂਦੇ ਹੁਣ ਕਹਿੰਦੇ ਜਿਹੜੇ ਡਾਕਟਰਾਂ ਨੇ ਆਪਰੇਸ਼ਨ ਲਿਖਿਆ ਸੀ ਉਹੀ ਕਹਿੰਦੇ ਨੇ, ਕਹਿੰਦੇ ਹੁਣ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਕਹਿੰਦੇ। ਤੁਹਾਡੇ ਵਾਈਫ ਵਾਲਾ ਕੀ ਤਜਰਬਾ, ਤੁਸੀਂ ਉਹ ਵੀ ਗੱਲ ਦੱਸ ਰਹੇ? ਹਾਂਜੀ ਹਾਂ, ਮੇਰੇ ਵਾਈਫ ਦਾ ਇੱਦਾਂ ਉਹਨਾਂ ਦੀ ਪਾਥਰੀ ਸੀ ਜੀ, ਅਤੇ ਅਸੀਂ ਚਾਹੁੰਦੇ ਸੀ ਵੀ ਪਾਥਰੀ, ਅਤੇ ਅਸੀਂ ਉਦੋਂ ਬੱਚਾ ਵੀ ਕਨਸੀਵ ਕਰਨਾ ਚਾਹੁੰਦੇ ਸੀ, ਤਾਂ ਅਸੀਂ ਡਾਕਟਰ ਸਾਹਿਬ ਕੋਲੇ ਆਏ ਸੀ, ਉਹਨਾਂ ਨੇ ਆਪਣੀ ਪ੍ਰੋਬਲਮ ਦੱਸੀ ਸੀ, ਇੱਦਾਂ ਦਿੱਕਤ ਹੈ ਵੀ ਸਾਨੂੰ। ਅਤੇ ਡਾਕਟਰ ਸਾਹਿਬ ਨੇ ਕਿੰਨੇ ਸਾਲ ਹੋ ਗਏ ਸੀ ਵਿਆਹ ਨੂੰ? 3 ਸਾਲ ਹੋ ਗਏ ਸੀ ਜੀ ਵਿਆਹ ਨੂੰ। ਅੱਛਾ, ਵਿਆਹ ਨੂੰ 3 ਸਾਲ ਹੋ ਗਏ ਸੀ, ਬੱਚੇ ਦੀ ਦਾਤ ਨਹੀਂ ਸੀ? ਐਕਚੁਅਲੀ ਅਸੀਂ 3 ਸਾਲ ਬਾਅਦ ਅਸੀਂ ਦਿੱਕਤ ਸੀ ਅਸੀਂ, ਅਤੇ ਬਾਕੀ ਇਹਦਾ ਪਾਥਰੀ ਸਾਨੂੰ ਜ਼ਿਆਦਾ ਦਿੱਕਤ ਸੀ, ਉਹਨੇ ਦਰਦ ਹੁੰਦਾ ਸੀ ਨਾ ਇੱਦਾਂ। ਫਿਰ ਅਸੀਂ ਡਾਕਟਰ ਸਾਹਿਬ ਨੂੰ ਪ੍ਰੋਬਲਮ ਦੱਸੀ ਆਪਣੀ ਆ ਕੇ ਕਿ ਇੱਦਾਂ ਸਾਨੂੰ ਦਿੱਕਤ ਹੈ ਜੀ, ਤਾਂ ਡਾਕਟਰ ਸਾਹਿਬ ਨੇ ਸਾਨੂੰ ਦਵਾਈ ਦਿੱਤੀ ਪਹਿਲਾਂ ਪਾਥਰੀ ਦੀ, ਅਤੇ ਨਾਲ ਹੀ ਆਪਾਂ ਨੂੰ ਦੱਸਿਆ ਵੀ ਸਾਨੂੰ ਇੱਧਰ ਬੱਚੇ ਵਾਲੇ ਪਾਸੇ ਵੀ ਤੁਹਾਨੂੰ ਰਿਲੀਫ ਮਿਲੇਗਾ ਇਹ 'ਚ। ਉੱਦਾਂ ਅਸੀਂ ਮਹੀਨੇ ਬਾਅਦ ਹੀ ਸਾਨੂੰ ਰਿਜ਼ਲਟ ਮਿਲਿਆ ਜੀ, ਖੁਸ਼ਖਬਰੀ ਆ ਗਈ। ਅਤੇ ਪਾਥਰੀ ਦਾ ਵੀ ਅਸੀਂ ਬਾਅਦ 'ਚ ਉਹ ਅਲਟਰਾਸਾਊਂਡ ਕਰਾਇਆ ਸੀ, ਅਤੇ ਉਹਦੇ ਪਾਥਰੀ ਵੀ ਬਿਲਕੁਲ ਸਾਫ਼ ਹੋ ਗਈ ਸੀ ਉਹਦੇ 'ਚ। ਜੀ। ਸੋ ਇਹ ਸਨ ਗੁਰਜਿੰਦਰ ਜੀ। ਇੱਕ ਹੋਰ ਜਿਹੜੇ ਸ਼ਖਸ ਹੈਗੇ ਨੇ ਉਹ ਇੱਥੇ ਬੈਠੇ ਨੇ, ਉਹਨਾਂ ਨਾਲ ਅਸੀਂ ਗੱਲਬਾਤ ਕਰ ਲੈਂਦੇ ਹਾਂ, ਸਮਝਣ ਦੀ ਕੋਸ਼ਿਸ਼ ਕਰਾਂਗੇ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਜੀ ਤੁਹਾਡਾ? ਰਾਕੇਸ਼ ਬੰਸਲ। ਅੱਛਾ ਬੰਸਲ ਸਾਹਿਬ, ਤੁਸੀਂ ਇੱਥੇ? ਮੈਂ ਸਰ ਡਾਕਟਰ ਸਾਹਿਬ ਨੇ ਆਪਣੇ ਰਾਜਿੰਦਰ ਜੀ, ਇਹਨਾਂ ਕੋਲੇ ਦਵਾਈ ਮਿਲਦੀ ਹੈ ਬਹੁਤ ਅੱਛੀ ਇਲੈਕਟ੍ਰੋਪੈਥੀ ਦੀ ਜੀ। ਤੇ ਹੈਗਾ ਤਾਂ ਪਾਣੀ ਹੈ ਜੀ ਉਹ? ਨਹੀਂ, ਪਾਣੀ ਨਹੀਂ ਹੈ ਸਰ। ਉਹ ਸਭ ਤੋਂ ਪਹਿਲੇ ਮੇਰਾ ਐਕਸਪੀਰੀਅੰਸ ਹੋਇਆ ਕਿ ਮੇਰੇ ਮਦਰ ਨੂੰ ਨਾ ਜੀ, ਉਹ ਸੀ ਇਜ਼ ਅਰਾਊਂਡ 78 ਜੀ ਏਜ ਦੇ ਨੇ ਉਹ, ਤੇ ਉਹਨਾਂ ਨੂੰ ਪਿੰਡ ਮਟੌਰ ਹੈ ਜੀ ਨਾਲ ਹੀ ਸੈਕਟਰ 70 ਦੇ ਵਿੱਚ, ਉੱਥੇ ਗਾਂ ਹਿੱਟ ਕਰਕੇ ਗਈ। ਅੱਛਾ। ਉਹ ਪਿੱਠ ਦੇ ਭਾਰ ਡਿੱਗੇ ਤੇ ਜੂਨ ਦਾ ਮਹੀਨਾ ਸੀਗਾ ਜੀ, ਤਪਦੀ ਗਰਮੀ 'ਚ, ਤੇ ਉਹਨਾਂ ਦੀ ਰੀੜ੍ਹ ਦੇ ਹੇਅਰ ਲਾਈਨ ਫ੍ਰੈਕਚਰ ਆ ਗਿਆ। ਬ੍ਰਦਰ ਦਾ ਮੈਨੂੰ ਫੋਨ ਆਇਆ, ਕਹਿੰਦਾ ਇਮੀਡੀਏਟਲੀ ਤੂੰ ਹਸਪੀਟਲ ਆ ਜਾ, ਮੰਮੀ ਨੂੰ ਪੇਨ ਬਹੁਤ ਹੋ ਰਿਹਾ। ਮੈਂ ਉੱਥੇ ਗਿਆ ਤੇ ਡਾਕਟਰ ਨੇ ਮੈਨੂੰ ਕਿਹਾ ਵੀ ਨਾ ਤਾਂ ਇਹਦਾ ਆਪਰੇਸ਼ਨ ਹੋ ਸਕਦਾ, ਨਾ ਇਹਦਾ ਪਲਸਤਰ ਹੋ ਸਕਦਾ, 6 ਮਹੀਨੇ ਤੁਸੀਂ ਬੈੱਡ ਰੈਸਟ ਹੈ। ਤੇ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋਇਆ ਵੀ ਇਸ ਏਜ ਦੇ ਵਿੱਚ ਜੂਨ ਦੇ ਮਹੀਨੇ ਤਪਦੀ ਗਰਮੀ ਜੇ ਬੈੱਡ ਰੈਸਟ ਹੋਇਆ ਤਾਂ ਬੈੱਡ ਸੋਲ ਹੋਣ ਦਾ ਵੀ ਖਤਰਾ ਹੈਗਾ। ਠੀਕ ਹੈ ਜੀ। ਫਿਰ ਮੈਨੂੰ ਡਾਕਟਰ ਸਾਹਿਬ ਦਾ ਪਤਾ ਚੱਲਿਆ ਜੀ ਥੋੜ੍ਹੇ ਦਿਨਾਂ ਬਾਅਦ ਹੀ, ਤੇ ਮੈਂ ਇਹਨਾਂ ਕੋਲ ਆਇਆ। ਤੇ ਤੁਸੀਂ ਯਕੀਨ ਕਰੋ ਜੀ, ਇਹਨਾਂ ਦੀ ਦਵਾਈ ਤੇ ਇੱਕ ਨਾਲ ਇਹਨਾਂ ਨੇ ਕੋਈ ਮੈਨੂੰ ਕਰੀਮ ਦਿੱਤੀ, ਆਪਣੀ ਤਿਆਰ ਕੀਤੀ ਹੋਈ ਇਹਨਾਂ ਦੀ, ਤੇ ਉਹ ਦੇਣ ਦੇ ਨਾਲ 25 ਦਿਨਾਂ ਬਾਅਦ ਮੇਰੇ ਮੰਮੀ ਵਾਕਰ ਨਾਲ ਚੱਲਣ ਲੱਗ ਗਏ ਸੀ। ਠੀਕ ਠੀਕ ਲਾ ਲਓ ਦਿਨ? ਬਿਲਕੁਲ ਠੀਕ ਹੈ ਸਰ, ਪੂਰੀ ਤਰੀਕੇ ਨਾਲ ਧਿਆਨ ਚ ਨੇ? ਬਿਲਕੁਲ ਤਰੀਕੇ ਨਾਲ ਧਿਆਨ ਜੀ। ਅੱਛਾ ਜੀ। ਮਤਲਬ ਜਿਹੜੇ ਕਹਿ ਰਹੇ ਸੀ ਕਿ ਨਾ ਕਿ ਉਮਰ ਜ਼ਿਆਦਾ ਕਰਕੇ ਉਹਨਾਂ ਨੂੰ ਕਹਿ ਰਹੇ ਸੀ ਕਿ ਬੈੱਡ ਰੈਸਟ ਦੱਸਿਆ ਸੀ ਜੀ, ਤੇ 25 ਦਿਨਾਂ ਚ ਵਾਕ ਕਰਨਾ ਤੁਰੰਤ? 25 ਦਿਨਾਂ 'ਚ ਵਾਕਰ ਨਾਲ ਚੱਲਣ ਲੱਗੇ ਸੀ, ਇੰਡੀਪੈਂਡੈਂਟ ਨਹੀਂ, ਵਾਕਰ ਨਾਲ ਹਲੇ ਵੀ ਉਹ ਵਾਕਰ ਨਾਲ ਚੱਲਦੇ ਨੇ ਕਿਉਂਕਿ ਏਜ ਹੋ ਗਈ ਉਹਨਾਂ ਦੀ, ਉਹ ਨਹੀਂ ਹੋ ਸਕਿਆ। ਉਸ ਤੋਂ ਬਾਅਦ ਐਕਸਪੀਰੀਅੰਸ ਹੋਇਆ ਕਿ ਮੇਰੀ ਸਿਸਟਰ ਮੋਗਾ, ਅੱਛਾ, ਉਹ ਉਹਨਾਂ ਦਾ ਕੈਲਸ਼ੀਅਮ ਘੱਟ ਹੋਣ ਕਰਕੇ ਨਾ ਜੀ ਉਹਨਾਂ ਦਾ ਇੱਥੋਂ ਹੱਡੀ ਬ੍ਰੇਕ ਹੋ ਗਈ ਖੜੇ ਤੇ ਉਹ ਐਦਾਂ ਹੋ ਗਿਆ ਪੈਰ ਖੜੇ ਨਹੀਂ? ਹਾਂ, ਉਹ ਨੇੜੇ 'ਚ ਖੜੇ ਸੀਗੇ, ਉੱਥੇ ਸਕਿਟ ਕੀਤਾ, ਕੁਝ ਐਦਾਂ ਹੋ ਗਿਆ ਉਹਨਾਂ ਦਾ। ਤੇ ਫਿਰ ਇੱਥੋਂ ਮੈਂ ਮੋਗੇ ਭੇਜਦਾ ਰਿਹਾ ਜੀ। ਅੱਛਾ। ਤੁਸੀਂ ਹੁਣ ਉਹਨਾਂ ਦਾ ਪੈਰ ਠੀਕ ਹੈ? ਅੱਛਾ। ਉਹ ਚੱਲ ਰਹੇ ਨੇ। ਕਮਾਲ ਹੈ। ਤੇ ਇੱਕ ਐਕਸਪੀਰੀਅੰਸ ਇੱਦਾਂ ਹੋਇਆ ਜੀ ਕਿ ਮੇਰੇ ਇੱਕ ਅਕਾਊਂਟੈਂਟ ਹੈ, ਉਹਦੇ ਮਦਰ ਨੂੰ ਉਹ ਬਾਥਰੂਮ ਸਲਿਪ ਕਰ ਗਏ, ਉਹਨਾਂ ਚੂਲੇ 'ਚ ਫ੍ਰੈਕਚਰ ਆ ਗਿਆ। ਉਹਨਾਂ ਨੂੰ ਵੀ ਆਪਰੇਸ਼ਨ ਦੱਸਿਆ। ਮੈਂ ਉਹਨਾਂ ਨੂੰ ਕਿਹਾ ਬੇਟਾ ਤੂੰ ਆਪਰੇਸ਼ਨ ਨਹੀਂ ਕਰਾਉਣਾ ਇਸ ਉਮਰ 'ਚ, ਤੇ ਆਪਾਂ ਇਹਨੇ ਦਵਾਈ ਦਿੱਤੀ ਤੇ ਅੱਜ ਉਹ ਬਿਲਕੁਲ ਠੀਕ ਨੇ ਜੀ। ਤੇ ਫਿਰ ਲੋਕਾਂ ਨੂੰ ਕੀ ਕਹੋਗੇ ਜਿਨ੍ਹਾਂ ਦੀ ਹੱਡੀਆਂ ਟੁੱਟ ਜਾਂਦੀਆਂ ਨੇ? ਮੈਂ ਤਾਂ ਸਰ ਜਿਨ੍ਹਾਂ ਦੀ ਹੱਡੀਆਂ ਟੁੱਟਦੀਆਂ, ਮੈਂ ਤਾਂ ਇੱਥੋਂ ਇਹਨਾਂ ਨੂੰ ਡਾਕਟਰ ਸਾਹਿਬ ਤੋਂ ਬਹੁਤ ਬੰਦਿਆਂ ਨੂੰ ਦਵਾਈ ਲੈ ਕੇ ਭੇਜੀ, ਸਾਰੇ ਠੀਕ ਹੋਏ ਨੇ? ਸਾਰੇ ਠੀਕ ਹੋਏ ਨੇ ਜੀ। ਇੱਕ ਧੂਰੀ 'ਚ ਨੇ ਮੇਰੇ ਵਕੀਲ ਸਾਹਿਬ ਸੇਲ ਰੱਖਦੇ, ਉਹਨਾਂ ਦੀ ਵਾਈਫ ਦੀ ਪ੍ਰੋਬਲਮ ਸੀਗੀ, ਉਹ ਵੀ ਠੀਕ ਹੋਏ ਨੇ। ਉਹਨਾਂ ਨੇ ਅੱਗੇ ਬਹੁਤ ਸਾਰੇ ਲੋਕਾਂ ਨੂੰ ਦੱਸਿਆ, ਤੇ ਮੈਂ ਤਾਂ ਇਹਨਾਂ ਤੋਂ ਲੈ ਕੇ ਦਵਾਈ ਕਈਆਂ ਨੂੰ ਫ੍ਰੀ ਵੀ ਭੇਜੀ ਵੀ ਚਲੋ ਤੁਹਾਡਾ ਭਲਾ ਹੋਏਗਾ। ਜੀ। ਤੇ ਮੇਰਾ ਐਕਸਪੀਰੀਅੰਸ ਬਹੁਤ ਅੱਛਾ ਜੀ। ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ। ਡਾਕਟਰ ਸਾਹਿਬ ਵੀ ਨੇ, ਉਹਨਾਂ ਨਾਲ ਵੀ ਅਸੀਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਿਰ ਜਿਹੜਾ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਇਹ ਪਾਣੀ ਨਹੀਂ, ਇਹ ਅੰਮ੍ਰਿਤ ਹੈ, ਇਹ ਹੱਡੀਆਂ ਵੀ ਜੋੜਦਾ ਜੀ ਪਾਣੀ? ਬਿਲਕੁਲ ਜੋੜਦਾ ਜੀ। ਆਪਾਂ ਜਿਵੇਂ ਗੱਲ ਕੀਤੀ ਵੀ એનર્ਜੀ ਮੈਡੀਸਨ ਦੀ, ਜਦੋਂ ਹੱਡੀ ਦੇ ਵਿੱਚ ਕੋਈ ਫ੍ਰੈਕਚਰ ਆ ਗਿਆ ਜਾਂ ਹੱਡੀ ਕਿਸੇ ਕਾਰਨ ਕਮਜ਼ੋਰ ਹੋ ਗਈ ਤਾਂ ਉਹਦੀ એનર્ਜੀ ਡਾਊਨ ਹੋ ਜਾਂਦੀ। ਤਾਂ ਜਿਹੜੀਆਂ ਸਾਡੀਆਂ ਜੜੀ ਬੂਟੀਆਂ ਹੈਗੀਆਂ, ਉਹਦੇ ਵਾਸਤੇ ਕਿਹੜਾ ਦਰਖਤ ਹੈ ਜੀ ਫਿਰ? ਉਹਦੇ ਵਾਸਤੇ ਜਿਵੇਂ ਇੱਕ ਹੱਡ ਜੋੜ ਦਾ ਨਾਮ ਸੁਣਿਆ ਹੋਣਾ ਤੁਸੀਂ। ਅੱਛਾ। ਹੱਡ ਜੋੜ ਇਹਦੇ ਵਿੱਚ ਅਸੀਂ ਯੂਜ਼ ਕਰਦੇ ਹਾਂ, ਮਰਿੰਗਾ ਇਹਦੇ ਯੂਜ਼ ਕਰਦੇ ਹਾਂ, ਜਿਹਨੂੰ ਸੁਹਾਂਜਣਾ ਬੋਲਦੇ ਆ। ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਨੇ, ਤਾਂ ਮੈਂ ਤੁਹਾਨੂੰ 2 ਨਾਮ ਦੱਸੇ। ਤਾਂ ਬਹੁਤ ਸਾਰੇ ਐਸੇ ਦਰਖਤ ਆ ਜਿਹੜੇ ਉਹਦੇ ਵਿੱਚ ਅਸੀਂ ਪਾਉਂਦੇ ਆ, ਉਹਨਾਂ ਦਾ ਪ੍ਰੋਸੈਸ ਕਰਕੇ ਦਵਾਈਆਂ ਬਣਾਉਂਦੇ ਆ। ਤੇ ਇਹ ਬਾਂਸਲ ਸਾਹਿਬ ਦੀ ਗੱਲ ਦੱਸਦੇ ਵੀ ਇਹ ਇੱਥੇ ਕਹਾਣੀ ਖਤਮ ਨਹੀਂ ਹੁੰਦੀ। ਇਹ ਜਿਹੜੇ ਹੱਡੀਆਂ ਵਾਲੇ ਬੰਦੇ ਨੇ, ਹੱਡੀਆਂ ਦੀ ਹੁਣ ਇੱਕ ਬੰਦਾ, ਇਹਨਾਂ ਨੂੰ ਸ਼ਾਇਦ ਪਤਾ ਵੀ ਨਹੀਂ ਉਸ ਗੱਲ ਦਾ ਵੀ ਜਿਹੜਾ ਇਹਨਾਂ ਨੇ ਵਕੀਲ ਸਾਹਿਬ ਦਾ ਨਾਂ ਲਿਆ, ਉਹਨਾਂ ਦੇ ਕੋਈ ਘਰੇ ਬੰਦਾ ਕੰਮ ਕਰਦਾ ਸੀ, ਉਹਦੀ ਸਾਰੀ ਸਪਾਈਨ, ਬੰਦਾ ਤੁਰ ਨਹੀਂ ਸੀ ਸਕਦਾ, ਡੈਮੇਜ ਸੀ। ਉਹ ਬੰਦਾ ਠੀਕ ਹੋ ਗਿਆ, ਹੁਣ ਉਹ ਕੈਨੇਡਾ ਦਾ ਵੀਜ਼ਾ ਲੱਗ ਗਿਆ, ਉਹ ਕੈਨੇਡਾ ਚਲਾ ਗਿਆ। ਤਾਂ ਮਤਲਬ ਐਸੇ ਹੋਰ ਬੜੇ ਕੇਸ ਠੀਕ ਹੋ ਰਹੇ ਆ। ਇਹ ਉਹ ਇਹਨਾਂ ਦੀ ਜਿਹੜੇ ਹੱਡੀਆਂ ਵਾਲੇ ਸੀ, ਉਹ ਗਾਂਹ ਦੀਆਂ ਰੈਫਰਲ ਆ ਰਹੇ ਨੇ। ਤਾਂ ਮਤਲਬ ਇਹ ਬਾਂਸਲ ਸਾਹਿਬ ਦੀ ਸਿਫਤ ਇਹ ਹੈ ਜੀ ਵੀ ਇਹ ਸੇਵਾ ਕਰਨ 'ਚ ਮਾਹਰ ਨੇ। ਕਈ ਵਾਰੀ ਮੇਰੇ ਤੋਂ ਮੁੱਲ ਦਵਾਈ ਲਿਜਾ ਕੇ ਲੋਕਾਂ ਦਾ ਭਲਾ ਕਰਦੇ ਆ ਜੀ। ਕੀ ਬਾਤ ਹੈ। ਅੱਛਾ ਡਾਕਟਰ ਸਾਹਿਬ, ਇੱਕ ਗੱਲ ਹੋਰ ਦੱਸੋ, ਇਹ ਤਾਂ ਰਹੀਆਂ ਜਿਨ੍ਹਾਂ ਨੂੰ ਵੱਖੋ-ਵੱਖ ਪਰੇਸ਼ਾਨੀਆਂ ਜਾਂ ਪ੍ਰੋਬਲਮਸ ਜਾਂ ਬਿਮਾਰੀਆਂ ਨੇ, ਤੇ ਜਿਨ੍ਹਾਂ ਨੂੰ ਕੋਈ ਬਿਮਾਰੀ ਨਹੀਂ ਹੈਗੀ, ਕਿਸੇ ਨੂੰ ਲੇਕਿਨ ਉਹਨਾਂ ਨੂੰ ਡਰ ਬਣਿਆ ਹੋਇਆ ਲਗਾਤਾਰ। ਕਿਸੇ ਨੂੰ ਪਰਿਵਾਰ ਦੇ ਵਿੱਚ ਵਿਰਸੇ ਦੇ ਵਿੱਚ ਸ਼ੂਗਰ ਹੈਗੀ ਤਾਂ ਉਹਨੂੰ ਡਰ ਹੈ ਕਿਤੇ ਮੈਨੂੰ ਸ਼ੂਗਰ ਨਾ ਹੋ ਜੇ, ਕਿਤੇ ਮੈਨੂੰ ਥਾਇਰਾਇਡ ਨਾ ਹੋ ਜੇ, ਕਿਤੇ ਮੈਂ ਮੋਟਾਪੇ ਦਾ ਸ਼ਿਕਾਰ ਨਾ ਹੋ ਜਾ। ਤੇ ਫਿਰ ਉਹਨਾਂ ਦਾ ਬਚਾਅ ਵੀ ਤੁਹਾਡੇ ਕੋਲ ਹੈ ਇਸ ਅੰਮ੍ਰਿਤ ਰੂਪੀ ਪਾਣੀ ਦੇ ਵਿੱਚ ਜਿਹੜਾ ਤੁਸੀਂ ਕਹਿ ਰਹੇ ਹੋ? ਬਿਲਕੁਲ ਜੀ, ਪੂਰਾ ਬਚਾਅ ਹੈਗਾ। ਜਿਵੇਂ ਆਪਾਂ ਮੰਨਦੇ ਹਾਂ ਵੀ ਦੇਖੋ, ਪਰ 2 ਵੀਲਰ ਜਾਂ 4 ਵੀਲਰ ਦੀ ਗੱਲ ਕਰਦੇ ਹਾਂ, ਤਾਂ ਉਹਦੇ ਵਿੱਚ ਹਰੇਕ ਬੰਦੇ ਦੀ ਕੋਸ਼ਿਸ਼ ਹੁੰਦੀ ਹੈ ਵੀ ਵਧੀਆ ਫਿਊਲ ਪਾਓ, ਵਧੀਆ ਉਹਦੇ 'ਚ ਪਾਰਟਸ ਪਾਓ ਜਾਂ ਸਹੀ ਸਲਾਮਤ ਰਹੇ। ਪਰ ਅੱਜ ਦੀ ਡੇਟ ਦੇ ਵਿੱਚ ਲੋਕਾਂ ਦਾ ਖਾਣ ਪੀਣ ਵੀ ਠੀਕ ਨਹੀਂ ਹੈ, ਜਾਂ ਹੋਰ ਰਹਿਣ ਸਹਿਣ, ਲਾਈਫ ਸਟਾਈਲ ਜਿਹੜੀਆਂ ਡਿਜ਼ੀਜ਼ ਜ਼ਿਆਦਾ ਨੇ।
ਤਾਂ ਉਹਦੇ ਲਈ ਇਹ ਹੈ ਵੀ ਦੇਖੋ ਇਹ ਮਸ਼ੀਨਰੀ ਜਿਹੜੀ ਸਾਡੀ ਸਰੀਰ ਰੂਪੀ ਮਸ਼ੀਨਰੀ ਹੈ ਇਹਨੂੰ ਠੀਕ ਰੱਖਣ ਲਈ, ਬੈਲੈਂਸ ਬਣਾਈ ਰੱਖਣ ਲਈ ਬਹੁਤ ਸਾਰੀਆਂ ਐਸੀਆਂ ਦਵਾਈਆਂ ਵੀ ਜਿਹੜਾ ਉਹਨਾਂ ਦਾ ਬੈਲੈਂਸ ਬਣਾਉਂਦੀਆਂ ਨੇ ਤੇ ਬੰਦਾ ਸਵਸਥ ਰਹਿੰਦਾ ਸਾਰੀ ਉਮਰ। ਕੋਈ ਵੀ ਜਿਹੜਾ ਸਮਝਦਾ ਵੀ ਮੈਂ ਸਵਸਥ ਹਾਂ ਤੋ ਅਗਰ ਵਿੱਚ ਵਿਚਾਲੇ ਆ ਕੇ ਕਦੇ ਆਪਣਾ ਇਹਨਾਂ ਦਵਾਈਆਂ ਦਾ ਸੇਵਨ ਕਰੇ ਤਾਂ ਉਹ ਬੰਦਾ ਸਵਸਥ ਰਹਿ ਸਕਦਾ। ਜੀ ਬਹੁਤ ਬਹੁਤ ਸ਼ੁਕਰੀਆ ਜੀ। ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾਈਆਂ ਨੇ ਮੈਟੀ ਇਲੈਕਟ੍ਰੋ ਹੋਮਿਓਪੈਥੀ ਜਿਹੜਾ ਮੋਹਾਲੀ ਦੀਆਂ, ਜਿਹੜੀ ਕਿ ਗਮਾਡਾ ਦੇ ਵਿੱਚ ਹੈ। ਬਿਲਕੁਲ ਜੇਕਰ ਅਸੀਂ ਪਟਿਆਲੇ ਵਾਲੇ ਪਾਸੇ ਤੋਂ ਆਈਏ ਤਾਂ 에ਅਰਪੋਰਟ ਚੌਂਕ ਵੱਜਦਾ ਹੈ। 에ਅਰਪੋਰਟ ਵੱਲ ਨੂੰ ਜਦੋਂ ਅਸੀਂ ਜਾਂਦੇ ਹਾਂ ਬਨੂੜ ਲੰਘਣ ਤੋਂ ਬਾਅਦ ਖੱਬੇ ਹੱਥ ਜਦੋਂ ਅਸੀਂ ਐਂਟਰ ਕਰਦੇ ਤਾਂ ਬਿਲਕੁਲ ਸਾਹਮਣੇ ਨਜ਼ਰ ਆਉਂਦਾ ਹੈ। ਜਿਹੜੀ ਇਹ ਵੀਡੀਓ ਹੈਗੀ, ਸਾਡਾ ਵੀਡੀਓ ਬਣਾਉਣ ਦਾ ਪਰਪਸ ਹਮੇਸ਼ਾ ਹੀ ਅਸੀਂ ਤੁਹਾਨੂੰ ਕਹਿੰਦੇ ਆ ਕਿ ਐਜੂਕੇਸ਼ਨਲ ਪਰਪਸ ਹੁੰਦਾ ਹੈ। ਅਗਰ ਤੁਸੀਂ ਕੋਈ ਵੀ ਅਸੀਂ ਤੁਹਾਨੂੰ ਕੋਈ ਢੰਗ ਕੋਈ ਟੋਟਕਾ ਦੱਸਦੇ ਹਾਂ ਤਾਂ ਸਾਡੀ ਇਹੋ ਵੀ ਅਪੀਲ ਨਾਲ ਹੁੰਦੀ ਹੈ ਕਿ ਉਸ ਨੂੰ ਬਗੈਰ ਕਿਸੇ ਚੰਗੇ ਫਿਜ਼ੀਸ਼ੀਅਨ ਬਗੈਰ ਕਿਸੇ ਚੰਗੇ ਡਾਕਟਰ ਤੋਂ ਖੁਦ ਅਪਲਾਈ ਨਾ ਕਰੋ, ਕਿਉਂਕਿ ਇਸ ਤਰ੍ਹਾਂ ਅਪਲਾਈ ਕੀਤਾ ਕੋਈ ਵੀ ਨੁਸਖਾ, ਕੋਈ ਵੀ ਫਾਰਮੂਲਾ ਫਾਇਦਾ ਦੇਣ ਦੀ ਥਾਂ ਤੇ ਨੁਕਸਾਨਦੇਹ ਸਾਬਿਤ ਹੋ ਸਕਦਾ ਹੈ। ਫਿਲਹਾਲ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਵਿਚਾਰ, ਕੋਈ ਸ਼ੰਕਾ ਪੈਦਾ ਹੁੰਦਾ ਤਾਂ ਨੀਚੇ ਇੱਕ ਨੰਬਰ ਚੱਲ ਰਿਹਾ ਹੈ, ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਡਾਕਟਰ ਸਾਹਿਬ ਤੋਂ ਜਿਹੜੇ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ, ਕੋਈ ਸ਼ੰਕਾ ਪੈਦਾ ਹੋਇਆ ਉਸ ਦੀ ਤ੍ਰਿਪਤੀ ਹੈ ਜਿਹੜੀ ਤੁਸੀਂ ਕਰ ਸਕਦੇ ਹੋ। ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ।